ਸਾਕੀ ਸਾਹਿਬ, ਨਹੀਂ ਬਿਲਕੁਲ ਨਹੀਂ ਜ਼ਰੂਰੀ। ਮੌਲਵੀ ਸਾਹਿਬ ਦੇਖੋ, ਅਗਰ ਕੋਈ ਬੰਦਾ ਅਹਿਮਦੀ ਹੁੰਦਾ ਹੈ ਤੇ ਤੁਸੀਂ ਉਹਨੂੰ ਕਦੇ ਪੁੱਛਿਆ ਹਾਂ ਬਈ ਤੈਨੂੰ ਚਪੇੜਾਂ ਪਈਆਂ ਨੇ, ਹਾਂ ਬਈ ਤੂੰ ਇਹਨੂੰ ਇੰਜ ਹੋਇਆ ਉਹ ਹੋਇਆ ਜੇ ਹੋਇਆ ਉਹ ਹੋਇਆ? ਕਦੀ ਨਹੀਂ ਯਾਰ। ਤੇ ਜੇ ਇੱਕ ਬੰਦਾ ਜਾਂਦਾ ਤੇ ਉਹਨੂੰ ਵੀ ਜਾਣ ਦਿਓ, ਉਹਦੇ ਪਿੱਛੇ ਘਰ ਵਾਸਤੇ ਪੈਂਦੇ ਹੋ ਕੇ। ਅੱਛਾ ਸਾਕੀ ਸਾਹਿਬ, ਮੈਂ ਨਾ ਇਹ ਚੀਜ਼ ਹੈ ਕਿ ਅਗਰ ਜਿੰਨੀ ਦੇਰ ਤੱਕ ਜਿਹੜਾ ਬੰਦਾ ਛੱਡ ਕੇ ਗਿਆ ਉਹਦੀ ਕਰੈਕਟਰ ਅਸੈਸੀਨੇਸ਼ਨ ਨਹੀਂ ਹੋਏਗੀ ਤੇ ਈਮਾਨ ਕਦੋਂ ਮੁਕੰਮਲ ਹੋਏਗਾ? ਉਹਨਾਂ ਨਹੀਂ ਕਰੈਕਟਰ ਫਿਰ ਓਏ ਨਸ ਅਸੈਸੀਨੇਸ਼ਨ ਹੈ। ਨਸ ਓਏ ਓਏ ਇਹੋ ਜਿਹੀਆਂ ਆਪਣਾ ਗੱਲਾਂ ਨਾ ਬੜਿਆ ਕਰੋ, ਸਾਹਿਬ ਨੂੰ ਮੌਕਾ ਫਾਇਦਾ ਦਿਓ। ਕੋਈ ਨਹੀਂ, ਫਾਇਦਾ ਕੋਈ ਨਹੀਂ, ਬੜਿਆ ਨਜ਼ਰ ਸਾਹਿਬ ਤੋਂ। ਨੂੰ ਮੌਕਾ ਦਿਓ, ਬੜਿਆ ਸਾਹਿਬ ਨੂੰ ਮੌਕਾ ਦਿਓ, ਗੱਲ ਕਰ ਲੈਂਦੇ ਹੋ, ਵਾਵਾ ਦੇਰ ਦਿਓ ਲੱਗੇ ਨੇ, ਉਹਨਾਂ ਦੀ ਟੂਟੀ ਅੱਗੇ ਨਹੀਂ ਸਹੀ ਚੱਲਦੀ ਵੀ ਉੱਤੋਂ ਤੁਸੀਂ ਗੱਲ ਨਹੀਂ ਕਰਨ ਦਿੰਦੇ, ਗੱਲ ਕਰਨ ਦਿਓ ਉਹਨਾਂ। जी अबू बकर भाई बहुत शुक्रिया। मैं पे सोचना वा कि बेहतर है ये मैं बराड एक दो दिन ठहर के लावां दूजे फोन तो आमर साहब भी ते साकी साहब ਨੂੰ ਵੀ ਉੱਥੇ ਬੁਲਾ ਕੇ ਤੇ ਫਿਰ ਮੈਂ ਇਸ ਸਫ਼ਰ ਨੂੰ ਸਮਝਾਂ। ਸਾਕੀ ਸਾਹਿਬ ਮੈਂ ਨਾ ਯਕੀਨ ਕਰੋ ਜਿਹੜਾ ਕੋਈ ਅਹਿਮਦੀ ਵੀ ਹੋ ਕੇ ਹੁੰਦਾ ਨਾ, ਮੇਰੀ ਇਸ ਨੀਅਤ ਨਾਲ ਨਹੀਂ ਕਰਦਾ ਕਿ ਮੈਂ ਕੋਈ ਉਹਦਾ ਕੋਈ ਕਰੈਕਟਰ ਅਸੈਸੀਨੇਸ਼ਨ ਕਰਾਂ। ਉਹਦੇ ਸਫ਼ਰ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਕਿ ਕਿਹੜੀ ਕਿਹੜੀ ਉਹਦੀ ਤਹਕੀਕ ਜਾਂ ਕਿਸ ਮਰਲੇ 'ਚ ਗੁਜ਼ਰਿਆ ਹੈ ਔਰ ਉਹਦੀ ਜ਼ਾਤੀ ਜ਼ਿੰਦਗੀ ਨਾਲ ਕੀ ਇਹਦੇ ਮਸਾਇਲ ਪੈਦਾ ਹੋਏ ਨੇ ਜਾਂ ਕੀ ਉਹਦੇ ਉੱਤੇ ਕਿਹੜੀ ਚੀਜ਼ ਨੇ ਉਹਦੇ ਉੱਤੇ ਅਸਰਾਤ ਮੁਰਤਬ ਕੀਤੇ ਨੇ। ਤੇ ਤੁਹਾਡੇ ਨਾਲ ਵੀ ਇਸੇ ਵਜ੍ਹਾ ਤੋਂ ਗੱਲ ਕਰਨਾ ਚਾਹੁੰਦਾ ਵਾਂ ਕਿ ਇਨਸ਼ਾਅੱਲਾ ਅਗਰ ਤੁਸੀਂ ਟਾਈਮ ਦਿਓ ਜਾਂ ਹੁੰਦੇ ਹੋ ਤਾਂ ਦਿਨ ਦੇ ਟਾਈਮ ਕਿਧਰੇ ਲਾ ਕੇ ਨਾ, ਕੱਲ ਤੇ ਮੈਂ ਸ਼ਾਇਦ ਬਿਜ਼ੀ ਹੋਵਾਂ, ਪਰਸੋਂ ਤੇ ਤੁਹਾਡੇ ਨਾਲ ਗੱਪਸ਼ਪ ਲੱਗੇ। ਅੱਛਾ ਵੈਸੇ ਮੌਲਵੀ ਸਾਹਿਬ ਨਵੀਨ ਉਹਨਾਂ ਬੜਿਆ ਸਾਹਿਬ ਨੇ ਮੇਰਾ ਸਾਕਿਬ ਆਪਣਾ ਭਾਈ ਨੇ ਤਿੰਨ ਹਵਾਲੇ ਦਿੱਤੇ ਨੇ, ਉਹਨਾਂ ਚੋਂ ਇੱਕ ਤਿੰਨ ਮਿੰਟ ਅਬਦੁੱਲਾ ਹਵਾਲੇ ਭਾਈ, ਜਿਹੜੇ ਦਿੱਤੇ ਨੇ ਉਹ ਹਦੀਸ ਲੈ ਆਵੋ। ਤੇ ਅਬਦੁੱਲਾ ਉਹਨੂੰ ਭਾਈ ਜਿਹੜਾ ਮੈਂ ਇੱਕ ਥੱਲੇ ਵਾਰੀ ਲੱਗਿਆ ਦੱਸਣਾ ਰੌਲਾ ਪਾਉਣ, ਉਹਨੂੰ ਆਫਰ ਹੈ ਉਹ ਉਹਨਾਂ ਤਿੰਨ ਹਵਾਲਿਆਂ ਚੋਂ ਇੱਕ ਹਦੀਸ ਲੈ ਆਵੇ ਤੇ ਆ ਜਾਵੇ ਉੱਤੇ। ਅੱਛਾ ਆਮਰ ਭਾਈ ਤੇ ਚਲੋ ਹਾਲੇ ਬਿਜ਼ੀ ਨੇ। क्या ਤੇ बात ਵੈਸੇ है ਨਵੀਨ अब्दुल्ला। ਬੜਿਆ ਸਾਹਿਬ ਮੇਰਾ ਆਪਣਾ ਨਾ ਜ਼ਾਤੀ ਇੱਕ ਖਿਆਲ ਹੈ, ਚਾਹੇ ਉਹ ਅਹਿਮਦੀ ਤੋਂ ਮੁਸਲਮਾਨ ਹੋ ਜਾਵੇ ਜਾਂ ਮੁਸਲਮਾਨ ਤੋਂ ਤੁਹਾਡੇ ਨਾਲ ਚਲਾ ਜਾਵੇ। ਇੱਕ ਸਿੰਪਲ ਜੀ ਚੀਜ਼ ਹੈ ਕਿ ਉਹ ਅਗਰ ਕੋਈ ਅਹਿਮਦੀ ਹੋਇਆ ਨਾ ਤੇ ਯਕੀਨ ਕਰੋ ਕਿ ਉਹ ਇਸਲਾਮ ਨੂੰ ਝੂਠਿਆ ਸਮਝ ਕੇ ਉਧਰ ਗਿਆ ਹੈ। ਔਰ ਅਗਰ ਕੋਈ ਅਹਿਮਦੀ ਜਿਹੜਾ ਮੁਸਲਮਾਨ ਹੋਇਆ ਨਾ ਤੇ ਉਹ ਵੀ ਅਹਿਮਦੀਅਤ ਨੂੰ ਝੂਠਿਆ ਸਮਝ ਕੇ ਮੁਸਲਮਾਨ ਹੋਇਆ। ਤੇ ਉਹਨਾਂ ਦੀ ਸਾਰੀ ਤਹਿਕੀਕ ਜਿਹੜੀ ਹੈ ਨਾ ਉਧਰ ਹੀ ਹੁੰਦੀ ਹੈ ਕਿ ਭਈ ਅਗਰ ਇਸਲਾਮ ਤੋਂ ਮੁਨਕਰ ਹੋਇਆ ਹੈ, ਤੇ ਉਹਦੀ ਤਹਿਕੀਕ ਵੀ ਇਸਲਾਮ ਦੀ ਹੋਏਗੀ। ਉਹਨੂੰ ਲੱਗਦਾ ਹੋਏਗਾ ਕਿ ਇਸਲਾਮ ਦੇ ਵਿੱਚ ਇਹ ਚੀਜ਼ ਜਿਹੜੀ ਉਹ ਝੂਠੀ ਹੈ। ਨਹੀਂ ਨਹੀਂ ਤੇ ਅਗਰ ਕੋਈ ਮੁਸਲਮਾਨ ਹੋ ਗਿਆ ਤੇ ਉਹਨੂੰ ਵੀ ਇਹੀ ਲੱਗਦਾ ਹੈ ਕਿ ਭਈ ਅਹਿਮਦੀਅਤ ਦੇ ਵਿੱਚ ਇਹ ਚੀਜ਼ ਜਿਹੜੀ ਹੈ ਨਾ ਝੂਠੀ ਹੈ। ਨਹੀਂ ਇਹ ਤੇ ਬਾਕੀ ਉਹਨਾਂ ਦੀ ਤਹਿਕੀਕ ਇੰਨੀ ਕੁ ਨਹੀਂ ਹੁੰਦੀ ਬਾਕੀ ਦੇ ਬਾਰੇ ਚ, ਕਿਉਂਕਿ ਜ਼ਾਹਿਰ ਹੈ ਕਿ ਇੱਕ ਨਵੇਂ ਮਜ਼ਹਬ ਦੇ ਵਿੱਚ ਜਾਂ ਨਵੇਂ ਅਕੀਦੇ ਦੇ ਵਿੱਚ ਗਏ ਨੇ ਤੇ ਐਸਾ ਐਸਾ ਫਿਰ ਉਹ ਜਾਂਦੇ ਨੇ ਉਧਰ, ਸਮਝਦੇ ਨੇ ਉਹਨੂੰ ਸਾਰਾ ਕੁਝ ਬੁਨਿਆਦੀ ਚੀਜ਼ਾਂ ਦਾ ਬਿਲਕੁਲ ਬਿਲਕੁਲ ਪਤਾ ਹੁੰਦਾ ਹੈ ਤੇ ਤਾਂ ਬੰਦਾ ਉਸ ਅਕੀਦੇ ਨੂੰ ਅਪਣਾਉਂਦਾ ਹੈ। ਨਹੀਂ ਬੁਨਿਆਦੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਇਲਮ ਹੁੰਦਾ ਹੈ। ਅਬੂ ਬਕਰ ਲੇਕਿਨ ਅਗਰ ਤੁਸੀਂ ਡੀਪਲੀ ਆਖੋ ਤੇ ਮੈਂ ਨਹੀਂ ਸਮਝਦਾ ਕਿ ਕਿਸੇ ਨੂੰ ਪਤਾ ਹੋਏਗਾ। ਹਾਂ ਅਲਬત્ਤਾ ਹੈ ਕਿ ਜਿਹੜੇ ਮਜ਼ਹਬ ਵਿੱਚੋਂ ਆਇਆ ਹੈ, ਉਹਦੇ ਅੰਦਰ ਕਿਹੜੀ ਖਰਾਬੀ ਹੈ ਉਹ ਉਹਨੂੰ ਜ਼ਰੂਰ ਪਤਾ ਹੋਏਗਾ। ਉਹ ਤੁਸੀਂ ਬਿਲਕੁਲ ਪੁੱਛ ਸਕਦੇ ਹੋ। ਨਹੀਂ ਅਬੂ ਬਕਰ ਭਾਈ ਇੰਜ ਦੀ ਗੱਲ ਨਹੀਂ। ਬੜਾ ਜਿਹੜਾ ਨਾ ਮੁਖਤਲਿਫ ਤੁਹਾਡਾ ਤਜਜ਼ੀਆ ਜਿਹੜਾ ਤੁਸੀਂ ਕਰ ਰਹੇ ਹੋ ਨਾ, ਇੰਜ ਨਹੀਂ ਹੁੰਦਾ। ਮੇਰੀ ਜਿਹੜੀ ਤਹਕੀਕ ਹੈ ਜਾਂ ਮੇਰੇ ਜਿੰਨੇ ਵੀ ਬੰਦਿਆਂ ਨਾਲ ਗੱਲ ਹੋਈ ਹੈ, ਕਮ ਸੇ ਕਮ 15-20 ਬੰਦੇ ਤੇ ਮੈਂ ਦੱਸ ਸਕਣਾ ਜਿਨ੍ਹਾਂ ਨਾਲ ਡਾਇਰੈਕਟ ਗੱਲ ਕੀਤੀ ਹੈ, ਜਿਹੜੇ ਜਮਾਤ ਵਿੱਚ ਵੀ ਆਏ ਨੇ ਜਾਂ ਜਮਾਤ 'ਚੋਂ ਛੱਡ ਕੇ ਵੀ ਗਏ ਨੇ। ਬਹੁਤ ਇੱਕ ਕਲੀਅਰ ਕਿਸਮ ਦਾ ਡਿਫਰੈਂਸ ਹੋਵੇਗਾ। ਔਰ ਤੁਸੀਂ ਕਹਿ ਰਹੇ ਹੋ ਨਾ ਇਸਲਾਮ ਝੂਠਾ, ਨਾ ਇੱਕ ਵੀ ਬੰਦਾ ਐਸੇ ਨਹੀਂ ਕਿਸੇ ਕੋਈ ਆਇਆ ਕਿ ਜਿਹਨੇ ਆਖਿਆ ਵੀ ਇਸਲਾਮ ਝੂਠਾ ਵੇ। ਬੜਾ ਸਭ ਸੌਰੀ, ਹਾਂ ਮੈਨੂੰ ਉਹਦੀ ਤੁਹਾਨੂੰ ਟੋਕਣਾ ਪਵੇਗਾ, ਮੈਂ ਜੋ ਕੁਝ ਇਹਨਾਂ ਬਰੋਡਾਂ ਤੇ ਆ ਕੇ ਵੇਖਿਆ, ਹਾਲਾ ਮੈਂ ਨਹੀਂ ਸਭ ਪਹਿਲੇ ਜਾਣਦਾ, ਲੇਕਿਨ ਆਜ਼ਮ ਸੈਫੀ ਦੀ ਬਰੋਡ ਤੇ ਚਲੋ ਜੋ, ਤਲਤ ਦੀ ਨਾਦਰ ਦੀ ਬਰੋਡ ਤੇ ਚਲੇ ਜਾਓ, ਮੀਰ ਸਲੀਮ ਦੀ ਬਰੋਡ ਤੇ ਚਲੇ ਜਾਓ, ਇਹੀ ਤੁਹਾਡੀਆਂ ਮੇਨ ਬਰਾਡਾਂ ਇਸ ਟਾਈਮ ਲੱਗੀਆਂ ਨੇ। ਔਰ ਜੋ ਉੱਥੇ ਇਸਲਾਮ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੈ, ਜਿਹੜੀ ਗੱਲ ਕੀਤੀ ਜਾਂਦੀ ਹੈ 100% ਬਲਕਿ 102% ਇਸਲਾਮ ਨੂੰ ਝੂਠਿਆ ਸਮਝਿਆ ਜਾਂਦਾ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਝੂਠਾ ਤੇ ਫਿਰ ਮਿਰਜ਼ਾ ਸਾਹਿਬ ਦਾ ਤੇ ਦਾਵਾ ਬਣਦਾ ਹੀ ਨਹੀਂ ਨਾ। ਇਹ ਤੇ ਕੋਈ ਵੀ ਜਮਾਤੀ ਅਹਿਮਦੀਆ ਦਾ ਮੈਂਬਰ ਜਿਹੜਾ ਬਚਪਨ 'ਚ 3 ਸਾਲ ਦਾ ਹੋਵੇ ਜਾਂ 5 ਸਾਲ ਦਾ ਹੋਵੇ, ਉਸ ਕੋਲ ਸਵਾਲ ਪੁੱਛਿਆ ਜਾ ਸਕਦਾ। ਮੌਲਵੀ ਸਾਹਿਬ ਕਿਉਂ ਤੁਸੀਂ ਜ਼ੁਲਮ ਕਰਦੇ ਹੋ? ਇੱਥੇ ਕਿੰਨੀ ਵਾਰੀ ਅਸੀਂ ਆਪਣੇ ਗੁਨਾਹਗਾਰ ਕੰਨਾਂ ਨਾਲ ਦੇਖੋ ਸੁਣਿਆ, ਸਲੀਮ ਖਲੋ ਦੇ ਜਾਓ ਮੂੰਹ ਚ ਅਬਦੁੱਲਾ ਸੁਣਿਆ। ਸਾਹਿਬ, ਅਬਦੁੱਲਾ ਸਾਹਿਬ ਠਹਿਰ ਜਾਓ। ਮੌਲਵੀ ਸਾਹਿਬ ਦੇਖੋ, ਮਿਰਜ਼ਾ ਸਾਹਿਬ ਦੀ ਇੱਕ ਇਬਾਰਤ ਹੈ ਕਿ ਅਗਰ ਮੈਂ ਝੂਠਾ ਵਾਂ ਨਾ ਤੇ ਫਿਰ ਇਸਲਾਮ ਹੀ ਝੂਠਾ ਹੈ। ਓਏ ਹੋਏ ਹਾਏ ਜ਼ਿੰਦਾਬਾਦ, ਬਿਲਕੁਲ ਬਹੁਤ ਖੂਬ ਜ਼ਿੰਦਾਬਾਦ। ਜੀ। ਤੇ ਜਿਹੜੀਆਂ ਜਿਹੜੇ ਮੈਂ ਸਾਕੀ ਤੈਨੂੰ ਚਾਰ ਫੁੱਲ ਵੱਜਣ ਤੈਨੂੰ ਹੋਰ ਮੇਰੇ ਵੱਲੋਂ ਮੈਂ ਸਿਰਫ ਤੈਨੂੰ ਮੁਬਾਰਕਬਾਦ ਦੇਣ ਆਇਆ ਕਿ ਬਹੁਤ ਸ਼ੁਕਰੀਆ ਮੁਬਾਰਕ ਚੰਗੇਜ਼ ਹੋਏ ਭਾਈ, ਤੈਨੂੰ, ਮੁਸਲਮਾਨ ਹੋ ਗਿਆ। ਬਹੁਤ ਸ਼ੁਕਰੀਆ ਚੰਗੇਜ਼ ਭਾਈ। ਤੇ ਮੌਲਵੀ ਖੁਸ਼ ਸਾਹਿਬ ਜਿਹੜੇ ਮੈਂ 4 ਹਵਾਲੇ ਦਿੱਤੇ ਨੇ ਉਹਨਾਂ ਵਿੱਚੋਂ ਕਿਸੇ ਇੱਕ ਦਾ ਜਵਾਬ ਲੈ ਦਿਓ। ਖੁਸ਼ ਰਹੋ, ਆਬਾਦ ਰਹੋ ਤੇ ਜਿੱਥੇ ਵੀ ਰਹੋ। ਲੇਕਿਨ ਇੱਕ ਮੇਰੀ ਤੁਹਾਡੇ ਅੱਗੇ ਰਿਕੁਐਸਟ ਹੈਗੀ ਜੇ, ਜੋ ਕੁਝ ਵੀ ਹੈਗਾ ਵੇ, ਕਦੀ ਵੀ
ਗਾਲੇ ਗਲੋਚ ਜਿਹੜੇ ਆ ਮੁਸਲਮਾਨ ਅਬਦੁੱਲਾ ਅੰਗਰੇ ਇਹਨਾਂ ਅੰਗਰੇ ਨਾਲ ਬਣਨਾ ਠੀਕ ਹੈ, ਇਖਤਲਾਫਾਤ ਰੱਖਣਾ ਸਾਡੇ ਨਾਲ ਜੋ ਵੀ ਰੱਖਣਾ, ਲੇਕਿਨ ਇਹ ਜਿਹੜਾ ਗਾਲਾਂ ਕੱਢਣੀਆਂ ਲਾਹਨਤਾਂ ਭੇਜਣੀਆਂ ਕਿ 4 ਦਿਨਾਂ ਬਾਅਦ ਤੁਹਾਨੂੰ ਇਹਨਾਂ ਨੇ ਕਹਿਣਾ ਉਹ ਫਲਾਣੇ ਤੇ ਲਾਹਨਤ ਭੇਜ ਨਾ ਦੇ ਤੂੰ ਨਾ ਪੱਕਾ ਨਾ ਨਾ ਮੁਸਲਮਾਨ ਤਾਂ। ਚੰਗੇਜ਼ ਭਾਈ ਇੱਕ ਮਿੰਟ ਮੈਂ ਤੁਹਾਡੀ ਗੱਲ ਟੋਕਾਂਗਾ। ਖੁਦਾ ਦੀ ਕਸਮ ਹੈ, ਰਾਤੀ ਮੈਨੂੰ ਇੱਕ ਫੋਨ ਆਇਆ ਤੇ ਉਹਨਾਂ ਕਿਹਾ ਫਿਰ ਤੂੰ ਮਿਰਜ਼ਾ ਸਾਹਿਬ ਨੂੰ ਕਜ਼ਾਬ ਸਮਝਣਾ। ਮੈਂ ਕਿਹਾ ਭਾਈਜਾਨ ਮੇਰੇ ਨਾਲ ਗੱਲ ਵੀ ਨਾ ਕਰਿਓ, ਕਿਉਂ ਮੈਂ ਕਿਸੇ ਨੂੰ ਵੀ ਗਾਲ ਨਹੀਂ ਕੱਢਾਂਗਾ, ਨਾ ਹੀ ਕਿਸੇ ਤੇ ਲਾਹਨਤ ਪਾਵਾਂਗਾ। ਠੀਕ ਹੈ, ਮੈਂ ਉਹਨਾਂ ਨੂੰ ਸਮਝਣਾ ਕਿ ਉਹ ਸੱਚੇ ਨਹੀਂ, ਉਹਨਾਂ ਦੀਆਂ ਤਹਿਰੀਰਾਂ ਤੋਂ ਸਿਰਫ ਇੰਨੀ ਗੱਲ ਆ। ਬਸ ਨਾ ਮੈਂ ਕਿਸੇ ਤੇ ਲਾਹਨਤ ਮੈਂ ਪਾਣਾ, ਇਹੀ ਗੱਲ ਕਰਨੀ ਸੀ। ਨਾ ਬਾਕੀ ਮੈਂ ਕਿਸੇ ਦੀ ਤੁਹਾਨੂੰ ਜਿਹੜਾ ਵੀ ਤੁਸੀਂ ਇਸਲਾਮ ਕਬੂਲ ਕੀਤਾ ਅੱਲਾ ਤੁਹਾਨੂੰ ਮੁਬਾਰਕ ਕਰੇ, ਜੋ ਵੀ ਕੀਤਾ। ये ਮੈਂ तो ਨਹੀਂ मामे ਪੁੱਛਦਾ का ਕਿ पूरा ਕੀ असर ਹੈ। होया नहीं ना, ये तो पूरा असर मामे का जिससे होया था फिर पता लगा ਤੇ ना। ਜਦੋਂ ਤੁਹਾਨੂੰ ਆਪਣਾ ਆਮਰ ਨਜ਼ੀਰ ਸਾਹਿਬ ਵਾਲਾ ਅਸਰ ਹੋ ਗਿਆ ਫਿਰ ਅੱਲਾ ਹੀ जी ਤੁਹਾਡਾ हाँ ਮਾਲਕ। जी हाँ जी। ਉਹ ਨਹੀਂ ਮੈਂ ਗਾਲਾਂ, ਤੈਨੂੰ ਪਤਾ ਚੰਗੇਜ਼ ਖਾਨ, ਮੈਂ ਤੁਹਾਡੇ ਨਾਲ ਹੀ ਹੁੰਦਾ ਸਾਂ ਜਦੋਂ ਮੈਂ ਗਾਲਾਂ ਕੱਢਦਾ ਸਾਂ, ਤੇ ਤੁਹਾਡੇ ਨਾਲ ਰਹਿ ਕੇ ਹੀ ਮੈਂ ਛੱਡ ਦਿੱਤੀਆਂ ਸੀ, ਤੇ ਉਸ ਤੋਂ ਬਾਅਦ ਮੈਂ ਨਹੀਂ ਕੱਢੀਆਂ ਤੇ ਕੱਢਣੀਆਂ ਵੀ ਨਹੀਂ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਉਹ ਸਾਥੀ ਨਹੀਂ ਬਸ ਉਹ ਅਸਲ ਮੇਰੀ ਵਿੱਚ ਮੈਂ ਜਦੋਂ ਉੱਤੇ ਸਿਰਫ ਐਸੇ ਜਦੋਂ ਐਮਡੀ ਚੰਗੇਜ਼ ਖਾਨ ਸਾਹਿਬ ਮੈਂ ਸਿਰਫ ਉੱਤੇ ਐਸੇ ਚੰਗੇਜ਼ ਸਾਹਿਬ ਨਹੀਂ ਜਦੋਂ ਨਹੀਂ ਜਦੋਂ ਤੁਹਾਡੇ ਸਾਕੀ ਵਾਲੇ ਕਿਤੇ ਪਾਸੇ ਸਨ ਨਾ ਨਿੰਬੂ ਤੇ ਉਦੋਂ ਗਾਲਾਂ ਕੱਢਦੇ ਨਿੰਬੂ ਸਨ, ਉਹਨੇ ਪਾਣਾ ਪਿਆ ਤੇ ਕੱਢਣਗੇ। ਪਾਲਵਾ ਕਰਾਂਗੇ ਰਲ ਕੇ। ਉਹ ਸਾਥੀ ਭਾਈ ਪਰਸੋਂ ਜੀ ਇਹ ਨਾ ਬਲਾਲ ਹਨੀਫ ਨੇ ਲਾਈ ਸੀ, ਉਸ ਤੋਂ ਬਾਅਦ ਮੈਨੂੰ ਗਾਲਾਂ ਸ਼ਾਲਾਂ ਪਈਆਂ ਨੇ, ਮੈਂ ਫਿਰ ਚਲਾ ਗਿਆ ਸਾਂ। ਤੇ ਉਹ ਪਹਿਲਾਂ ਮੈਂ ਜਦੋਂ ਉੱਤੇ ਆਇਆ ਤੇ ਪਹਿਲੇ ਸਭ ਨੇ ਦਾਤਾਂ ਹੀ ਦਿੱਤੀਆਂ ਨੇ ਕਿ ਆਜ ਉਹਦੀ 4 ਅਰਫ ਜਿਹੜੇ ਸਾਥੀ ਸਾਹਿਬ ਨੇ ਪਾਏ ਨੇ, ਤੁਸੀਂ 4 ਅਰਫ ਪਾ ਕੇ ਇਸਲਾਮ ਕਬੂਲ ਕਰ ਲਓ। ਉਹ ਮੈਂ 4 ਮੌਲਵੀ ਅਰਫ ਸਾਹਿਬ, ਆਮਰ ਭਾਈ ਮੌਲਵੀ ਸਾਹਿਬ ਕੋਈ ਇਹ ਵੜੈਲ ਸਾਹਿਬ ਬਾਰ-ਬਾਰ ਗਾਲਾਂ ਦਾ ਨਾਂ ਲੈਂਦੇ ਨੇ, ਪਹਿਲਾਂ ਨੂੰ ਬਾਜ਼ ਕਰ ਲਓ ਨਹੀਂ ਤੇ ਇਹਨਾਂ ਨੂੰ ਗਾਲਾਂ ਪੈ ਜਾਣੀਆਂ ਨੇ। ਉਹ ਅਬੂ ਬਕਰ ਠਹਿਰ ਜਾਓ ਭਾਈਜਾਨ। ਮੌਲਵੀ ਸਾਹਿਬ ਤੁਸੀਂ ਚੱਲ ਮੇਰੀ ਸਹੀ ਹੈ ਕੋਈ ਸਾਕੀ ਇੱਕ ਸਾਕੀ ਮੈਂ ਬਸ ਤੈਨੂੰ ਮੁਬਾਰਕ ਦੇਣੀ ਆਇਆ ਸੀ, ਹੋਰ ਮੈਂ ਕੋਈ ਗੱਲ ਨਹੀਂ ਕਰਨੀ, ਨਾ ਕੋਈ ਸਵਾਲ ਹੈ ਮੇਰਾ। ਬਹੁਤ ਸ਼ੁਕਰੀਆ ਚੰਗੇਜ਼ ਤੇ ਭਾਈਜਾਨ। ਬਾਕੀ ਤੇ ਤੈਨੂੰ ਚੰਗਾ ਲੱਗਾ, ਜੋ ਵੀ ਚੰਗਾ ਲੱਗਾ ਤੂੰ ਸਹੀ ਤੋਂ ਤੈਨੂੰ ਜੋ ਅੱਲਾ ਮੀਆਂ ਨੇ ਰਾਹ ਦਿਖਾਈ ਹੈ ਠੀਕ ਹੈ, ਤੈਨੂੰ ਮੁਬਾਰਕ। ਬਾਕੀ ਇਹ ਵਾ ਕਿ ਬਹੁਤ ਜੋ ਸ਼ੁਕਰੀਆ। ਮੇਰੀ ਗੱਲ ਜਿਹੜੀ ਮੈਂ ਕਰਨੀ ਸੀ ਉਹ ਤੈਨੂੰ ਦੱਸਤੀ ਭਰਾਵਾ ਨਹੀਂ ਕਿ ਭਰਾਵਾ, ਇਹ ਇਹਨਾਂ ਹੁਣ ਮੁਸਲਮਾਨਾਂ ਪਿੱਛੇ ਲੱਗ ਕੇ ਹਾਂਜੀ। ਕਿਸੇ ਤੇ ਲਾਹਨਤਾਂ ਨਾ ਕਰੀ, ਬਸ ਤੇਰੀ ਨਹੀਂ ਮਿਹਰਬਾਨੀ। ਨਹੀਂ ਅੱਲਾ ਮਾਫ ਕਰੇ ਯਾਰ, ਮੈਂ ਕਿਉਂ ਕਰਨੀ ਹੈ। ਆ ਮੌਲਵੀ ਸਾਹਿਬ ਵੀ ਤੇ ਹੁਣ ਕਹਿੰਦੇ ਨੇ ਨਾ ਕਿ ਭਾਈ ਸਾਕੀ ਸਾਹਿਬ ਨੇ 4 ਲਫ਼ਜ਼ ਪਾਏ ਨੇ। ਮੌਲਵੀ ਸਾਹਿਬ ਤੁਸੀਂ ਕਿਧਰੋਂ ਕਲਿੱਪ ਕੱਢ ਕੇ ਲਿਆ ਦੇਣਾ, ਖੁਦਾ ਦੀ ਕਸਮ ਹੈ ਮੈਂ ਥੱਲੇ ਬਹਿ ਕੇ ਸਿਰ 'ਚ ਤੁਹਾਡੇ ਛਿੱਤਰ ਖਾਵਾਂਗਾ। ਇਹ ਤਰੀਕਾ ਸੀ ਇਹਨਾਂ ਦਾ। ਮੈਂ ਕਿਹਾ ਯਾਰ ਸਾਥੀ ਸਾਹਿਬ ਨੂੰ ਮੈਂ ਪੁੱਛਾਂਗਾ ਕਿਹੜੇ 4 ਲਫ਼ਜ਼ ਉਹਨਾਂ ਪਾਏ ਨੇ। ਨਹੀਂ ਕੋਈ ਗੱਲ ਐਸੀ ਨਹੀਂ ਹੈ। ਉਹ 4 ਲਫ਼ਜ਼ ਤਲਾਕ ਵਾਲੇ ਉਹਨਾਂ ਨੇ ਆਖੇ ਨੇ, ਕੀ ਹੋ ਗਿਆ ਜੇ ਘਬਰਾ ਹੀ ਗਏ ਹੋ ਸਾਰੇ? ਜਿਹੜੇ ਸਨ ਨਾ ਉਹ ਤੁਸੀਂ ਕਹਿ ਰਹੇ ਸੀ ਆਪਣੀ ਪਿਛਲੇ ਤੋਂ ਮੈਂ ਉਹਦੀ ਮੌਲਵੀ ਸਾਹਿਬ ਵੜੈਲ ਸਾਹਿਬ ਤੁਹਾਡੀ ਬਾਤ ਨਹੀਂ ਆ ਰਹੀ। ਖੈਰ ਮੁਬਾਰਕ। ਇਹਨਾਂ ਨੇ ਜਦੋਂ ਗੱਲ ਮੌਲਵੀ ਕਰੀ वैसे साहब ਮੌਲਵੀ ਸਾਹਿਬ ਮੈਂ ਸਿਰਫ ਇੱਕ ਗੱਲ ਕਰਾਂ ਦਾ, ਨਾ ਮੈਨੂੰ ਕਿਸੇ ਨੂੰ ਗਾਲਾਂ ਕੱਢਣ ਦੀ ਲੋੜ ਹੈ, ਨਾ ਬੁਰਾ ਭਲਾ ਕਹਿਣ ਦੀ, ਔਰ ਨਾ ਹੀ ਮੈਂ ਕਿਸੇ ਆਪਣੇ ਭਰਾ ਨੂੰ ਜਿਹੜਾ ਨਾ ਜਿਨ੍ਹਾਂ ਦੇ ਵਿੱਚ ਮੈਂ ਬਹਿੰਦਾ ਰਿਹਾ ਵਾਂ ਖਲੋਂਦਾ ਰਿਹਾ ਵਾਂ, ਮੈਂ ਅੱਲਾ ਦੀ ਕਸਮੇ ਉਹਨਾਂ ਨੂੰ ਵੀ ਨਹੀਂ ਭੈੜਿਆਂ ਕਵਾਂਗਾ। ਇਹ ਹੁਣ ਕੋਈ ਉਂਝ ਮੇਰੇ ਨਾਲ ਆ ਕੇ ਪਿਆ ਲੜੇ ਤੇ ਪਿਆ ਲੜੇ, ਮੈਂ ਨਹੀਂ ਕਿਸੇ ਨੂੰ ਵੀ ਕਹਿੰਦਾ ਤੇ ਨਾ ਮੈਂ ਕਹਿਣਾ। ਅੱਛਾ ਉਹ ਮੈਂ ਨਾ ਗੱਲ ਤਾਂ ਕਰਦਾ ਸਾਂ ਤੁਹਾਡੇ ਨਾਲ ਕਿ ਤੁਹਾਨੂੰ ਜਿਹੜਾ ਪੁੱਛਿਆ ਸੀ ਉਸ ਤੋਂ ਬਾਅਦ ਮੈਂ ਵਜ਼ਾਹਤ ਤਾਂ ਕਰਦਾ ਹਾਂ ਕਿ 5-7 ਮਹੀਨੇ ਹੋ ਗਏ ਨੇ ਜਾਂ ਜਦੋਂ ਮੈਂ ਤੁਹਾਨੂੰ ਜਾਣਦਾ ਹਾਂ ਬਰਾਡਾਂ ਦੇ ਉੱਤੇ। ਇੱਕ ਦਫਾ ਤੁਸੀਂ ਬਰਾੜ ਲਗਾਈ ਸੀ ਨਾਦਰ ਦੇ ਖਿਲਾਫ ਅਬੂ ਮੁੰਤਬਾ ਕੀ ਉਹ ਜਿਹੜਾ ਨਾਮ ਹੈ ਰਾਣਾ ਮੁੰਤਬਾ, ਉਹਦੇ ਨਾਲ ਮਿਲ ਕੇ, ਤੇ ਮੈਂ ਉੱਥੇ ਜਾ ਕੇ ਨਾ ਇੰਨਾ ਹੀ ਆਖਿਆ ਸੀ ਯਾਰ ਬਰਾੜ ਉੱਤੇ ਬੈਠ ਕੇ ਗਾਣਾ ਕੱਢੋਗੇ ਫਾਇਦਾ ਕੋਈ ਨਹੀਂ ਇਹਨਾਂ ਦਾ। ਤੇ ਉਹ ਦੋਨਾਂ ਤੁਸੀਂ ਮੈਨੂੰ ਆਖਿਆ ਕਿ ਅਗਰ ਮਨਾ ਵੀ ਕੀਤਾ ਨਾ ਤੂੰ ਉਹਨੂੰ ਗਾਲਾਂ ਕੱਢਣੇ ਤੋਂ ਤੇ ਤੈਨੂੰ ਵੀ ਕੱਢਣੀਆਂ ਨਹੀਂ। ਮੈਂ ਚੁੱਪ ਕਰਕੇ ਉਸ ਟਾਈਮ ਥੱਲੇ ਲੈ ਗਿਆ था। फिर मैं जाके बाद मुड़िया को पूछा, मैं कि यार साथी साहब अहमदी ने कोई पैदाइशी अहमदी ने, तो कई बंदियां ने आख्या सी कि नहीं पैदाइशी अहमदी नहीं, बाद विच उन्हें बहस की। ये मेरा तासर सी तुहाडे, क्योंकि मैं इस वजह तो तासर कायम किया सी कि मजाज नहीं एक अहमदी वाला पैदाइशी अहमदी वाला, ते उस वजह तो तुहाडे को सवाल पूछा, लेकिन तुसीं आख्या तुसीं पैदाइशी अहमदी हो, ते मैं इस गल ते यकीन कर लिया जनाब। ਜੇ ਗੱਲ ਤੁਹਾਡੇ ਨਾਲ ਠੀਕ ਹੈ ਮੌਲਵੀ ਸਾਹਿਬ, ਮਿਹਰਬਾਨੀ ਤੁਸੀਂ ਯਕੀਨ ਕਰ ਲਿਆ ਵਾ। ਤੇ ਮੌਲਵੀ ਸਾਹਿਬ ਜਿਹੜਾ ਉਹ ਜੱਟ ਹੈ ਫਰੈਂਕਫਰਟ ਜਿਹੜਾ ਹੁੰਦਾ ਵਾ, ਜਾਣਦੇ ਹੋ ਨਾ ਤੁਸੀਂ ਉਹਨੂੰ? ਕਿਹੜਾ ਜੱਟ? ਦਰਾਇਸਿਸ਼ ਸਕੁੰਡਨ ਜਿਹਨੇ ਆਈਡੀ ਬਣਾਈ ਸੀ ਆਪਣੀ 30 ਸੈਕਿੰਡ। हाँ ਉਹਦਾ ਨਾਮ ਮੁਦੱਸਰ ਜੱਟ, ਮੁਦੱਸਰ ਜੱਟ। ਦਸਰ ਜੱਟ। 30 ਸੈਕਿੰਡ। ਉਹਦਾ ਦਾਦਾ ਪੜਦਾਦਾ ਵੀ ਅਹਿਮਦੀ ਸਨ ਤੇ ਉਹ ਵੀ ਪਦੈਸ਼ੀ ਅਹਿਮਦੀ ਹੈ। ਤੇ ਕਿਆ ਉਹਦਾ ਹਿਲਾਕ ਪਦੈਸ਼ੀ ਅਹਿਮਦੀ ਵਾਲਾ ਹੈ ਵਾ? ਉਹਨੇ ਤੇ ਪੂਰੇ 1,24,000 ਪੈਗੰਬਰਾਂ ਨੂੰ ਗਾਲਾਂ ਕੱਢੀਆਂ ਨੇ। मैं इखलाक की गल कर रहा, मजाज की गल कर रहा। तुसीं इखलाक की गल की, कई एमडी होंगे जो गालां कढ़दे ने, मजाज जो बोलने च पता चल जाता है कि क्या है पैदाइशी एमडी। मैं इस वास्ते पूछा सी कि मजाज
ਵਿਦੇਸ਼ੀ ਐਮਡੀ ਵਾਲਾ ਨਹੀਂ ਲੱਗਦਾ ਜਿਸ ਤਰ੍ਹਾਂ ਦੀ ਗੁਫ਼ਤਗੂ ਕਰਦੇ ਨੇ। ਹੁਣ ਇੱਥੇ ਸਾਡੇ ਕੋਲ ਇੱਕ ਐਮਡੀ ਹਨ ਸਾਚੀ ਦਿਓਬੰਦ ਤੋਂ, ਇਹਨੂੰ ਜਾਣਦੇ ਨੇ ਸੁਬੀਰ ਸ਼ਰਮਾ ਸਾਹਿਬ, ਤੇ ਉਹਨਾਂ ਦਾ ਮਜ਼ਾਜ ਜਦੋਂ ਬੋਲਦੇ ਸਾਨੂੰ ਪਤਾ ਲੱਗਦਾ ਸੀ ਕਿ ਵਿਦੇਸ਼ੀ ਐਮਡੀ ਵਾਲਾ ਨਹੀਂ, ਕਿਉਂਕਿ ਉਹ ਬਾਅਦ ਵਿਕਾਸ ਜਦੋਂ ਬਚਪਨ ਤੋਂ ਗਰੋ ਅਪ ਹੋਵੋ ਨਾ, ਤੇ ਉਹ ਤੁਹਾਡਾ ਗੱਲਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਇਹ ਕਿਆ ਵਿਦੇਸ਼ੀ ਐਮਡੀ ਹੈ ਜਾਂ ਨਹੀਂ ਵਿਦੇਸ਼ੀ ਐਮਡੀ, ਕਮ ਸੇ ਕਮ ਮੈਨੂੰ ਤੇ ਅੰਦਾਜ਼ਾ ਹੋ ਜਾਂਦਾ ਹੈ। ਇਸ ਵਜ੍ਹਾ ਮੈਂ ਮੈਂ ਇੱਕ ਥੋੜਾ ਛੋਟੀ ਬਿਜ਼ੀ ਜਿਹੀ ਹੋਣ ਗੱਲ ਲੱਗਾ ਵਾਂ, ਕਰਨਾ ਅਮਨ ਚਾਹੁੰਦਾ ਸਾਹਿਬ ਵੀ ਤੁਸੀਂ ਕਰੋ ਗੱਲ ਹੁਣ। ਠੀਕ ਹੈ ਅਮਰ ਭਾਈ ਮੈਂ ਬਸ ਇੱਕ ਵੜੈਚ ਗੱਲ, ਸਾਹਿਬ ਉਹ ਮੁਦੱਸਰ ਜੱਟ ਨੇ ਇੱਕ ਵਾਰੀ ਇਹ ਵੀ ਆਖਿਆ ਸੀ ਕਿ ਮੌਲਵੀ ਸਾਹਿਬ ਮੈਨੂੰ WhatsApp ਤੇ ਪੁਸ਼ ਕਰਦੇ ਨੇ ਤੇ ਤਾਂ ਮੈਂ ਆ ਕੇ ਇੱਥੇ ਇਹ ਕੋਈ ਕਰਨਾ ਹੈ ਅਬਦੁੱਲਾ ਮੈਂ ਵੀ ਗੱਲ ਕਰਨਾ ਜੀ। ਮੈਂ ਇਹ ਕਹਿਣ ਲੱਗਾ ਕਿ ਵੜੈਚ ਸਾਹਿਬ ਦੇ ਉੱਤੇ ਮੈਨੂੰ ਟਿਕਟੌਕ ਦੇ ਉੱਤੇ ਆ ਕੇ ਸ਼ਦੀਦ ਤਫਜ਼ਾਤ ਪੈਦਾ ਹੋਏ ਨੇ, ਇਹਨਾਂ ਦੇ ਰਵੱਈਏ ਨੂੰ ਵੇਖ ਕੇ, ਇਹਨਾਂ ਦੀਆਂ ਗੱਲਾਂ ਨੂੰ, ਉਹਨਾਂ ਨੂੰ ਵੀ ਮੇਰੇ ਨਾਲ ਬੜੇ ਸ਼ਦੀਦ ਤਫਜ਼ਾਤ ਹੋਏ ਨੇ। ਕਹਿੰਦੇ ਗੱਲ ਠੀਕ ਹੈ। ਸਟਿਲ ਮੈਂ ਕਹਿਣਾ ਵਾਂ ਕਿ ਅੱਜ ਤੁਸੀਂ ਅੱਜ ਦੀ ਤਾਰੀਖ 1 ਦਸੰਬਰ 2024 ਦੀ ਉਸਮਾਨ ਡਾਰ ਦੀ, ਸਲੀਮ ਮੀਰ ਦੀ ਬਰਾੜ ਦੇ ਉੱਤੇ ਗੁਫ਼ਤਗੂ ਸੁਣ ਲਓ, ਤੇ ਜੇ ਤੁਸੀਂ ਇਹ ਆਖਿਆ ਕਿ ਫੇਰ ਗੁਫ਼ਤਗੂ ਹੈ, ਤੇ ਮੈਂ ਵੜੈਚ ਸਾਹਿਬ ਤੁਹਾਡੇ ਕੋਲ ਸਾਰੀ ਨਾ ਬਰਾੜ ਦੇ ਸਾਹਮਣੇ 17 ਬੰਦਿਆਂ ਸਾਹਮਣੇ ਮਾਫੀ ਮੰਗਾਂਗਾ। ਨਬੀ अलैहिस्सलातो वस्सलाम ਨੂੰ ਜਾਣ ਬੁੱਝ ਕੇ ਐਸੇ ਲਫ਼ਜ਼ ਕਹੇ ਜਾ ਰਹੇ ਸਨ ਜਿਹੜੇ ਤਕਲੀਫ ਦੇ ਲਫ਼ਜ਼, ਨਾ ਈਸਾਈਆਂ ਦਾ ਲੈ ਕੇ ਉਹ ਲਫ਼ਜ਼ ਜਿਹੜੇ ਅਸੀਂ ਮਿਰਜ਼ਾ ਸਾਹਿਬ ਨੂੰ ਆਖਦੇ ਨਾ, ਉਸ ਤੋਂ ਉਹਨੂੰ ਦੋ ਨਾ ਦਰਬ ਦੇ ਲਓ। ਜੇ ਉਸਮਾਨ ਡਾਰ ਦੀ ਕਿਸੇ ਨੇ ਰਿਕਾਰਡਿੰਗ ਕੀਤੀ ਹੈ, ਉਹ ਜਾ ਕੇ ਜ਼ਰੂਰ ਵੇਖਿਆ ਜੇ, ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਜਿਹੜੇ ਬੰਦੇ ਕਾਦੀਆਨੀ ਨੇ ਇਹ ਕੀ ਇਸਲਾਮ ਨੂੰ ਸਮਝਦੇ ਨੇ ਤੇ ਪੈਗੰਬਰ ਇਸਲਾਮ ਨੂੰ ਕੀ ਸਮਝਦੇ। ਜਿਹੜਾ ਲਫ਼ਜ਼ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਅਸੀਂ ਇਸਤੇਮਾਲ ਤੇ ਦਰਕਨਾਰ, ਜ਼ਬਾਨ ਤੇ ਲਿਆਵਣਾ ਤੇ ਦਰਕਨਾਰ, ਦਿਮਾਗ 'ਚ ਨਹੀਂ ਆਵਣ ਦਿੰਦੇ ਆ, ਉਹ ਲਫ਼ਜ਼ ਉਹ ਬੰਦਾ ਚਿੱਤ ਕੇ ਬਾਰ-ਬਾਰ ਕਹਿ ਰਿਹਾ ਸੀ, ਔਰ ਉਸਮਾਨ ਡਾਰ ਨੂੰ ਸਿਰਫ ਤੈਸ਼ ਦਵਾਉਣ ਵਾਸਤੇ ਕਹਿ ਰਿਹਾ ਸੀ। ਇਹ ਨਹੀਂ ਕਿ ਉਸਮਾਨ ਡਾਰ ਬਦਲੇ 'ਚ ਮਿਰਜ਼ਾ ਸਾਹਿਬ ਨੂੰ ਕਜ਼ਾਬ ਦੇ ਜਾਲ ਪਿਆ ਦਿੱਤਾ। ਮੈਂ ਅੱਧਾ ਘੰਟਾ ਸੁਣਦਾ ਰਿਹਾ ਉਸਮਾਨ ਡਾਰ ਤੇ ਉੱਥੇ ਇੱਕ ਵਾਰੀ ਆਦਾ ਮਿਰਜ਼ਾ ਸਾਹਿਬ ਕਜ਼ਾਬ ਦੇ ਜਾਲ ਨੇ, ਉਹਨੇ ਕਿੱਕ ਮਾਰਨੀ ਸੀ ਉਸਮਾਨ ਡਾਰ ਦੇ ਕੰਡ 'ਚ, ਤੇ ਚੱਲ ਦੌੜੇ ਤੂੰ। ਉਸਮਾਨ ਡਾਰ ਅੱਗੋਂ ਬੋਲਦਾ ਹੀ ਨਹੀਂ ਸੀ ਪਿਆ, ਉਹ ਨਬੀ ਪਾਕ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢਦਾ ਸੀ ਪਿਆ। ਉਹ ਭਾਈ ਅੱਲਾਹ, ਜੇ ਬਾਬਰ ਭਾਈ ਥੱਲੇ ਸੁਣਦੇ ਨੇ ਪਏ, ਉਹ ਦੱਸਣ ਦੇ ਉਹਨਾਂ ਰਿਕਾਰਡਿੰਗ ਅਗਰ ਕੀਤੀ ਹੈ ਜਾਂ ਉਹਨਾਂ ਦੇ ਕਿਹੜੇ ਚੈਨਲ ਤੇ ਅਪਲੋਡ ਹੋਈ ਹੈ, ਤੇ ਮੈਂ ਤੁਹਾਨੂੰ ਪਹੁੰਚਾ ਦਿੰਦਾ ਵਾਂ, ਉਹ ਵੇਖੋ, ਤੁਹਾਨੂੰ ਪਤਾ ਲੱਗੇ ਕਿ ਕਿੰਨੀ ਨਫ਼ਰਤ ਇਹਨਾਂ ਦੇ ਦਿਲ ਦੇ ਵਿੱਚ ਇਸਲਾਮ ਔਰ ਪੈਗੰਬਰ ਇਸਲਾਮ ਦੇ ਬਾਰੇ। ਇੱਕ ਜਿਹੜੀ ਹੈ ਨਾ, ਇਹ ਜਿਹੜਾ ਥੋੜਾ ਤਰੀਕਾ ਵਾਰਦਾਤ ਹੁੰਦਾ ਹੈ ਇਹਨਾਂ ਦੇ ਦਿਲ ਵਿੱਚ ਇਹ ਤੁਹਾਡੀ ਕਮਜ਼ੋਰੀ ਨੂੰ ਜ਼ਾਹਿਰ ਕਰਦਾ ਹੈ। ਹਰ ਬੰਦਾ ਆਵਾਜ਼ ਨਹੀਂ ਵੀ ਆਉਂਦੀ, ਵੜੈਚ ਸਾਹਿਬ ਆਵਾਜ਼ ਨਹੀਂ ਇਹ ਹੋਈ ਆਉਂਦੀ ਹੈ ਨਾ ਕਿ ਇਹਨਾਂ ਦੇ ਦਿਲ ਵਿੱਚ ਇਹ ਤੇ ਤੁਸੀਂ ਮਾਫ ਨਹੀਂ ਕਰਦੇ ਹਜ਼ਰਤ ਮਿਰਜ਼ਾ ਸਾਹਿਬ ਨੂੰ, ਜਿਨ੍ਹਾਂ ਦੀਆਂ 83 ਕਿਤਾਬਾਂ ਦੇ ਵਿੱਚ ਜਗ੍ਹਾ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ, ਉਹਨਾਂ ਦੀ ਗੁਲਾਮੀ ਦਾ ਜ਼ਿਕਰ, ਔਰ ਉਹਨਾਂ ਦਾ ਜਿਹੜਾ ਦਾਅਵਾ ਹੈ ਉਹ ਵੀ ਉਸ ਗੁਲਾਮੀ ਤੋਂ ਬਾਹਰ ਨਹੀਂ ਹੋ ਸਕਦਾ। ਔਰ ਸਭ ਤੋਂ ਵੱਡੀ ਗੱਲ ਇਹ ਕਿ ਸਾਡੇ ਬੱਚੇ ਜਿਹੜੇ ਨੇ, ਕਿਆ ਅਸੀਂ ਬੱਚਿਆਂ ਨੂੰ ਝੂਠ ਸਿਖਾਉਣਾ, ਝੂਠ ਦੱਸਣਾ? ਔਰ ਸਿਹਤ ਦੇ ਮਸਲੇ, ਕਿਆ ਇੱਕ ਬੰਦਾ ਪੜ੍ਹਿਆ ਲਿਖਿਆ ਇਸ ਟਾਈਮ ਹਾਲਾਂਕਿ ਜਮਾਤ ਅਹਿਮਦੀਆ ਦੇ ਵਿੱਚ ਲਿਟਰੇਸੀ ਰੇਟ ਕੰਪੇਅਰ ਟੂ ਪਾਕਿਸਤਾਨ ਦੇ ਹਵਾਲੇ ਨਾਲ ਦੇਖਿਆ ਜਾਏ ਤਾਂ ਦੂਸਰਿਆਂ ਨੂੰ ਕਈ ਗੁਣਾ ਜ਼ਿਆਦਾ ਹੈ। ਕਿਆ ਪੜ੍ਹ ਕੇ ਤੇ ਇਹ ਚੀਜ਼ਾਂ ਸਿੱਖਣੀਆਂ ਨੇ ਕਿ ਫੇਥ ਨੂੰ ਕਿਸ ਤਰ੍ਹਾਂ ਜਿਹੜਾ ਵੀ ਉਹ ਝੂਠ ਬੋਲ ਕੇ ਤੁਸੀਂ ਉਹਨਾਂ ਗੱਲਾਂ 'ਤੇ ਯਕੀਨ ਕਰਨਾ। ਇਸ ਵਜ੍ਹਾ ਤੋਂ ਇਹ ਤੇ ਬੇਇਮਾਨੀ ਦੇ ਇਲਜ਼ਾਮਾਤ ਹੁੰਦੇ ਨੇ। ਜ਼ਾਤੀ ਤੌਰ 'ਤੇ ਕੋਈ ਵੀ ਅਗਰ ਤਜਾਵਜ਼ ਕਰਦਾ ਹੈ ਤਾਂ ਉਹ ਉਸਦੀ ਜ਼ਾਤ ਤੱਕ ਮਹਿਦੂਦ ਹੁੰਦਾ ਹੈ, ਲੇਕਿਨ ਇਹ ਇਸ ਤਰ੍ਹਾਂ ਪੋਰਟਰੇਟ ਕਰਨਾ ਕਿ ਤੁਹਾਡਾ ਮਜ਼ਹਬ ਦੀ ਇਹ ਤਾਲੀਮਾਤ ਨਹੀਂ ਹੈ, ਤੁਹਾਡੇ ਵਿੱਚ ਇਹ ਤਾਲੀਮਾਤ ਨੇ, ਤੇ ਫਿਰ ਤਾਂ ਅਹਿਮਦੀ ਹੋ ਹੀ ਨਹੀਂ ਸਕਦਾ। ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਜਿਹੜਾ ਉਹ ਹਜ਼ਰਤ ਮਿਰਜ਼ਾ ਸਾਹਿਬ ਦੇ ਕੀ ਕਹਿੰਦੇ ਨੇ, ਇਹ ਨਹੀਂ ਗੱਲ ਦਾਅਵਾ ਉਹ ਹੀ ਨਹੀਂ ਉਹਨੇ ਮੰਨਿਆ ਜਾਂ ਕਬੂਲ ਕੀਤਾ। ਹੁਣ ਮੈਨੂੰ ਜਵਾਬ ਦੇਣ ਦਿਓ, ਹੁਣ ਮੈਨੂੰ ਜਵਾਬ ਦੇਣ ਦਿਓ। ਗੱਲ ਇਹਦੇ ਬਰਕਸ ਹੈ ਵੜੈਚ ਸਾਹਿਬ, ਜਿਹੜੀ ਤੁਸੀਂ ਪੇ ਕਰਦੇ ਹੋ ਨਾ, ਗੱਲ ਇਹਦੇ ਬਰਕਸ ਹੈ। ਔਰ ਉਹ ਗੱਲ ਇਹ ਵੇ ਕਿ ਤੁਸੀਂ ਕਹਿੰਦੇ ਹੋ ਕਿ ਮਿਰਜ਼ਾ ਸਾਹਿਬ ਨੂੰ ਵੀ ਨਹੀਂ ਤੁਸੀਂ ਬਖਸ਼ਦੇ, ਬਿਲਕੁਲ ਸਹੀ ਗੱਲ ਹੈ। ਅਸਲ ਮੁਜਰਮ ਹੈ ਨਹੀਂ ਮਿਰਜ਼ਾ ਸਾਹਿਬ ਨੇ, ਜਿਹੜੇ ਤੁਸੀਂ ਬੰਦੇ ਹੋ ਨਾ, ਤੁਸੀਂ ਮਿਰਜ਼ਾ ਸਾਹਿਬ ਦੀ ਤਾਲੀਮ ਨੂੰ ਸਹੀ ਸਰ ਜਾਣਦੇ ਨਹੀਂ। ਜਿਹੜੇ ਮਿਰਜ਼ਾ ਸਾਹਿਬ ਦੀ ਤਾਲੀਮ ਨੂੰ ਸਹੀ ਜਾਣਦੇ ਨੇ ਨਾ, ਉਹ ਨੇ ਇਮਰਾਨ ਕਾਲੋਂ, ਸਲੀਮ ਮੀਰ, ਜੱਜਾ, ਇਹ ਹੁਣ 112 ਥੋੜਾ ਪਿਛਾਂ ਹਟ ਗਿਆ ਵੇ ਨਾ ਮਿਰਜ਼ਾ ਸਾਹਿਬ ਦੀ ਤਾਲੀਮ ਤੋਂ। ਅਸਲ ਮਿਰਜ਼ਾ ਸਾਹਿਬ ਦੀ ਤਾਲੀਮ ਤੇ ਇਹ ਬੰਦੇ ਨੇ ਕਿ ਬਈ ਜੇ ਮਿਰਜ਼ਾ ਸਾਹਿਬ ਝੂਠੇ ਨੇ ਨਾ, ਤੇ ਫਿਰ ਇਹਨਾਂ ਪੈਗੰਬਰਾਂ ਦੀ ਇੱਜ਼ਤ ਕਰਨ ਦੀ ਕਿਹੜੀ ਲੋੜ ਹੈ? ਜਿਹੜਾ ਲਫ਼ਜ਼
ਮਿਰਜ਼ਾ ਸਾਹਿਬ ਦੇ ਬਾਰੇ ਕਿਹਾ ਜਾ ਸਕਦਾ ਹੈ, ਉਹ ਅਲਲ ਐਲਾਨ ਕਹਿੰਦਾ ਹੈ ਕਿ ਨਬੀ ਪਾਕ ਦੇ ਬਾਰੇ ਕਿਉਂ ਨਹੀਂ ਕਿਹਾ ਜਾ ਸਕਦਾ। ਔਰ ਉਹ ਇੰਜ ਚਿੱਤ ਕੇ ਦੁਹਰਾ ਕੇ ਉਹ ਲਫ਼ਜ਼ ਕਹਿ ਰਿਹਾ ਸੀ। ਮੈਂ ਤੁਹਾਨੂੰ ਵਡਾਇ ਸਾਹਿਬ, ਮੈਂ ਤੁਹਾਡੀ ਜ਼ਾਤ ਦੀ ਗੱਲ ਨਹੀਂ ਕੀਤੀ, ਮੈਂ ਤੁਹਾਨੂੰ ਆਖਿਆ ਕਿ ਤੁਸੀਂ ਸਹੀ ਉਂਝ ਦੇ ਮਿਰਜ਼ਾ ਸਾਹਿਬ ਦੇ ਪੈਰੋਕਾਰ ਨਹੀਂ ਹੈ। ਹੋਰ ਵੀ ਬਹੁਤ ਸਾਰੇ ਬੰਦੇ ਹੋਣਗੇ, ਉਹ ਨਹੀਂ ਹੋਣਗੇ। ਜਿਹੜੇ ਸਹੀ ਮਿਰਜ਼ਾ ਸਾਹਿਬ ਦੇ ਪੈਰੋਕਾਰ ਨੇ ਉਹ ਇਹੋ ਕੁਝ ਨੇ, ਉਹਨਾਂ ਦੀ ਤਾਲੀਮ ਇਹੋ, ਉਹਨਾਂ ਦੀ ਤਰਬੀਅਤ ਇਹੋ ਕੁਝ। ਸਰ ਤੁਹਾਡੀ ਤਰਬੀਅਤ ਕਿਉਂ ਇੰਜ ਦੀ ਨਰਮ ਹੋਈ ਹੈ, ਜਾਂ ਤੁਸੀਂ ਕਿਉਂ ਡਰ ਜਾਂਦੇ ਹੋ ਉਹ ਲਫ਼ਜ਼ ਬੋਲਦੇ ਆ ਜਾਂ ਸ਼ਾਤਮੀਅਤ ਕਰਦੇ ਆ? ਅਗਰ ਡਰ ਜਾਂਦੇ ਹੋ ਤਾਂ ਉਹਦੀ ਵਜ੍ਹਾ ਇਹ ਵੇ ਕਿ ਮਜਮੂਈ ਤੌਰ ਤੇ ਅਗਰ ਦੇਖਿਆ ਜਾਏ ਨਾ, ਤੇ ਜਿਹੜੇ ਤੁਸੀਂ ਵੀ ਹੋ ਤਾਂ ਤੁਸੀਂ ਵੀ ਆਏ ਤਾਂ ਮੁਸਲਮਾਨਾਂ ਦੇ ਮੁਆਸ਼ਰੇ 'ਚ ਹੀ ਨਾ ਉੱਠ ਕੇ। ਆਲੇ ਦੁਆਲੇ ਸਪੀਕਰਾਂ ਤੇ ਦਰੂਦ ਪੜ੍ਹਨ ਹੁੰਦੇ ਸੀ, ਨਬੀ ਪਾਕ ਦੀਆਂ ਨਾਤਾਂ ਪੜ੍ਹਨ ਹੁੰਦੀਆਂ ਸੀ। ਤੁਸੀਂ ਬੱਚਿਆਂ 'ਚ, ਮੁਸਲਮਾਨਾਂ ਦੇ ਬੱਚਿਆਂ 'ਚ ਜਿਸੇ ਖੇਡਦੇ ਸੀ, ਤੁਸੀਂ ਉਹਨਾਂ ਕੋਲ ਗੱਲਾਂ ਸੁਣਦੇ ਸੀ। ਨਬੀ ਪਾਕ ਦੇ ਸੀਰਤ ਦੇ ਜਲਸੇ ਜਾਂ ਸਕੂਲਾਂ 'ਚ ਪ੍ਰੋਗਰਾਮ ਹੁੰਦੇ ਸੀ। ਤੁਹਾਡੇ ਜ਼ਿਹਨ 'ਚ ਨਬੀ ਪਾਕ ਦੀ ਉਂਝ ਦੀ ਤੋਹੀਨ ਨਹੀਂ ਹੈ ਜਿੰਜ ਦੀ ਇਹਨਾਂ ਦੇ ਟ੍ਰੇਨਡ ਲੋਕਾਂ ਦੇ ਦਿਮਾਗਾਂ ਦੇ ਵਿੱਚ ਗੰਦ ਭਰਿਆ। ਇਹ ਫਰਕ ਹੈ। ਤੁਸੀਂ ਆਂਦੇ ਹੋ ਬੰਦਾ ਅਹਿਮਦੀ ਨਹੀਂ ਹੋ ਸਕਦਾ, ਮੈਂ ਕਹਿੰਦਾ ਤੁਸੀਂ ਅਹਿਮਦੀ ਨਹੀਂ ਆਏ, ਜਿਹੜੇ ਅਸਲ ਅਹਿਮਦੀ ਨਹੀਂ ਆਏ ਹੀ ਨੇ। ਨਹੀਂ, ਉਹ ਤੁਸੀਂ ਅਸਲ ਜਿਹੜਾ ਇਲਜ਼ਾਮ ਲਗਾਉਣਾ। ਅਮਰ ਭਾਈ ਹੁਣ ਵੀ ਬਰਾੜ ਲੱਗੀ ਹੈ ਇੱਕ ਰਾਜਪੁਰ ਪੱਟੀ ਦੀ, ਤੇ ਉੱਥੇ ਬੈਠੇ ਨੇ ਜੱਟ ਜੁੱਟ ਰੀ ਖਾਤੂਨ ਨੂੰ ਲੱਗੇ ਨੇ ਗਾਲਾਂ ਕੱਢਣ, ਉਹਦੀ ਤਸਵੀਰ ਲਾਈ। ਮੈਂ ਵੀਡੀਓ ਵਿਖਾਣੀ ਚਾਹੁੰਦਾ, ਮੈਂ ਮੌਲਵੀ ਸਾਹਿਬ ਨੂੰ ਆਪਣਾ ਆਮਰ ਭਾਈ ਮੌਲਵੀ ਸਾਹਿਬ ਨੂੰ ਇੱਕ ਵੀਡੀਓ ਵਿਖਾਣਾ ਚਾਹੁੰਦਾ। ਮੈਂ 1 ਮਿੰਟ ਸਿਰਫ ਹੋਲਡ ਕਰਦਾ ਪਲੀਜ਼। ਲਗਾਣਾ ਸੀ ਤੁਸੀਂ ਲਗਾ ਦਿੱਤਾ, ਲੇਕਿਨ ਅਸੀਂ ਸਾਡੀ ਇਹ ਵੀਡੀਓ ਸੁਣ ਲੈਣਾ ਜੀ ਮੌਲਵੀ ਸਾਹਿਬ, ਇਹ ਵੀਡੀਓ ਸੁਣ ਲੈਣਾ। ਤੁਸੀਂ ਜਾ ਕੇ ਨਮਾਜ਼ ਪੜ੍ਹਦਾ ਸਾਂ, ਬਾਕੀ ਨੂੰ ਵੀ ਸੁਣਿਆ, ਇੱਥੇ ਵੀ ਸੁਣਿਆ, ਔਰ ਬੜਾ ਕਰੀਬੀ ਤੌਰ ਤੇ ਜਾਣਦਾ ਵਾਂ। ਜਮਾਤ ਅਹਿਮਦੀਆ ਦੀ ਵੀ ਮੁਹੱਬਤ ਆਪ ਸੱਲੱਲਾਹੁ ਅਲੈਹਿ ਵਸੱਲਮ ਨਾਲ, ਔਰ ਬਾਕੀਆਂ ਦੀ ਵੀ ਜਾਣਦਾ ਵਾਂ। ਇਸ ਵਜ੍ਹਾ ਤੋਂ ਇਹ ਚੀਜ਼ਾਂ ਤੋਂ ਉਸ ਨੂੰ ਦੱਸੋ ਕਿ ਜਿਹੜਾ ਕੋਈ 1 ਮਿੰਟ ਰਾਣਾ ਸਾਹਿਬ ਦੀ ਵੀਡੀਓ, 1 ਮਿੰਟ ਰਾਣਾ ਸਾਹਿਬ ਦੀ ਵੀਡੀਓ ਦੇਖ ਲਈ। ਇਹ ਵੀਡੀਓ ਵੱਡੀ ਕਰਨਾ ਜਰਾ ਆਪਣਾ ਅਮਰ ਭਾਈ। ਅੱਜ ਹੀ ਮੈਂ ਇੱਕ ਦੋਸਤ ਨੇ ਮੈਨੂੰ ਫਾਲੋ ਕੀਤਾ ਤੇ ਮੈਂ ਵੇਖਾਂ ਕੌਣ ਅਹਿਮਦੀ ਤੇ ਨਹੀਂ, ਤੇ ਉਹ ਵੀਡੀਓ ਲਾਈ ਸੀ ਉਹਨਾਂ ਨੇ ਤੇ ਮੈਨੂੰ ਬੜੀ ਅੱਛੀ ਲੱਗੀ ਤੇ ਮੈਂ ਤੁਹਾਨੂੰ ਘੱਲਣ ਲੱਗਾ ਜੇ। ਆ ਦੇਖਣਾ ਜਰਾ, ਸਿਰਫ 1 ਮਿੰਟ ਤੇ 13 ਸੈਕਿੰਡ ਦੀ ਹੈਗੀ ਜੇ। ਇਹ ਰਜ਼ੀ ਮਰਬੀ ਦਿਲ ਸਾਜ਼ ਤੋਂ ਸੁਣਦਾ ਮੌਲਵੀ ਸਾਹਿਬ ਜਵਾਬ ਦਿਓ ਜਰਾ ਇਹਦਾ, ਮਰਬੀ ਕੀ ਕਹਿ ਰਿਹਾ ਹੈ? ਭਾਈ ਮੇਰੇ ਅਗਰ ਕਿਸੇ ਨਹੀਂ ਸਮਝਿਆ ਤਾਂ ਮਰਬੀ ਜਿਹੜਾ ਉਹ ਇਹ ਕਹਿ ਰਿਹਾ ਕਿ ਮੈਨੂੰ ਤਕਲੀਫ ਹੁੰਦੀ ਹੈ ਜਿਸ ਤੁਸੀਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕਹਿੰਦੇ ਹੋ। ਹਾਂਜੀ ਹਾਂਜੀ, ਇਹ ਮਰਬੀ ਕਹਿ ਰਿਹਾ ਵਾ। ਮੈਂ ਉਹੀ ਕਹਿ ਰਿਹਾ ਕਿ ਤੁਸੀਂ ਕਿਸੇ ਅਹਿਮਦੀ ਦੇ ਅੱਗੇ ਵੀਡੀਓ ਪੇਸ਼ ਕਰੋਗੇ ਤਾਂ ਤੁਹਾਡੀ ਅਕਲ ਤੇ ਮਾਤਮ ਹੀ ਕਰ ਸਕਦਾ। ਨਹੀਂ, ਇਹ ਅਹਿਮਦੀ ਮਰਬੀ ਦੇਖੋ ਨਾ ਕੀ ਕਹਿ ਰਿਹਾ ਕਿ ਜਦੋਂ ਤੁਸੀਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕਹਿੰਦੇ ਸਾਨੂੰ ਤਕਲੀਫ ਹੁੰਦੀ ਹੈ। ਬੰਦਾ ਮਾਤਮ ਹੀ ਕਰ ਸਕਦਾ, ਮੇਰੇ ਕੋਲ ਹੋਰ ਅਲਫਾਜ਼ ਇਸ ਤੇ ਅੱਗੇ ਕੁਝ ਨਹੀਂ ਕਹੇ ਜਾ ਸਕਦੇ। ਤੇ ਮਾਤਮ ਕਰੋ ਨਾ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਇਸ ਤਰ੍ਹਾਂ ਦੇ ਹੈ ਹੀ ਨਹੀਂ। ਕਰ ਰਹੇ ਆ, ਤੁਹਾਡੀ ਅਕਲ ਤੇ ਮਾਤਮ ਹੀ ਕਰਨਾ। ਨਹੀਂ ਬੜਾ ਅੱਛਾ, ਉਹਦੀ ਅਕਲ ਦਾ ਮਾਤਮ ਨਹੀਂ ਕਰਨਾ। ਰਾਣਾ ਸਾਹਿਬ ਠੀਕ ਆ ਗਿਆ ਤੁਹਾਡਾ। ਵਡਾਇ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? भाई पूरी इस तरह वडैर साहब कहना चाहते हैं कि वीडियो तुम आप बनाई है, बनाए और उससे काट के दे छड़े और आखे के ते कमेंट करो। वो अकल वाला बंदा के ਇਹਦੇ ਤੇ ਕੀ ਕਮੈਂਟ ਕਰੇ? यानी ਤੁਸੀਂ ਸਮਝੋ ਐਡਿਟ ਹੋਈ ਹੈ ਬਾਈ ਮੁਖਤਸਰ ਨਾ ਐਡਿਟ ਦਾ ਮੁਰਾਦ ਇਹ ਨਹੀਂ ਹੁੰਦੀ ਕਿ ਤੁਸੀਂ ਨਹੀਂ ਮੇਰੀ ਗੱਲ ਸੁਣੋ, ਮੁਖਤਸਰ ਹੋਵੇ ਜਾਂ ਲੰਬੀ ਹੋਵੇ, ਕਿਆ ਉਹਨੇ ਲਫ਼ਜ਼ ਕਹੇ ਨੇ ਕਿ ਨਹੀਂ ਕਿ ਬਈ ਜਿਸ ਵੇਲੇ ਉਹ ਬਾਬੇ ਹੋਰਾਂ ਨੇ ਆਖਿਆ ਕਿ ਜਿਸ ਤੋਂ ਮਿਰਜ਼ਾ ਸਾਹਿਬ ਨਾਲ ਇਸਲਾਮ ਆਖਣਾ ਹੈ ਤੇ ਇਟ ਹਰਟਸ ਟੂ ਮੀ, ਤੇ ਉਹਨੇ ਰਜ਼ੀ ਮਰਬੀ ਨੇ ਆਖਿਆ ਕਿ ਨਹੀਂ ਕਿ ਜਿਸ ਵੇਲੇ ਤੂੰ ਵੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆਖਣਾ ਤੇ ਇਹ ਮੈਨੂੰ ਵੀ ਹਰਟ ਕਰਦੇ ਨੇ। ਕੁਐਸਚਨ ਦੇ ਅੰਦਾਜ਼ ਨਾਲ ਜਿਹੜਾ ਇੱਥੋਂ ਫੀਲ ਹੋ ਰਿਹਾ, ਔਰ ਅੱਗੂ ਦਾ ਪਤਾ ਨਹੀਂ ਕੋਨੇ ਕੀ ਅਗਲੀ ਗੱਲ ਕੀਤੀ ਹੈ। ਸਵਾਲ ਨਹੀਂ ਕੀਤਾ। ਨਮਾਜ਼ के करीब मत जाओ, बस इसको ਬੜਾਇ ਸਾਹਿਬ ਯਕੀਨ ਹੈ। ਬਹਰਹਾਲ ਇਹ ਇੱਕ ਅਸੂਲੀ ਗੱਲ ਹੈ ਕਿ ਜਿਹੜੇ ਕਿਹੜਾ ਅਹਿਮਦੀ ਹੈ, ਮੈਂ ਅਸੀਂ ਇਹੀ ਤੇ ਆਨੇ ਨਾ ਕਿ ਇਹ ਤੁਸੀਂ ਉਸ ਬੰਦੇ ਨੂੰ ਦੱਸੋ ਜਿਹੜਾ ਕੋਈ ਬਾਹਰੋਂ ਅਸਮਾਨ ਤੋਂ ਡਿੱਗਿਆ ਜਾਂ ਕਿਸੇ ਹੋਰ ਸਿਆਰੇ ਤੇ। ਇੱਕ ਬੰਦਾ ਜਿਹੜਾ ਹੈ ਜਮਾਤ ਦੇ ਵਿੱਚ ਰਹਿੰਦਾ, ਹਰ ਵਕਤ ਰਹਿੰਦਾ, ਔਰ ਉਹ ਮਿਰਜ਼ਾ ਸਾਹਿਬ ਦੇ ਅਕੀਦੇ ਨੂੰ ਵੀ ਜਾਣਦਾ ਸਮਝਦਾ, ਔਰ ਉਸ ਤੋਂ ਬਾਅਦ ਐਸਾ ਇਲਜ਼ਾਮ ਲਗਾਇਆ ਜਾਏ ਤੇ ਫਿਰ ਉਹਦੀ ਅਕਲ ਤੇ ਮਾਤਮ ਉਹਦਾ ਜਵਾਬ ਬਣਦਾ ਹੀ ਕੋਈ ਨਹੀਂ।
ਠੀਕ ਹੈ, ਤੁਹਾਡਾ ਤੁਸੀਂ ਸਮਝਦੇ ਹੋ, ਤੁਸੀਂ ਮੈਂ ਤੁਹਾਡੇ ਕੋਲ ਅੱਲਾ ਦੇ ਹੁਕਮ ਨਾਲ ਜਵਾਬ ਹੈ ਹੀ ਨਹੀਂ ਹੈ ਸਿਵਾਏ ਆਈ ਬਾਈ ਸ਼ਾਈ ਦੇ। ਔਰ ਇੱਥੇ 10 ਗਵਾਹੀਆਂ ਮਿਲੀਆਂ ਕਿ ਤੁਸੀਂ ਝੂਠ ਵੀ ਬੋਲਦੇ ਹੋ, ਔਰ ਤੁਸੀਂ ਝੂਠ ਵੀ ਬੋਲਦੇ ਹੋ। 10 ਗਵਾਹੀਆਂ ਮਿਲੀਆਂ ਨੇ। ਛੋੜ ਦੋ ਰਾਣਾ ਸਾਹਿਬ, ਕੋਈ ਨਹੀਂ ਗੱਲ ਇਹ ਹੈ ਕਿ ਉਹਨਾਂ ਨੂੰ ਫੈਸਲਾ ਕਰਨ ਦੀ ਆਜ਼ਾਦੀ ਹੈ, ਉਹ ਇਹਨਾਂ ਲੋਕਾਂ ਨੂੰ ਪਸੰਦ ਕਰਨ ਜਾਂ ਇਹਨਾਂ ਦੇ ਮੁਖਾਲਫਾਂ ਨੂੰ ਪਸੰਦ ਕਰਨ। ਲੇਕਿਨ ਬਹਰਹਾਲ ਇਹ ਸਾਡਾ ਦਾਵਾ, ਇਹਨੂੰ ਕੋਈ ਮਾਂ ਦਾ ਲਾਲ ਝੁਟਲਾ ਨਹੀਂ ਸਕਦਾ ਕਿ ਜਿਹੜੇ ਇਹਨਾਂ ਦੇ ਐਕਸਪਰਟ ਮੁਰੱਬੀ ਨੇ, ਜਿਸ ਤਰ੍ਹਾਂ ਸਲੀਮ ਮੀਰ ਹੈ, ਇਹ ਸਲੀਮ ਮੀਰ ਜਿਹੜਾ ਨਾ, ਇਹ ਰਜ਼ੀ ਇਹਨੂੰ ਉਸਤਾਦ ਆਖਦਾ ਹੈ, ਇਹ ਉਹਦੇ ਤੋਂ ਬਹੁਤ ਉੱਪਰ ਹੈ। ਜਿਹੜਾ ਰਜ਼ੀ ਨੇ ਆਖਿਆ ਨਾ ਕਿ ਇਟ ਹਰਟਸ ਟੂ ਮੀ ਐਜ਼ ਵੈਲ ਵੈਨ ਯੂ ਸੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਇਹਦਾ ਇਹ ਉਸਤਾਦ ਹੈ ਜਿਹੜਾ ਅੱਜ ਨਬੀ ਪਾਕ ਦੇ ਨਾਲ ਉਹ ਲਫ਼ਜ਼ ਇਸਤੇਮਾਲ ਪਿਆ ਕਰਦਾ ਸੀ, ਜਿਹੜੇ ਮੈਂ ਦੁਹਰਾ ਵੀ ਨਹੀਂ ਸਕਦਾ। ਸਿਰਫ ਉਹ ਵੀਡੀਓ ਜਾ ਕੇ ਸੁਣ ਲਓ। ਮੈਂ ਅੱਜ ਦੀ ਗੱਲ ਕੀਤੀ, ਕੋਈ ਸਾਲ ਦੀ ਗੱਲ ਨਹੀਂ। ਆਮਰ ਨਜ਼ੀਰ ਸਾਹਿਬ ਕੋਈ ਇਹ ਨਹੀਂ ਕਿ 2 ਮਿੰਟ ਬੋਲਦੇ ਨੇ ਜਾਂ 10 ਮਿੰਟ ਬੋਲਦੇ ਨੇ। ਕੱਲ ਉਹਨੇ ਕੁਝ 6 ਘੰਟੇ ਤੇ ਮੇਰਾ ਖਿਆਲ ਹੈ ਸਲੀਮ ਮੀਰ ਸਾਹਿਬ ਨੇ ਆਪਣੀ ਬਰਾਤ ਚਲਾਈ ਹੈ। ਆਖਰੀ ਜਦੋਂ ਮੈਂ ਵਾਪਸ ਆ ਰਿਹਾ ਸਾਂ, ਮੈਂ ਉਹਦੇ ਤੋਂ ਵਕਤਨ ਸੁਣਦਾ ਵੀ ਰਿਹਾ। ਦੋਨੋਂ ਕਦੀ ਉਹਦੀ ਬਰਾਤ ਸੁਣ ਲਈ ਸੀ, ਕਦੀ ਜਿਹੜੇ ਬੁਲਾ ਲੈਣੀ ਸੀ। ਯਾਰ ਉਸਮਾਨ ਡਾਰੇ ਤੇ ਹੈ ਨਹੀਂ ਕਿਰੇ ਥੱਲੇ ਸੱਜੇ ਖੱਬੇ ਵੇਖੋ। ਮਤਲਬ ਮੈਂ ਉਹਦੀ ਜਿਹੜੀ ਬਰਾਤ ਸੁਣ ਰਿਹਾ ਸਾਂ, ਮੈਂ ਸਮਝਦਾ ਯਾਰ ਉਹ ਇਤਨਾ ਕੰਮ ਕਰ ਰਿਹਾ ਹੈ, ਤੁਹਾਨੂੰ ਵੀ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਕਿਤਨਾ ਇਲਮੀ ਕਿਤਾਬਾਂ ਨਹੀਂ, ਕੰਮ ਬਹੁਤ ਕਰ ਰਿਹਾ ਹੈ, ਬਹੁਤ ਅੱਛਾ ਕੰਮ ਕਰ ਰਿਹਾ ਹੈ ਕਿ ਉਹ ਤਬਰੀ ਪੜ੍ਹ ਕੇ ਸੁਣਾ ਰਿਹਾ, ਕਿਉਂਕਿ ਇਹਨੇ ਵਿਚਾਰੇ ਨੇ ਪਹਿਲੀ ਵਾਰੀ ਪੜ੍ਹੀ ਹੈ। ਲੋਕਾਂ ਐਮਏ ਹਿਸਟਰੀ ਆਫ ਇਸਲਾਮ ਚ ਕੀਤਾ, ਇਹਨੇ ਪਹਿਲੀ ਵਾਰੀ ਤਬਰੀ ਪੜ੍ਹੀ ਹੈ ਤੇ ਕੰਮ ਤਾਂ ਬਹੁਤ ਕਰ, ਮਿਹਨਤ ਬਹੁਤ ਕਰ ਰਿਹਾ। ਨਹੀਂ, ਹੋਰ ਵੀ ਬਹੁਤ ਸਾਰੀਆਂ, ਔਰ ਬਿਲਾ ਤਖਸੀਸ ਕਿਸੇ ਵੀ ਮਜ਼ਹਬ ਤੋਂ ਉਹ ਕਿਤਾਬਾਂ ਦਾ ਜ਼ਖੀਰਾ ਇਤਨੀ ਤੁਹਾਨੂੰ ਉੱਥੋਂ ਰੈਫਰੈਂਸ ਮਿਲ ਜਾਣਾ, ਜਿਹੜਾ ਕਰਦੀਆਂ ਇੱਕ ਤੁਹਾਡੀਆਂ ਨਸਲਾਂ ਨੇ ਉਸ ਤੋਂ ਫਾਇਦਾ ਉਠਾਉਣਾ। ਸਰ ਵੜੈਚ ਸਾਹਿਬ, ਮੈਂ ਪਿਆਨਾ ਕੋਈ ਕਹਿੰਦੀ ਆ ਬਿਲਾ ਤਖਸੀਸ, ਬੇਸ਼ੱਕ ਬਰੇਲਵੀ ਮਸਲਾ ਫਿਕਰ ਦੀਆਂ ਉਹ ਕਰਾਚੀ, ਮੈਂ ਕਹਿੰਦਾ ਜੋ ਮਰਜ਼ੀ ਪਿਆ ਕਰੇ ਵੜੈਚ ਸਾਹਿਬ, ਵਨ ਮੈਨ ਆਰਮੀ। ਜਦੋਂ ਉਸ ਬੰਦੇ ਨੇ ਨਬੀ ਅਲੈਹਿਸਸਲਾਤੁ ਵਸਲਾਮ ਦੀ ਐਨੀ ਸਖਤ ਤੋਹੀਨ ਕਰਨੀ ਸ਼ੁਰੂ ਕੀਤੀ ਹੈ ਕਿ ਰਾਜਪਾਲ ਦੀ ਕਿਤਾਬ ਪੜ੍ਹ ਕੇ ਵੀ ਇਹ ਉਹਦਾ ਕਾਲਜਾ ਠੰਡਾ ਨਹੀਂ ਪਿਆ ਹੁੰਦਾ, ਤੇ ਇਹ ਨਬੀ ਪਾਕ ਦੇ ਬਾਰੇ ਇਹ ਲਫ਼ਜ਼ ਪਿਆ ਹੁੰਦਾ ਜਿਹੜੇ ਮੈਂ ਜ਼ਬਾਨ ਤੇ ਨਹੀਂ ਲਿਆ ਸਕਦਾ, ਤੇ ਤੁਸੀਂ ਉਹਦੀ ਤਾਰੀਫ ਤੇ ਕਰਦੇ ਹੋ ਕਿ ਉਹਦੇ ਕੋਲ ਕਿਤਾਬਾਂ ਬੜੀਆਂ ਨੇ। ਜਾਨ ਲਗਾਉਂਦੇ ਹੋ ਕਿ ਉਹ ਮੈਂ ਸਾਰੀ ਗੁਫ਼ਤਗੂ ਜਿਹੜੇ ਉੱਥੇ ਮੌਜੂਦ ਸਨ, ਮੈਂ ਕਹਿੰਦਾ ਤੁਸੀਂ ਅੱਜ ਵਾਲੀ, ਮੈਂ 17 ਬੰਦਿਆਂ ਦੇ ਸਾਹਮਣੇ ਤੁਹਾਡੇ ਕੋਲ ਸਵੇਰੇ ਮਾਫੀ ਮੰਗ ਲਾਂਗਾ, ਅੱਜ ਵਾਲੀ ਗੁਫ਼ਤਗੂ ਸੁਣ ਲਓ ਉਹਦੀ ਉਸਮਾਨ ਡਾਰ ਦੀ, ਤਸਲੀਮ ਮੀਰ ਦੀ। ਮੈਂ ਤਕਰੀਬਨ ਅੱਧਾ ਘੰਟਾ ਹੀ ਉਦੋਂ ਤੋਂ ਜ਼ਿਆਦਾ ਸੁਣੀ ਹੈ, ਹੱਦ ਤੱਕ ਮੈਨੂੰ ਇੰਨੀ ਤਕਲੀਫ ਹੋਈ ਮੈਂ ਆਪਣੀ ਬਰਾਡ ਆਨ ਕਰ ਲਈ। ਉਹਨੂੰ ਮੈਂ ਇੰਨੀ ਵਾਰੀ ਸ਼ੇਅਰ ਕੀਤੀ ਉਸਮਾਨ ਡਾਰ ਨੂੰ ਉਤੋਂ ਕੱਢਣ ਵਾਸਤੇ ਕਿ ਮੈਂ ਕਦੇ ਕਿਸੇ ਬੰਦੇ ਨੂੰ ਨਹੀਂ ਆਖਿਆ ਵੀ ਬਰਾਡ ਤੇ ਆ ਜਾ, ਬਰਾਡ ਤੇ ਆ ਜਾ। ਕੋਈ ਸ਼ਾਇਦ ਉਹਦਾ ਮੈਸੇਜ ਪ੍ਰਾਈਵੇਟ ਚੈੱਕ ਕਰੋ, ਮੈਂ ਦਰਜਨ ਵਾਰੀ ਉਹਨੂੰ ਪ੍ਰਾਈਵੇਟ ਸ਼ੇਅਰ ਕੀਤੀ ਕਿ ਛੱਡ ਦੇ ਬਰਾਡ, ਛੱਡ ਦੇ, ਟੁਰਿਆ ਟੁਰਿਆ ਟੁਰਿਆ। ਇੰਨੀ ਸਖਤ ਤੋਹੀਨ ਕਰਨ ਲੱਗੇ ਸੀ। ਇਹ ਵੀ ਨਹੀਂ ਕਿ ਬਈ ਬਦਲੇ 'ਚ ਕੋਈ ਕਰ ਰਿਹਾ ਹੋਵੇ, ਇਹ ਤੇ ਬਦਲੇ 'ਚ ਕਹਿੰਦਾ ਨਾ ਪਿਆ ਕਿ ਤੂੰ ਮਿਰਜ਼ਾ ਸਾਹਿਬ ਦੇ ਬਾਰੇ ਅਲੈਹਿਸਲਾਮ ਸੁਣ ਕੇ ਤੇਰਾ ਦਿਲ ਹਟ ਹੁੰਦਾ ਤੇ ਮੈਂ ਨਬੀ ਪਾਕ ਦੇ ਬਾਰੇ ਸੁਣ ਕੇ ਹਟ ਹੋਣਾ। ਐਸਾ ਫਜ਼ੂਲ ਇਸ ਬਾਰੇ ਤੋਹੀਨ ਦੇ ਬਾਰੇ ਕਿ ਜਿਸ ਬੰਦੇ ਦੀ ਕਰਨੀ ਹੈ ਉਸ ਦਾ ਮਾਮਲਾ ਉਹਦੇ ਨਾਲ, ਉਹਦੇ ਤੇ ਜਿਸ ਨੇ ਵੀ ਅਗਰ ਇਰਾਦਾ ਵੀ ਕੀਤਾ ਨਾ ਤੇ ਉਹਦਾ ਵਬਾਲ ਉਹਦੇ ਤੇ ਵੀ। ਲੇਕਿਨ ਅਗਰ ਇਹਨੂੰ ਐਜ਼ ਏ ਟੂਲ ਦੇ ਤੌਰ ਤੇ ਇਸਤੇਮਾਲ ਕੀਤਾ ਜਾਏ ਜਿਵੇਂ ਤੁਸੀਂ ਕਰਦੇ ਹੋ, ਤੇ ਦੂਜਿਆਂ ਦੇ ਉੱਤੇ ਇਲਜ਼ਾਮ ਤਰਾਸ਼ੀ ਔਰ ਸਿਲੈਕਟਿਵ ਇਲਜ਼ਾਮ ਤਰਾਸ਼ੀ, ਯਾਨੀ ਕਿ ਉਸਮਾਨ ਡਾਰ ਆ ਗਿਆ, ਇੱਕ ਮਿੰਟ ਤੋਂ ਰੱਖ ਲਓ ਜੋ ਉਸਮਾਨ ਡਾਰ ਸਾਹਿਬ ਕੋਲ ਰਿਕਾਰਡਿੰਗ ਹੈ ਸੁਬਹ ਵਾਲੀ। ਇੱਕ ਅਮਰ ਭਾਈ ਰਿਕਾਰਡਿੰਗ ਜਿਹੜੀ ਹੈ ਨਹੀਂ ਨਿਕਲਣਾ ਮੌਲਵੀ ਸਾਹਿਬ ਦੇ ਮੂੰਹ ਚੋਂ। ਰਾਜਾ ਸਾਹਿਬ ਗੱਲ ਇੱਕ ਮਿੰਟ ਪੁੱਛਣ ਦਿਓ। ਅਮਰ ਭਾਈ ਰਿਕਾਰਡਿੰਗ ਜਿਹੜੀ ਹੈ ਦੋ ਬੰਦਿਆਂ ਕੋਲ ਹੈ, ਕੰਪਲੀਟ ਰਿਕਾਰਡਿੰਗ ਉਹਨਾਂ ਕੋਲ ਪਹੁੰਚ ਗਈ ਹੋਈ ਹੈ, ਤੇ ਉਹ ਮੇਰੇ ਕੋਲ ਕੁਝ ਦੇਰ ਤੱਕ ਆਏਗੀ, ਤੇ ਫਿਰ ਮੈਂ ਕੱਲ ਤੁਹਾਨੂੰ ਮੈਂ ਦੇ ਸਕਦਾ ਰਿਕਾਰਡਿੰਗ। ਇਸ ਟਾਈਮ ਨਹੀਂ ਹੈ ਕਿਉਂਕਿ ਰਿਕਾਰਡਿੰਗ ਹੋ ਗਈ। ਹਾਂਜੀ, ਅੱਛਾ, ਉਹ ਗੱਲ ਮੈਂ ਤਾਂ ਕਰਦਾ ਸਾਂ ਕਿ ਤੁਹਾਨੂੰ ਜਿਹੜੇ ਤੋਹੀਨ ਦੇ ਬਾਰੇ ਮੇਰਾ ਤੇ ਵਾਜ਼ਿਹ ਮੌਕਫ ਹੈ ਨਾ ਕਿ ਜਿਸ ਨੇ ਸੋਚਿਆ ਵੀ ਹੈ, ਜਿਹੜਾ ਇਰਾਦਾ ਵੀ ਕਰਦਾ ਹੈ, ਅੱਲਾਹ ਉਹਨੇ ਆਪਣੀ ਜਾਨ ਤੇ ਵਬਾਲ, ਉਹਦੀ ਜਾਨ ਤੇ ਵਬਾਲ ਕਬਰ ਦੇ ਵਿੱਚ ਆਪਣੀ ਜਿਹੜਾ ਆਜ਼ਾਦ ਉਹਨੇ ਵਸੀ ਕਰਨਾ ਜੋ ਵੀ ਹੈ। ਲੇਕਿਨ ਤੁਹਾਡਾ ਜਿਹੜਾ ਹੈ ਨਾ ਉਹ ਤੁਹਾਡੀ ਨੀਅਤ ਨਹੀਂ ਦਰੁਸਤ ਇਸ ਬਾਰੇ। ਅਗਰ ਤੁਹਾਡੀ ਨੀਅਤ ਦਰੁਸਤ ਹੋਵੇ ਤਾਂ ਕੋਈ ਸਿਲੈਕਟਿਵ ਤੁਹਾਡਾ ਵਿਕ ਹੰਟ ਨਾ ਹੋਵੇ। ਉਹ ਤੁਸੀਂ ਜਿਹੜਾ ਕੰਮ ਕਰਦੇ ਹੋ ਤੇ ਇਹਦਾ ਵੀ ਜਿਹੜਾ ਨੁਕਸਾਨ ਹੈ ਉਹ ਤੁਹਾਨੂੰ, ਤੁਸੀਂ ਉਹਨੂੰ ਸਮਝੋ ਜਾਂ ਨਾ ਸਮਝੋ, ਬਹਰਹਾਲ ਉਹਦਾ ਔਰ ਉਹਨੂੰ ਦਿਆਨਤਦਾਰੀ ਨਾਲ ਫਿਰ ਅਗਲਾ ਬੰਦਾ ਕਬੂਲ ਵੀ ਨਹੀਂ ਕਰਦਾ ਮੇਰੇ ਜਿਹਾ ਕਿ ਵਾਕਈ ਤੁਸੀਂ ਜਾਣਦਾਰ ਹੋ ਕਿਸੇ ਤੋਹੀਨ ਦੀਆਂ ਇਸੇ ਇਸ਼ੂਜ਼ ਦੇ ਬਾਰੇ ਕਿ ਤੁਹਾਡਾ ਇੱਕ ਮੌਕਫ ਹੈ ਇਹਦੇ ਖਿਲਾਫ। ਚਲੋ ਬੜਾ ਮੇਰਾ ਟਾਈਮ ਮੁੱਕ ਚੱਲਿਆ, ਲੇਕਿਨ ਮੈਂ ਸਿਰਫ ਇੰਨਾ ਕਹਿਣਾ ਸੀ ਕਿ ਮੈਂ ਤੁਹਾਨੂੰ ਹੀ ਮੁਨਸਬ ਬਣਾ ਕੇ ਤੇ ਤੁਹਾਨੂੰ ਹੀ ਵੀਡੀਓ ਵਿਖਾਉਣਾ ਚਾਹੁੰਦਾ ਵਾਂ ਤੇ ਤੁਹਾਡੇ ਕੋਲ ਸੁਣਨਾ ਚਾਹੁੰਦਾ। ਕਹਿ ਰਿਹਾ ਸੀ ਨਾ ਬਰਾਡ ਤੇ ਓਪਨਲੀ ਜਨਾਬ ਕਿ ਕੋਈ ਵੀ ਐਸਾ ਬੰਦਾ
ਜਿਹੜਾ ਸਿਰ ਤੋਂ ਲੈ ਕੇ ਪੈਰ ਤੱਕ ਦੂਜਿਆਂ ਦੇ ਅਕਾਬਰੀਨ ਦੀ ਤੋਹੀਨ ਕਰੇ, ਤਕਜ਼ੀਬ ਕਰੇ, ਔਰ ਉਹ ਫਿਰ ਮੇਰੇ ਕੋਲ ਆ ਕੇ ਇਸ ਬਾਰੇ ਫਤਵਾ ਲੇ, ਤੇ ਮੈਂ ਤੇ ਨਹੀਂ ਕਬੂਲ ਕਰਾਂਗਾ। ਤੁਸੀਂ ਸਾਰਾ ਦਿਨ ਬੈਠ ਕੇ ਮਿਰਜ਼ਾ ਸਾਹਿਬ ਭਾਈ ਦੇ ਵੜੈਚ ਗਾਲ ਸਾਹਿਬ ਉਹਨਾਂ ਦੇ ਸਾਡਾ ਮੂੰਹ ਕੀ ਨਾਲ ਕੰਪੈਰੀਜ਼ਨ ਤੁਹਾਡੇ ਨਾਲ? ਅਸੀਂ ਤਾਂ ਉਹਨਾਂ ਨੂੰ ਸਹੀ ਸਮਝਦੇ ਨਹੀਂ ਨਾ, ਅਸੀਂ ਤਾਂ ਉਹਨਾਂ ਦੀ ਤੋਹੀਨ ਕਰਨੇ ਜਿਨ੍ਹਾਂ ਨੂੰ ਅਸੀਂ ਮੁਜਰਮ ਤੇ ਗਲਤ ਸਮਝਦੇ ਹਾਂ। ਮੇਰੇ ਜਿਹਾ ਬੰਦਾ ਜਿਹਨਾਂ ਨੂੰ ਸਹੀ ਸਮਝਦਾ ਉਹ ਤੇ ਤੁਹਾਡੇ ਸਾਹਮਣੇ ਨਹੀਂ ਨਾ ਕੋਈ ਫਤਵਾ ਦੇਗਾ ਜਾਂ ਤੁਹਾਡੇ ਸਾਹਮਣੇ ਉਹ ਸਰਟੀਫਿਕੇਟ ਭਲਿਓ ਦੇਗਾ। ਮਾਨਸੋ, ਮੈਂ ਗੱਲ ਹੀ ਹੋਰ ਪਿਆ ਕਰਨਾ। ਮੈਂ ਇਹ ਪਿਆਨਾ ਕਿ ਜਿਹੜਾ ਬੰਦਾ ਇਹ ਦਾਵਾ ਕਰੇ ਕਿ ਜਮਾਤੇ ਅਹਿਮਦੀਆ नबी पाक दी तोहीन दे बारे तसव्वुर भी नहीं कर सकती, कोई अहमदी सोच भी नहीं सकता। मैं चाहना उन्हां दे इस दावे नूं एक पासे रख के ते सामने यह रिकॉर्डिंग रखी जाए, फिर उन्होंने पूछा जाए कि क्या तुसी नबी पाक नूं मानदे हो। बस इन्नी गल है। बाकी कोई मैं सारिਆਂ ਨੂੰ तो नहीं किया, मैं ਤੁਹਾਨੂੰ पे कहना कि सारे ਇੱਕੋ ਜਿਹੇ नहीं है। ਜਿਨ੍ਹਾਂ ਦੀ ਤੁਹਾਡੇ ਹਾਰਦਿਆਂ ਦੀ ਮੁਸਲਮਾਨਾਂ ਦੇ ਮਾਹੌਲ ਵਿੱਚ ਪਰਵਰਿਸ਼ ਹੋਈ ਹੈ, ਮੁਸਲਮਾਨਾਂ ਦੇ ਬੱਚਿਆਂ 'ਚ ਤੁਸੀਂ ਜੰਮੇ ਪਲੇ ਬੜੇ ਹੋ, ਤੁਹਾਡੇ ਜ਼ਿਹਨ 'ਚ ਉਨਾ ਕੁ ਗੰਦ ਸ਼ਾਇਦ ਨਾ ਹੋਵੇ, ਜਾਂ ਤੁਸੀਂ ਉਸ ਗੰਦ ਨੂੰ ਕਮ ਅਜ਼ ਕਮ ਜ਼ੁਬਾਨ ਤੇ ਨਹੀਂ ਲਿਆ ਸਕਦੇ, ਉਨੀ ਜੁਰਤ ਨਹੀਂ ਕਰ ਸਕਦੇ ਜਿੰਨੀ ਜੁਰਤ ਔਰ ਦਲੇਰੀ ਨਾਲ ਨਬੀ ਪਾਕ ਦੇ ਨਾਂ ਨਾਲ ਉਹ ਇਹ ਲਫ਼ਜ਼ ਪਿਆ ਬੋਲਦਾ ਸੀ ਨਾ। ਮੈਂ ਕਹਿੰਦਾ ਤੁਹਾਡੇ 'ਚੋਂ ਅਕਸਰ ਮਿਰਜ਼ਾਈ ਔਰ ਜ਼ੁਬਾਨ ਤੇ ਲਫ਼ਜ਼ ਨਹੀਂ ਲਿਆ ਸਕਦੇ, ਜੁਰਤ ਨਹੀਂ ਹੋਣਾ ਚਾਹੀਏ। ਲੇਕਿਨ ਇਹ ਕਿਉਂਕਿ ਦਲੇਰ ਮਰਬੀ ਨੇ ਔਰ ਐਕਸਪਰਟ ਮਰਬੀ ਨੇ ਔਰ ਸਹੀ ਜਮਾਤ ਅਹਿਮਦ ਦੀ ਤਾਲੀਮ ਦੇ ਉੱਤੇ ਨੇ, ਮੈਂ ਨਾ ਇਹ ਜਿਸ ਦਲੇਰੀ ਨਾਲ ਬੋਲ ਰਹੇ ਸੀ ਉਹ ਵੀਡੀਓ ਆ ਫ੍ਰੀ ਹੈ ਤੁਹਾਡੇ ਤੇ ਮੇਰੇ ਸਾਹਮਣੇ। ਤੁਸੀਂ ਹੁਣ ਤੁਹਾਡੀ ਗੱਲ ਨੂੰ ਮੈਂ ਕਿਸ ਕਦਰ ਸੀਰੀਅਸ ਲਵਾਂ। ਮੇਰੇ ਸਾਹਮਣੇ ਤੁਸੀਂ ਥੋੜੀ ਦੇਰ ਪਹਿਲਾਂ ਮਿਰਜ਼ਾ ਸਾਹਿਬ ਤੇ ਇਲਜ਼ਾਮ ਲਗਾਇਆ, ਔਰ ਇਸ ਤੋਂ ਇਲਜ਼ਾਮ ਲਗਾਉਣੇ ਤੋਂ ਬਾਅਦ ਤੁਸੀਂ ਆਖਿਆ ਉਹਨਾਂ ਦੇ ਸੱਚੇ ਪੈਰੋਕਾਰ ਨੇ, ਤੁਸੀਂ ਪੈਰੋਕਾਰ ਨਹੀਂ, ਤੇ ਫਿਰ ਮੇਰੇ ਕੋਲ ਸਰਟੀਫਿਕੇਟ ਮੰਗਣਾ। ਯਾਰ ਆਪਣੀ ਅਕਲ ਤੇ ਵੀ ਥੋੜਾ ਜਿਹਾ ਸੋਚ ਲਓ ਕਿ ਤੁਸੀਂ ਤੁਹਾਡੇ ਕੋਲ ਇਸ ਗੱਲ ਸਰਟੀਫਿਕੇਟ ਮੰਗਣਾ, ਤੁਸੀਂ ਸਹੀ ਅਹਿਮਦੀ ਨਹੀਂ ਨਾ ਹੈ। ਤੁਸੀਂ ਜਾਂ ਤੇ ਕੀ ਆਂਦੇ ਨੇ ਸੋਸ਼ਲ ਮੀਡੀਆ ਸਿਰਫ ਅਮਨ ਮੀਰ ਹੀ ਹੋ, ਤੁਸੀਂ ਨਾੜੀ ਹੋ, ਨਾੜੀ ਤੁਸੀਂ ਨਾੜੀ ਅਹਿਮਦੀ ਹੋ। ਗੱਲ ਕਰ ਦੇਣਾ ਔਰ ਫਿਰ ਆਣਾ ਕਿ ਤੂੰ ਮੈਨੂੰ ਸਰਟੀਫਿਕੇਟ ਦੇਂਗਾ। ਬਈ ਮੈਂ ਤਾਂ ਨਾ ਤੁਸੀਂ ਮੈਨੂੰ ਫੇਲ ਦਾ ਸਰਟੀਫਿਕੇਟ ਦੇ ਛੜਿਓ, ਮੈਂ ਜਦੋਂ ਤੁਹਾਨੂੰ ਮੁਨਸਫ ਜੋ ਮੰਨ ਲਿਆ। ਨਹੀਂ ਮੁਨਸਫ ਨਹੀਂ ਨਾ ਮੰਨਿਆ, ਜਿਸ ਬੰਦੇ ਨੇ ਮੁਨਸਫ ਬਣਿਆ ਹੋਵੇ ਉਹ ਫਿਰ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਕਿ ਤੁਹਾਡੇ ਜਿਹੜੇ ਨੇ ਪੀਰੋ ਮੁਰਸ਼ਿਦ ਉਹਨਾਂ ਦੇ ਬਾਰੇ ਮੇਰਾ ਇਹ ਇਲਜ਼ਾਮ ਹੈ, ਤੇ ਫਿਰ ਉਹਨਾਂ ਦੇ ਪੈਰੋਕਾਰ ਦੇ ਬਾਰੇ ਮੇਰੇ ਕੋਲ ਫਤਵਾ ਲਏ ਤੇ ਜਾ ਕੇ ਅਪਲਾਈ ਕਿੱਥੇ ਕਰੇ ਮੇਰੇ ਪੀਰੋ ਮੁਰਸ਼ਿਦ ਤੇ ਉਸ ਪੀਰੋ ਮੁਰਸ਼ਿਦ ਨੂੰ ਹਰ ਵਕਤ ਕੱਢੇ ਵੀ ਜੋ ਵੀ ਇੱਥੇ ਤਕਜ਼ੀਬ ਵੀ ਕਰੇ ਹਰ ਕਿਸਮ ਦੀ। ਤੇ ਮੇਰੀ ਵੜੈਚ ਸਾਹਿਬ ਮੈਂ ਪਿਆਨਾ, ਮੈਂ ਮਿਰਜ਼ਾ ਸਾਹਿਬ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣਾ ਫਰਜ਼ ਕਰਦਾ, ਤਾਂ ਵੀ ਤੁਸਾਂ ਜਦੋਂ ਇਸ ਗੱਲ ਨੂੰ ਇਸ ਵੀਡੀਓ ਨੂੰ ਦੇਖਣਾ ਹੈ, ਤੁਸਾਂ ਆਪਣੀ ਆਖਰਤ ਵਾਸਤੇ ਸਹੀ ਗੱਲ ਕਰਨੀ ਹੈ ਜਾਂ ਤੁਸਾਂ ਮੈਨੂੰ ਵੀ ਇੱਕ ਗੱਲ ਕਰਨੀ ਹੈ? ਮੇਰੀ ਆਖਰਤ ਦੀ ਤੁਹਾਨੂੰ ਕਿੰਨੀ ਫਿਕਰ ਲੱਗ ਗਈ ਹੈ ਕਿ ਜਿਹੜਾ ਫਿਕਰ ਨਹੀਂ ਮੈਨੂੰ ਮਿਰਜ਼ਾ ਸਾਹਿਬ ਦੀ ਇਲਜ਼ਾਮ ਲਗਾ ਰਹੇ ਨੇ ਕਿ ਤੋਹੀਨ ਦੇ, ਤੇ ਨਾਲ ਹੀ ਪੁੱਛ ਰਹੇ ਨੇ ਕਿ ਮੇਰੀ ਆਖਰਤ ਠੀਕ ਹੋਣੀ। ਯਾਰ ਕੀ ਆਮਦ ਦੇਖੋ ਕੀ ਹੋ ਗਿਆ ਜੀ। ਬੜਾ ਐਸਾ ਤੁਸੀਂ ਗੱਲ ਸਮਝ ਨਹੀਂ ਰਹੇ। ਮੈਂ ਪਿਆ ਕਹਿਣਾ ਮੈਂ ਤੁਹਾਡਾ ਬਦਤਰੀਨ ਦੁਸ਼ਮਣ ਸੀ, ਤੁਹਾਡੇ ਮਿਰਜ਼ਾ ਸਾਹਿਬ ਨੂੰ ਗੰਦੀਆਂ ਗਾਲਾਂ ਕੱਢਣ ਵਾਲਾ ਸੀ। ਦੁਸ਼ਮਣ ਹੀ ਨਹੀਂ, ਜਿਹੜੇ ਤੁਸੀਂ ਅਗਲੇ ਕੰਮ ਤੇ ਕਰਦੇ ਹੋ, ਵਾਰਦਾਤ ਪਾਉਂਦੇ ਹੋ, ਤੇ ਪਹਿਲਾਂ ਆਪਣੀ ਵਾਰਦਾਤ ਤੇ ਸਮਝੋ ਕਿ ਤੁਹਾਡੇ ਜਿਹੜੇ ਨੇ ਪੀਰੋ ਮੁਰਸ਼ਿਦ ਉਹਨਾਂ ਦੀ ਤਾਲੀਮਾਤ ਹੀ ਇਹ ਨੇ, ਔਰ ਫਿਰ ਤੁਸੀਂ ਉਸ ਤਾਲੀਮਾਤ ਉੱਤੇ ਆਖੋ ਕਿ ਨਵੀਦ ਤੂੰ ਦੱਸਾਂ ਬਈ ਇਹ ਗੱਲ ਜਿਹੜੀ ਹੈ ਠੀਕ ਹੈ ਜਾਂ ਸਹੀ ਹੈ, ਔਰ ਫਿਰ ਪੁੱਛਣਾ ਵੀ ਕੀ ਹੈ ਕਿ ਮੈਂ ਸਭ ਦੀ ਤਕਜ਼ੀਬ ਕਰਨਾ ਵਾ, ਤੇ ਉਸ ਦੇ ਬਾਵਜੂਦ ਆ ਕੇ ਮੈਨੂੰ ਸਰਟੀਫਿਕੇਟ ਮੈਨੂੰ ਦੇ, ਤੂੰ ਮੇਰੇ ਸਾਹਮਣੇ ਦੱਸ। ਹੱਦ ਹੋ ਗਈ ਹੈ ਬਸ। ਨਹੀਂ ਵੜੈਚ ਸਾਹਿਬ ਗੱਲ ਇਹ ਜਿਹੜੀ ਮਿਰਜ਼ਾ ਸਾਹਿਬ ਦੀ ਤਾਲੀਮ ਵਾਲੀ ਗੱਲ ਹੈ, ਹੁਣ ਅਗਰ ਇਹ ਅਸੂਲ ਹੋਵੇ ਕਿ ਜਿਹੜਾ ਲਫ਼ਜ਼ ਮਿਰਜ਼ਾ ਸਾਹਿਬ ਦੇ ਬਾਰੇ ਕਿਹਾ ਜਾ ਸਕਦਾ ਉਹ ਨਬੀ ਪਾਕ ਦੇ ਬਾਰੇ ਕਿਉਂ ਨਹੀਂ ਕਿਹਾ ਜਾ ਸਕਦਾ, ਤੁਸੀਂ ਇਸ ਅਸੂਲ ਨਾਲ ਮੁਤਫਿਕ ਹੋ ਕਿ ਨਹੀਂ ਮੁਤਫਿਕ? ਹੁਣੇ ਪਤਾ ਲੱਗ ਜਾਣਾ ਤੁਹਾਡਾ। ਮੈਨੂੰ ਤੇ ਇੰਨਾ ਪਤਾ ਹੈ ਕਿ ਮੈਂ ਜਿਤਨਾ ਪੜ੍ਹਿਆ ਨਾ, ਔਰ ਯਕੀਨ ਕਰੋ ਇੱਕ ਪਾਦਰੀ ਦੀ ਉਹ ਜਿਹੜੀ ਤੁਹਾਨੂੰ ਦੱਸਿਆ ਸੀ ਕਿਤਾਬ, ਔਰ ਇੱਕ ਇਹ ਜਿਹੜੀ ਨਹੀਂ ਮੇਰਾ ਸਵਾਲ ਹੋਰ ਲਿਖੀ ਹੁੰਦੀ ਹੈ, ਉਹਦੇ 'ਚ ਜਿਹੜੇ ਜਿਹੜੇ ਅਲਫਾਜ਼ ਲਿਖੇ ਹੁੰਦੇ ਨੇ, ਅੱਲਾ ਦੀ ਕਸਮ ਇੰਝ ਲੱਗਦਾ ਹੈ ਕਿ ਬਿਲਕੁਲ ਤੁਸੀਂ ਕਾਪੀ ਕਰਦੇ ਹੋ। ਠੀਕ ਹੈ, ਤੁਸੀਂ ਮੈਨੂੰ ਪਾਦਰੀ ਬਣਾ ਲਓ, ਮੈਨੂੰ ਅਬੂ ਜਹਿਲ ਤੱਕ ਤੁਸੀਂ ਕਹਿ ਚੁੱਕੇ, ਕੋਈ ਫਰਕ ਨਹੀਂ ਪੈਂਦਾ। ਇਹ ਆਖਾਂਗਾ ਕਿ ਜਿਹੜੇ ਵੀ ਅੰਬਿਆ ਦੇ ਮੁਕੱਜ਼ਬੀਨ ਹੁੰਦੇ ਨੇ ਉਹਨਾਂ ਦੀ ਸੁਨਨਤ ਇੱਕੋ ਜਿਹੀ ਹੁੰਦੀ ਹੈ। ਮਸਲਾ ਹੁੰਦਾ ਹੈ ਸੱਚੇ ਨੇ ਆਪਣੇ ਆਪ ਨੂੰ ਤਫਰੀਕ ਕਰਨੀ ਹੈ, ਆਪਣੇ ਆਪ ਨੂੰ ਮੁਮਤਾਜ਼ ਕਰਕੇ ਵਿਖਾਉਣਾ ਹੈ, ਆਪਣੇ ਆਪ ਨੂੰ ਬਿਹਤਰ ਕਰ, ਆਪਣੇ ਆਪ ਨੂੰ ਮੁਨਕਰ ਨਾਲ ਨਹੀਂ ਮਿਲਾਣਾ, ਆਪਣਾ ਰਵੱਈਆ ਰੱਖਣਾ ਜਿਹੜਾ ਸੱਚੇ ਨੂੰ ਮੰਨਣੇ ਵਾਲੇ ਨੇ। ਕਿਆ ਤੁਹਾਡਾ ਰਵੱਈਆ ਐਸਾ ਹੈ ਕਿ ਸੱਚੇ ਨੂੰ ਮੰਨਣੇ ਵਾਲਿਆਂ ਦਾ? ਹੁਣ ਮੇਰੀ ਗੁਜ਼ਾਰਿਸ਼ ਤੇ ਸੁਣ ਲੈਣਾ ਆਮਰ ਭਾਈ, ਮਾਜ਼ਰਤ ਮੈਂ ਸਿਰਫ ਇੱਕ ਗੱਲ ਸਿਰਫ ਕਰਨੀ ਹੈ ਕਿ ਨਵੀਦ ਵੜੈਚ ਸਾਹਿਬ ਤੇ ਆਂਦੇ ਨੇ, ਬਿਲਕੁਲ ਆਪਣੇ ਮੂੰਹ ਆਂਦੇ ਨੇ ਕਿ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਅਵਾ ਹੀ ਕੋਈ ਨਹੀਂ ਹੈ,
ਤੇ ਇਹ ਪਿਆਉਂਦੇ ਨੇ ਕਿ ਜੀ ਨਬੀਆਂ ਦੀ ਜਿਸ ਤਰ੍ਹਾਂ ਤਕਜ਼ੀਬ ਕੀਤੀ ਜਾਂਦੀ ਹੈ ਉਸ ਯਾਰ ਕਿਉਂ ਇਹਨਾਂ ਦੀ ਡਬਲ ਮਾਈਂਡਡ ਗੱਲਾਂ ਹੁੰਦੀਆਂ मेरे ਨੇ। बारे गल सुन लो अबू बकर साहब, मैं अकाबरीन बनना पिया और मेरे नज़दीक मैं अगर कलिया भी बैठा होवां ना, मैं गल कर रहा साहब अपने दोस्तों च, मैं इत्थे घर भी बैठे होवां तो मैं किसी भी बजुर्ग हस्ती की गल जो भी करनी है बेशक मुखालफ है सख्त तरीन, ਉਹਦੇ बारे गलत तरीके नाल गुफ्तगू नहीं करांगा। ਉਹਦਾ ਜਿਹੜਾ ਇਲਮੀ ਨਾਸ਼ਾਂ ਜਾਂ ਜੋ ਵੀ ਇਲਮੀ ਇਲਜ਼ਾਮ ਉਹਦਾ ਜ਼ਿਕਰ ਕਰਾਂਗਾ। ਲੇਕਿਨ ਜਦੋਂ ਆਦਤ ਪਈ ਹੋਵੇ ਨਾ ਪ੍ਰਾਈਵੇਟ ਵਿੱਚ ਆਪਸ 'ਚ ਬਹਿ ਕੇ ਫੁੱਈਆਂ ਗੱਲਾਂ ਕਰਨੀ ਦੀ, ਉਹ ਫਿਰ ਪਬਲਿਕ ਵਿੱਚ ਵੀ ਇੰਝ ਹੀ ਗੱਲਾਂ ਕਰਦਾ। ਔਰ ਕਈ ਦਫਾ ਤੁਸੀਂ ਆਪਸ 'ਚ ਵੀ ਬੈਠੇ ਆ, ਉਹ ਤੁਸੀਂ ਤਕਜ਼ੀਬ ਕਰ ਰਹੇ ਹੁੰਦੇ ਹੋ, ਮੈਂ ਹੈਰਾਨ ਹੁੰਦਾ, ਮੈਂ ਨਾ ਯਾਰ ਇੱਕ ਐਸੇ ਬੰਦੇ ਨੇ ਕਿ ਇਹਨਾਂ ਨੂੰ ਤੇ ਉਹ ਏਸੀ ਖਤਮ ਹੋ ਗਈ ਹੈ, ਮਰ ਗਈ ਹੈ ਕਿ ਕਿਸੇ ਦੀ ਵੀ ਅਕਾਬਰ ਦੇ ਬਾਰੇ ਜਾਂ ਬੇਸ਼ੱਕ ਉਹਨਾਂ ਦਾ ਜ਼ਰੂਰੀ ਨਹੀਂ ਕਿ ਨਬੀ ਹੋਵੇ, ਕੋਈ ਵੀ ਕਿਸੇ ਨੂੰ ਆਪਣਾ ਪੀਰ ਮੁਰਸ਼ਿਦ ਜੋ ਵੀ ਮੰਨਦਾ ਉਹਦੀ ਤਕਲੀਫ ਇਸ ਤਰੀਕੇ ਇੱਕ ਘੰਟਾ ਵੀ ਬੋਲ ਲਓ ਨਾ, ਇੱਕ ਘੰਟਾ ਵੀ ਬੋਲਣਾ ਚਾਹੋ ਤੇ ਬੋਲ ਕੇ ਤੇ ਉਹਦੇ ਬਾਅਦ ਮੇਰੇ ਇਸ ਫਿਕਰੇ ਦਾ ਜਵਾਬ ਦੇ ਦਿਆ ਜੇ ਇਹ ਫਿਕਰਾ ਦਰੁਸਤ ਹੈ ਕਿ ਗਲਤ ਹੈ ਕਿ ਜਿਹੜਾ ਲਫ਼ਜ਼ ਮਿਰਜ਼ਾ ਸਾਹਿਬ ਵਾਸਤੇ ਬੋਲਿਆ ਜਾ ਸਕਦਾ ਉਹ ਨਬੀ ਪਾਕ ਵਾਸਤੇ ਕਿਉਂ ਨਹੀਂ ਬੋਲਿਆ ਜਾ ਸਕਦਾ, ਇਹ ਸਹੀ ਹੈ ਕਿ ਗਲਤ ਹੈ? ਫਿਕਰੇ ਤੋਂ ਕੀ ਮੁਰਾਦ? ਹਾਂ, ਜਿਹੜੇ ਮੰਨਣੇ ਵਾਲੇ ਨੇ ਉਹ ਇੰਜੀ ਕਰਦੇ ਨੇ, ਜਿਹੜੇ ਮੁਖਾਲਫ ਨੇ ਉਹ ਮੁਖਾਲਫੀਨ ਇੰਜੀ ਕਰਦੇ ਨੇ, ਯਾਨੀ ਕਿ ਜਿਹੜੇ ਮੁਖਾਲਫ ਹੁੰਦੇ ਉਹ ਹੀ ਮੁਖਾਲਫੀਨ ਜਿਹੜੇ ਨੇ ਮਤਲਬ ਪਹਿਲੇ ਅੰਬੀਆ ਦੇ ਬਾਰੇ ਵੀ ਉਸ ਤਰੀਕੇ ਸਾਹਿਬ ਬੜਾ ਸਾਹਿਬ ਦਾ ਫਿਕਰਾ ਤੁਹਾਡੀ ਨਜ਼ਰ 'ਚ, ਤੁਹਾਡੀ ਜ਼ਾਤੀ ਨਜ਼ਰ 'ਚ ਦਰੁਸਤ ਹੈ ਕਿ ਗਲਤ ਹੈ ਕਿ ਜਿਹੜਾ ਲਫ਼ਜ਼ ਮਿਰਜ਼ਾ ਸਾਹਿਬ ਦੇ ਬਾਰੇ ਕਿਹਾ ਜਾ ਸਕਦਾ ਹੈ ਨਬੀ ਪਾਕ ਦੇ ਬਾਰੇ ਕਿਉਂ ਨਹੀਂ ਕਿਹਾ ਜਾ ਸਕਦਾ? ਤੇ ਹੁਣ ਮੈਨੂੰ ਨਹੀਂ ਪਤਾ ਕਿਸ ਸੈਂਸ ਕਹਿ ਰਹੇ ਹੋ, ਮੈਂ ਤਾਂ ਤੁਹਾਨੂੰ ਦੋਨੋਂ ਜਿਹੜੇ ਸੂਰਤਾਂ ਨੇ ਉਹ ਦੱਸ ਦਿੱਤੀਆਂ ਨੇ। ਇੱਕ ਬੰਦਾ ਮੈਂ ਤੁਹਾਨੂੰ ਪੇਸ਼ ਕਰਾਂਗਾ ਜਿਹਨੇ ਇਹ ਫਿਕਰਾ ਬੋਲਿਆ, ਤੁਸੀਂ ਇਹ ਦੱਸ ਦਿਓ ਫਿਕਰਾ ਦਰੁਸਤ ਹੈ ਜਾਂ ਗਲਤ ਹੈ ਤੁਹਾਡੀ ਨਜ਼ਰ 'ਚ? ਮੁਖਾਲਫੀਨ ਜਿਹੜੇ ਨੇ ਮੁਖਾਲਫੀਨ ਦੀ ਸੁਨਤ ਚੱਲਦੇ ਨੇ ਔਰ ਜਿਹੜੇ ਸੱਚੇ ਨੇ ਉਹ ਸੱਚਿਆਂ ਦੀ ਸੁਨਤ ਚੱਲਦੇ ਨੇ। ਤੁਹਾਡੀ ਨਜ਼ਰ ਨਹੀਂ ਵੜਾਇ ਸਾਹਿਬ ਨੇ ਜਵਾਬ ਦੇ ਦਿੱਤਾ ਤੁਹਾਨੂੰ, ਪੈਗੰਬਰ ਉਹਨਾਂ ਤੁਹਾਨੂੰ ਜਵਾਬ ਦੇ ਦਿੱਤਾ ਵਾ, ਮੁਖਾਲਫੀਨ ਜਿਹੜੇ ਨੇ ਉਹ ਇਸਤੇਮਾਲ ਕਰ ਸਕਦੇ ਨੇ, ਸਮਝਿਓ ਗੱਲ। ਮਤਲਬ ਜਿਹੜਾ ਬੰਦਾ ਨਬੀ ਪਾਕ ਨੂੰ ਮੰਨਣ ਦਾ ਦਾਅਵੇਦਾਰ ਹੈ ਕਿ ਮੈਂ ਨਬੀ ਪਾਕ ਨੂੰ ਮੰਨਦਾ ਹਾਂ, ਉਹ ਇਹ ਲਫ਼ਜ਼ ਬੋਲ ਸਕਦਾ ਹੈ ਕਿ ਜਿਹੜੇ ਮਿਰਜ਼ਾ ਸਾਹਿਬ ਤੇ ਲਫ਼ਜ਼ ਇਸਤੇਮਾਲ ਕੀਤੇ ਜਾ ਸਕਦੇ ਨਬੀ ਪਾਕ ਵਾਸਤੇ? ਹਾਂ ਹੁਣ ਦਿਓ ਜਵਾਬ ਮੌਲਵੀ ਸਾਹਿਬ। ਮਾਮਾ ਜੀ ਆਪਣੀਆਂ ਗੱਲਾਂ ਦੇ ਵਿੱਚ ਜਿਹੜਾ ਨਾ ਤਲਤ ਮਲਕ ਨੂੰ ਨਾ ਭੁੱਲ ਜਾਣਾ, ਉਹਦਾ ਵਿਚਾਰੇ ਦਾ ਤੇ ਪਤਾ ਕਰੋ ਕਿੱਧਰ ਗਿਆ। ਉਹ ਬਰਾੜ ਚੈੱਕ ਕਰੋ ਮੁੰਡਿਓ, ਬਰਾੜ ਚੈੱਕ ਕਰੋ, ਤਲਤ ਸਾਹਿਬ ਆਏ ਦੇ ਨਹੀਂ ਹੈ, ਮੇਰਾ ਖਿਆਲ ਖਤਮ ਹੋ ਜਾਣਾ ਲੱਗਦਾ। ਸਾਹਿਬ ਦੀ ਬਰਾੜ ਜਿਹੜੀ ਹੈ ਨਾ ਰਿਪੋਰਟਾਂ ਕਰਕੇ ਪਤਾ ਚੱਲਿਆ ਗਰਾ ਦਿੱਤੀ ਹੈ, ਮੈਨੂੰ ਇਹ ਪਤਾ ਲੱਗਿਆ ਕਿ ਉਹਨਾਂ ਦੀ ਬਰਾੜ ਡਿੱਗ ਪਈ ਹੈ। ਅੱਛਾ ਮੌਲਵੀ ਸਾਹਿਬ ਤੁਸੀਂ ਜਵਾਬ ਦੇ ਦਿਓ, ਮੰਨਣ ਵਾਲਾ ਜਿਹੜਾ ਵੇ ਉਹ ਇਹ ਗੱਲ ਕਰ ਸਕਦਾ ਕਿ ਜਿਹੜਾ ਲਫ਼ਜ਼ ਮਿਰਜ਼ਾ ਸਾਹਿਬ ਵਾਸਤੇ ਇਸਤੇਮਾਲ ਹੁੰਦਾ ਹੈ ਉਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਵੀ ਕੀਤਾ ਜਾ ਸਕਦਾ? ਨਹੀਂ, ਨਬੀ ਪਾਕ ਵਾਸਤੇ ਕਿਉਂ ਨਹੀਂ ਕੀਤਾ ਜਾ ਸਕਦਾ? ਕਿਉਂ ਨਹੀਂ ਕੀਤਾ ਜਾ ਸਕਦਾ? ਉਹ ਮਤਲਬ ਦਲੀਲ ਹੋ ਮੰਗਦਾ ਨਾ। ਮੁਖਾਲਫ ਜਿਹੜਾ ਨਾ ਮੰਨਣ ਵਾਲਾ ਉਹ ਮੁਖਾਲਫ ਵਾਲੀ ਕਰ ਸਕਦਾ ਮੰਨਣ ਵਾਲਾ। ਬੜਾ ਸਾਹਿਬ ਜਮਾਤੇ ਅਹਿਮਦੀਆ ਦਾ ਬੰਦਾ ਇਹ ਫਿਕਰਾ ਬੋਲੇ ਸਹੀ ਬੋਲ ਰਿਹਾ ਕਿ ਗਲਤ ਬੋਲ ਰਿਹਾ? ਨਹੀਂ ਤੇ ਸਮਝਿਆ ਜਿਹੜਾ ਮੰਨਣ ਵਾਲਾ ਮੁਖਾਲਫ ਵਾਲੀ ਗੱਲ ਨਹੀਂ ਕਰ ਸਕਦਾ ਮੰਨਣ ਵਾਲੇ ਵਾਸਤੇ। ਜਮਾਤੇ ਅਹਿਮਦੀਆ ਦੇ ਬੰਦੇ ਮੰਨਣ ਵਾਲੇ ਨੇ ਕਿ ਮੁਖਾਲਫ ਨੇ? ਮੇਰੀ ਤੁਸੀਂ ਗੱਲ ਤੇ ਹੈਦਰ ਵੜਾਇ ਸਾਹਿਬ ਸਮਝ ਗਏ ਨੇ, ਜਿਹੜਾ ਮਤਲਬ ਮੰਨਣ ਵਾਲੇ ਹੀ ਨਹੀਂ ਨਾ, ਜਿਹੜਾ ਇਹ ਗੱਲ ਕਰੇ ਤਾਂ ਮੰਨਣ ਵਾਲਾ ਹੀ ਨਹੀਂ, ਗੱਲ ਮੁੱਕ ਗਈ। ਹਾਂਜੀ ਉਹ ਨੇੜਿਓਂ ਗੱਲ ਮੁਕਾ ਛੜੀ ਹੈ। ਜਿਹੜਾ ਬੰਦਾ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਕੋਈ ਐਸਾ ਲਫ਼ਜ਼ ਯੂਜ਼ ਕਰਦਾ ਹੈ ਉਹ ਸਿੱਧਾ ਉਹਨਾਂ ਦਾ ਫਤਵਾ ਇਹ ਹੈ ਕਿ ਜੀ ਉਹ ਮੰਨਣ ਵਾਲਾ ਹੀ ਨਹੀਂ, ਬਸ ਗੱਲ ਮੁੱਕ ਗਈ। ਯਾਨੀ ਉਹ ਨਬੀ ਪਾਕ ਦਾ ਮੁਨਕਰ ਹੈ। ਬਿਲਕੁਲ ਇਹ ਗੱਲ ਅਸੀਂ ਸਾਰਾ ਦਿਨ ਇੱਥੇ ਬਹਿ ਕੇ ਆਉਂਦੇ ਰਹਿੰਦੇ ਹਾਂ। ਵੜਾਇ ਸਾਹਿਬ ਇੱਕ ਮਿੰਟ ਮਾਈਕ ਮਿਊਟ ਕਰੋ, ਬੜਾ ਸ਼ੋਰ ਆਉਂਦਾ। ਵੜਾਇ ਸਾਹਿਬ ਜਾਂ ਤੁਹਾਡੇ ਦੋਵੇਂ ਵੜਾਇ ਚ ਦੋਵਾਂ ਨੇ ਖੋਲ ਲੈਣੇ ਮਾਈਕ, ਦੋਵੇਂ ਵੜਾਇ ਚੋਂ ਮੈਂ ਪਿਆਨਾ ਜਿਹੜਾ ਫਿਕਰਾ ਮੈਂ ਬੋਲਿਆ ਹੈ ਇਹ ਫਿਕਰਾ ਤੁਸੀਂ ਆਂਦੇ ਹੋ ਜਿਹੜਾ ਬੰਦਾ ਇਹ ਬੋਲਦਾ ਹੈ ਉਹ ਨਬੀ ਪਾਕ ਦਾ ਮੁਨਕਰ ਹੈ, ਇਹੀ ਆਖਿਆ ਜੇ ਨਾ? ਲੋ ਮੈਂ ਤੁਹਾਨੂੰ ਬੰਦਾ ਦੱਸਣਾ, ਤੁਸੀਂ ਜਾ ਕੇ ਬੰਦਾ ਹੋਣੀ ਬੈਠੇ ਹੈ, ਜਾ ਕੇ ਉਹਨੂੰ ਪੁੱਛ ਲਓ, ਜੇ ਉਹਨੇ ਆਖਿਆ ਕਿ ਇਹ ਮੇਰੇ ਲਫ਼ਜ਼ ਨਹੀਂ ਜਾਂ ਮੇਰਾ ਇਹ ਅਸੂਲ ਨਹੀਂ ਤੇ ਮੈਂ ਸਰ ਇੱਥੇ ਤੁਹਾਡੇ ਕੋਲ ਮਾਫੀ ਮੰਗਾਂਗਾ। ਇਹ ਰਿਕਾਰਡਿੰਗ ਮੇਰੇ ਕੋਲ ਮਹਫੂਜ਼ ਹੈ। ਉਹਨੂੰ ਪੁੱਛੋ ਜਾ ਕੇ ਸਲੀਮ ਮੀਰ ਨੂੰ, ਬਈ ਇਹ ਫਿਕਰਾ ਤੇਰਾ ਹੈ ਕਿ ਜਿਹੜੇ ਲਫ਼ਜ਼ ਮਿਰਜ਼ਾ ਸਾਹਿਬ ਵਾਸਤੇ ਬੋਲੇ ਜਾ ਸਕਦੇ ਨੇ ਨਬੀ ਪਾਕ ਵਾਸਤੇ ਕਿਉਂ ਨਹੀਂ ਬੋਲੇ ਜਾ ਸਕਦੇ? ਅਗਾਵੋ ਅਮਰ ਸਰ ਜਿਹੜਾ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣੀ, ਉਹ ਇਹੀ ਕਹਿ ਰਹੇ ਹੋਣੇ ਕਿ ਜਿਹੜਾ ਮੁਖਾਲਫ ਕਰਦਾ ਹੈ ਉਹਦੀ ਮੁਖਾਲਫ ਦੀ ਸੁਨਤ ਹੈ। ਮੁਖਾਲਫ ਜਿਹੜਾ ਮੰਨਣੇ ਵਾਲਾ ਤੇ ਬੋਲ ਹੀ ਨਹੀਂ ਸਕਦਾ ਉਹ ਗੱਲ ਮੁਖਾਲਫ ਵਾਲੀ, ਉਹ ਤਾਂ ਉਹਨਾਂ ਨੂੰ ਮੁਖਾਲਫ ਨਾਲ
ਤਾਂ ਹੀ ਮੈਂ ਪਿਆਨਾ ਕਿ ਇਹ ਗੱਲ ਉਹਨੂੰ ਜਾ ਕੇ ਪੁੱਛਿਆ ਜੇ ਕਿ ਵੀ ਇਹ ਫਿਕਰਾ ਤੇਰਾ ਏ ਜਾਂ ਕਿਸੇ ਹੋਰ ਦਾ ਹੈ। ਜੇ ਤੇਰਾ ਏ ਇਹਦਾ ਕੀ ਮਿਹਨਤ ਤੋਂ ਕੱਢਿਆ ਹੈ, ਜਾਂ ਉਹਨੂੰ ਪੁੱਛ ਲਿਆ ਜੋ ਕੀ ਤੁਹਾਨੂੰ ਸਮਝਾਉਂਦਾ, ਪੁੱਛ ਕੇ ਆਵੇ ਜੇ। ਨਹੀਂ ਕੋਈ ਹੋਰ ਬੰਦਾ ਨਾ ਕੋਈ ਪੁੱਛ ਲੈ ਤਾਂ ਮੈਂ ਆਪਣਾ ਮੌਕਾ ਦੇ ਇਹਨਾਂ ਦੀ ਜ਼ਰੂਰਤ ਨਹੀਂ ਇਤਨੀ ਪੁੱਛ ਲਵਾਂ ਇਹ ਸਵਾਲ ਮੀਰ ਸਲੀਮ ਕੋਲ। ਜ਼ਰੂਰਤ ਹੈ ਕਿ ਨਹੀਂ ਮੇਰੀ ਇਹ ਐਮਜੀ ਆਈਡੀ ਨਹੀਂ, ਓਏ ਇਹ ਉਹਨੂੰ ਪਤਾ ਨਹੀਂ ਸਮਝਦੇ ਨੇ, ਇਹ ਕਿਸ ਤਰ੍ਹਾਂ ਪੁੱਛ ਸਕਦੇ ਨੇ ਉਹਨੂੰ ਜਾ ਕੇ, ਸਮਝਿਓ ਗੱਲ। ਨਹੀਂ ਇਹ ਜਵਾਬ ਨਹੀਂ ਅੱਲਾਹ ਤੇ ਮੱਲਕ ਕਿਧਰ ਹੈ ਰਾਮ ਵਿੱਚ ਮੈਂ ਸਿਰਫ ਉਹਨੂੰ ਐਮਜੀ ਮੰਨਦਾ ਵਾਂ। ਇੱਕ ਸੈਕਿੰਡ ਸੁਣੋ ਸਾਰੇ ਗੱਲ। ਹੁਸੈਨੀ ਸਾਹਿਬ ਦੀ ਬਰਾੜ ਸੀ ਤੇ ਬੜੇ ਅੱਛੇ ਤਰੀਕੇ ਨਾਲ ਗੱਲ ਹੋ ਰਹੀ ਸੀ। ਉਹ ਜੱਜਾ ਜਿਹੜਾ ਨਾ ਜੱਜਾ, ਉਹਨੇ ਇੱਕਦਮ ਨਾ ਮੁਖਾਲਫੀਨ ਦੀਆਂ ਨਾ ਮਾਵਾਂ ਭੈਣਾਂ ਇੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਇੱਕ ਦੋ ਨੇ ਆਖਿਆ ਯਾਰ ਛੱਡ ਦੇ, ਸਾਡਾ ਇਹ ਨਹੀਂ ਹੈ ਆਪਣਾ ਜਿਹੜਾ ਨਾ ਸਾਡਾ ਇਹ ਤਰੀਕਾਕਾਰ ਨਹੀਂ ਹੈ। ਉਹਨੇ ਆਖਿਆ ਤੁਹਾਨੂੰ ਫਿਰ ਮਿਰਜ਼ਾ ਸਾਹਿਬ ਦੀ ਤਲੀਮ ਦਾ ਹੀ ਨਹੀਂ ਪਤਾ। ਉਹਨੇ ਆਖਿਆ ਉਹਨਾਂ ਦੇ ਆਖਿਆ ਉਹ ਬਿਆਬਾਨਾਂ ਦੇ ਖੰਜ਼ੀਰ ਹੋ ਗਏ ਤੇ ਔਰਤਾਂ ਉਨਕੀ ਕੁੱਤਿयों से बढ़ गई ਤੇ ਤੁਹਾਨੂੰ ਮਿਰਜ਼ਾ ਸਾਹਿਬ ਇਹ ਕਹਿ ਕੇ ਗਏ ਨੇ ਤੇ ਤੁਸੀਂ ਕਿਉਂ ਛੁਪਾਉਂਦੇ ਹੋ। ਇਹ ਗੱਲ ਜੱਜੇ ਨੇ ਉਹਨਾਂ ਸਾਰੇ ਸਾਹਮਣੇ ਕੀਤੀ, ਸਾਰੇ ਮੂੰਹ ਲਵੇਟ ਕੇ ਤੇ ਪਰਾਂ ਨਿਕਲ ਗਏ ਸਨ। ਜਵਾਬ ਕੋਈ ਨਹੀਂ ਸੀ ਕਿਸੇ ਕੋਲ। ਉਹ ਜਿਹੜਾ ਉਹ ਜਿਹੜੇ ਮਿਰਜ਼ਾ ਸਾਹਿਬ ਦੀ ਤਲੀਮ ਨੂੰ ਜਾਣਦੇ। ਅਮਰ ਭਾਬੀ ਸਾਹਿਬ ਕਾਹਦਾ ਸ਼ੋਰ ਪਾਇਆ? ਜੱਟ ਸਾਹਿਬ ਆ ਗਏ ਜੀ। ਜੱਟ ਸਾਹਿਬ ਵੈਲਕਮ। ਨਿਆ ਮਰਜ਼ਈ ਆ ਗਿਆ। ਭਾਬੀ ਸਾਹਿਬ ਕੀ ਸ਼ੋਰ ਪਾਇਆ ਜੀ? ਰਾਜਾ ਸਾਹਿਬ ਕੋਈ ਗੱਲ ਨਹੀਂ, ਤੁਸੀਂ ਬੇਸ਼ੱਕ ਕਹੋ, ਅਸੀਂ ਵੀ ਤਾਂ ਜਵਾਬ ਦੇਣ ਦਾ ਹੱਕ ਰੱਖਣਾ ਹੈ। ਕੋਈ ਨਹੀਂ ਇਹ ਕਿਹੜੀ ਗੁੱਸੇ ਵਾਲੀ ਗੱਲ, ਉਹਨੂੰ ਕਹਿਣ ਦੋ। ਦਿਲ ਤੇ ਲੈ ਜਾਂਦੇ ਨੇ ਰਾਜਾ ਸਾਹਿਬ। ਭਾਬੀ ਸਾਹਿਬ ਕਾਹਦਾ ਸ਼ੋਰ ਪਾਇਆ ਜੇ? ਕੱਲ ਅਹਿਮਦ ਜੱਟ ਸਾਹਿਬ ਉੱਥੇ ਸਨ ਤੇ ਮੈਂ ਛੱਡੋ, ਜਿਹੜੇ ਮਕਸਦ ਵਾਸਤੇ ਬਰਾੜ ਲਈ ਉੱਤੇ ਗੱਲ ਕਰ ਲਈਏ। ਨਹੀਂ, ਬਰਾੜ ਦਾ ਤੇ ਮਕਸਦ ਹੁਣ ਖਤਮ ਹੋ ਗਿਆ ਨਾ, ਬੰਦ ਕਰਨ ਲੱਗੇ ਆ। ਮੇਰੇ ਕੋਲ 5 ਮਿੰਟ ਨੇ, ਉਹ 5 ਮਿੰਟ ਹੈ ਨੇ, ਉੱਤੇ ਗੱਲ ਕਰ ਲੈਨੇ ਆ। ਗੱਲ ਇਹ ਵੇ ਤੁਸੀਂ ਉਸਤਾਦ ਦੇ ਸ਼ਾਗਿਰਦ ਹੋ, ਇਹ ਫਿਕਰਾ ਉਹਦਾ ਸਹੀ ਹੈ ਕਿ ਗਲਤ? ਮੈਂ ਤੁਹਾਨੂੰ ਅਮਰ ਭਾਬੀ ਸਾਹਿਬ ਜਿਹੜੀ ਗੱਲ ਕਰਨਾ ਹੈ ਉੱਤੇ ਗੱਲ ਕਰਨਾ, ਜਿਹੜਾ ਤੁਸੀਂ ਮੌਜੂ ਰੱਖਿਆ ਬੋਲਣ ਲੱਗੇ। ਕੋਈ ਬੰਦਾ ਨਹੀਂ ਇਸ ਗੱਲ ਦਾ ਜਵਾਬ ਦੇਣ ਲੱਗਾ। ਅਮਰ ਭਾਬੀ ਸਾਹਿਬ ਜਿਹੜਾ ਮੌਜੂ ਲਾਇਆ ਉੱਤੇ ਗੱਲ ਕਰ ਲਈਏ। मौजू केड़ा है? मनाजरा पे होता है कि मौजू पे? साकी भाई को 13 अफराज में इस्लाम कबूल करने पर तहे दिल की गहराइयों से मुबारकबाद, लख लख मुबारक। इत्ते गल कर लीए थोड़ी जी। ਇਹਦੇ ਕੀ ਗੱਲ ਕਰਨੀ? ਇਹਦੇ ਤੇ ਮੁਬਾਰਕ ਹੀ ਦਿੱਤੀ ਜਾ ਸਕਦੀ, ਗੱਲ ਇਹਦੇ ਕਿਹੜੀ ਕਰਨ ਵਾਲੀ ਹੈ ਭਾਈ? ਲਾਇਆ ਇਹ ਮੌਜੂ ਲਾਇਆ ਨਾ, ਇਹਦੇ ਉੱਤੇ ਥੋੜੀ ਗਲਤ ਕਰਨ ਦਿਓ। ਮੌਜੂ ਨਹੀਂ ਲਾਇਆ, ਮੁਬਾਰਕਬਾਦ ਲਾਈ ਹੈ। ਹਾਂ ਮੁਬਾਰਕਬਾਦ ਹੀ। ਹਾਂ ਤੇ ਮੁਬਾਰਕਬਾਦ ਦਿਓ ਜਿੰਨੀ ਦਿਲ ਕਰਦਾ ਜੀ। ਕਿਹੜਾ ਕੋਈ ਡਕਦਾ ਪਿਆ ਤੁਹਾਨੂੰ? ਹੈਦਰਾਬਾਦ ਸਾਹਿਬ ਅਮਰ ਭਾਬੀ ਸਾਹਿਬ ਨਾਲ ਗੱਲ ਕਰਨ ਦਿਓਗੇ? ਤੁਸੀਂ ਕਰੋ ਕਰਨ ਦਿਓ ਨਾ, ਟਾਈਮ ਅਮਰ ਭਾਬੀ ਸਾਹਿਬ ਨਾਲ ਗੱਲ ਕਰਨਾ ਚਾਹ ਰਿਹਾ ਮੈਂ। ਵੜਾਈ ਸਾਹਿਬ ਕਰੋ ਗੱਲ ਕਰੋ। ਦੇਖੋ, ਜਦੋਂ ਅੱਲਾਹ ਤਾਲਾ ਕੁਰਾਨ ਕਰੀਮ ਚ ਹਰ ਇਨਸਾਨ ਨੂੰ ਜਿਹੜਾ ਨਾ ਇਸ ਸ਼ੈ ਦੀ ਇਜਾਜ਼ਤ ਦਿੰਦਾ ਹੈ, ਠੀਕ ਹੈ। ਸਾਕੀ ਸਾਹਿਬ ਨੇ ਅਗਰ ਉਹਨਾਂ ਨੇ ਜਮਾਤ ਅਹਿਮਦੀ ਨੂੰ ਛੱਡਣ ਦਾ ਐਲਾਨ ਕੀਤਾ ਇਹਦੇ ਵਿੱਚ ਕੋਈ ਗੱਲ ਨਹੀਂ ਹੈ, ਕੋਈ ਐਸਾ ਮਜ਼ਾਕ ਵਾਲੀ ਗੱਲ ਕੋਈ ਨਹੀਂ। ਕੋਈ ਵੀ ਦੋਸਤ ਉੱਤੇ ਆ ਕੇ ਕੋਈ ਐਸੀ ਗੱਲ ਕਰ ਰਿਹਾ ਤਾਂ ਮੇਰੇ ਨਜ਼ਦੀਕ ਗਲਤ ਗੱਲ ਕਰ ਰਿਹਾ। ਇਹ ਉਹਨਾਂ ਦਾ ਜ਼ਾਤੀ ਫੈਸਲਾ ਵੇ, ਅਗਰ ਉਹਨਾਂ ਨੇ ਕੀਤਾ ਠੀਕ ਹੈ। ਔਰ ਜੋ ਵੀ ਉਹਨਾਂ ਸੋਚ ਸਮਝ ਕੇ ਕੀਤਾ ਜਾਂ ਵੈਸੇ ਕੀਤਾ, ਇਹ ਉਹਨਾਂ ਦਾ ਜ਼ਾਤੀ ਫੇਲ ਹੈ। ਠੀਕ ਹੋ ਗਿਆ। ਉਹਦੇ ਉੱਤੇ ਮੇਰਾ ਨਹੀਂ ਖਿਆਲ ਕਿ ਕਿਸੇ ਨੂੰ ਇਤਰਾਜ਼ ਕਰਨਾ ਚਾਹੀਦਾ। ਠੀਕ ਹੈ, ਉਹਨਾਂ ਨੇ ਜਮਾਤ ਅਹਿਮਦੀ ਨੂੰ ਅਗਰ ਛੱਡ ਦਿੱਤਾ ਤੇ ਕੋਈ ਐਸਾ ਮਸਲਾ ਨਹੀਂ ਹੈ। ਬਸ ਮੈਂ ਇਹੀ ਕਹਿਣ ਆਇਆ ਸਾਂ, ਇਹੀ ਪੈਗਾਮ ਦੇਣ ਆਇਆ ਸਾਂ। ਠੀਕ ਹੈ। ਔਰ ਦੋਸਤਾਂ ਨੂੰ ਉੱਤੇ ਚੜਾ ਕੇ ਤੁਸੀਂ ਪ੍ਰੋਪੇਗੈਂਡਾ ਨਾ ਕਰਵਾਓ। ਇੱਕ ਉਹਨਾਂ ਦਾ ਜ਼ਾਤੀ ਫੇਲ ਹੈ ਜਿਹੜਾ ਸਾਕੀ ਸਾਹਿਬ ਨੇ ਕੀਤਾ ਵੇ। ਉਹਨਾਂ ਨੂੰ ਕੁਰਾਨ ਕਰੀਮ ਇਜਾਜ਼ਤ ਦਿੰਦਾ, ਉਹਨਾਂ ਤੋਂ ਇਲਾਵਾ ਵੀ ਹਰ ਇਨਸਾਨ ਨੂੰ ਦਿੰਦਾ, ਉਹ ਚਾਹੇ ਇਸਲਾਮ 'ਚ ਰਵੇ ਜਾਂ ਇਸਲਾਮ ਨੂੰ ਛੱਡ ਦੇਵੇ। ਠੀਕ ਹੈ, ਇਹ 'ਚ ਕੋਈ ਮਮਾਨਤ ਨਹੀਂ ਹੈ ਨਾ। ਤੇ ਇਸ ਵਾਸਤੇ ਇਹ ਪ੍ਰੋਪੇਗੈਂਡਾ ਬੰਦ ਕਰੋ। ਠੀਕ ਹੈ, ਬਾਕੀ ਤੁਸੀਂ ਲੱਗੇ ਰਹੋ। ਜੱਟ ਸਾਹਿਬ ਮੇਰਾ ਦਿਲ, ਤੁਸੀਂ ਇੱਥੇ ਹੀ ਖਲੋਵੋ ਤੇ ਮੈਂ ਮਿਰਜ਼ਾ ਸਾਹਿਬ ਦਾ ਪੋਸਟਰ ਤਿਆਰ ਕੀਤੇ ਹੈ ਤੇ ਮੈਂ ਜਿੱਥੇ ਮੁਬਾਰਕਬਾਦ ਲਿਖੀ ਹੈ ਨਾ, ਇੱਥੇ ਮੈਂ ਪੋਸਟਰ ਲਾ ਕੇ ਤੁਹਾਨੂੰ ਵਿਖਾਉਣਾ ਚਾਹੁੰਦਾ ਕਿ ਇਸਲਾਮ ਦੇ ਵਿੱਚ ਮਿਰਜ਼ਾ ਸਾਹਿਬ ਫਰਮਾਉਂਦੇ ਨੇ ਮੁਰਤਦ ਦੀ ਸਜ਼ਾ ਕਤਲ ਹੈ ਤੇ ਸਾਕੀ ਮੁਰਤਦ ਹੈ। ਨਹੀਂ, ਮਿਰਜ਼ਾ ਸਾਹਿਬ ਇਹ ਨਹੀਂ ਆਂਦੇ, ਉਹਦੇ ਬਾਰੇ ਤੁਸੀਂ ਨਾ ਉਹ ਜੇ ਨਾ ਆਖਿਆ ਵੇ ਮਿਰਜ਼ਾ ਸਾਹਿਬ ਨੇ ਮੇਰਾ ਖੂਨ ਮਾਫ, ਉਹ ਤੁਸੀਂ ਉਹ ਲੈਟਰ ਦਿੰਦੇ ਹੋ, ਕਿਸੇ ਨੂੰ ਲੈਟਰ ਲਿਖਿਆ ਗਿਆ, ਉਹਦੀ ਕੀ ਬੈਕਗਰਾਉਂਡ ਹੈ, ਉਹਦੇ ਬਾਰੇ ਤੁਹਾਡੀ ਰਿਕਵਰੀ ਸਾਹਿਬ ਨੇ ਪੂਰਾ ਜਿਹੜਾ ਨਾ ਪ੍ਰੋਗਰਾਮ ਕੀਤਾ ਵੇ YouTube ਤੇ। ਅੱਛਾ ਜੀ ਮੌਲਵੀ ਸਾਹਿਬ, ਇਹਦਾ ਜਵਾਬ ਦੋ ਟੋਕ ਇਹ ਵੇ ਕਿ ਅਗਰ ਮਿਰਜ਼ਾ ਸਾਹਿਬ ਨੇ ਲਿਖਿਆ ਹੋਇਆ ਤੇ ਸਾਕੀ ਸਾਹਿਬ ਨੇ ਇਸਲਾਮ ਨਹੀਂ ਛੱਡਿਆ। ਅੱਗੇ ਚੱਲੋ। ਕੀ ਹੋਇਆ? ਅਗਰ ਤੁਸੀਂ ਇਹੀ ਸਮਝਦੇ ਹੋ ਕਿ ਮਿਰਜ਼ਾ ਸਾਹਿਬ ਨੇ, ਤੁਸੀਂ ਇਬਾਰਤ ਲਿਖ ਕੇ ਨਾ ਲਾਓ, ਅਗਰ ਮਿਰਜ਼ਾ ਸਾਹਿਬ ਨੇ ਲਿਖਿਆ ਹੋਵੇ ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ। ਅਗਰ ਮਿਰਜ਼ਾ ਸਾਹਿਬ ਨੇ ਲਿਖਿਆ ਤੇ ਸਾਕੀ ਸਾਹਿਬ ਨੇ ਕਿਹੜਾ ਇਸਲਾਮ ਛੱਡ ਦਿੱਤਾ? ਸਾਕੀ ਸਾਹਿਬ ਮੁਰਤਦ ਨੇ।
ਜੇ ਡਾਕਟਰ ਅਬਦੁਲ ਹਕੀਮ ਪਟਿਆਲਵੀ ਮੁਰਤਦ ਹੈ ਤੇ ਸਾਕੀ ਤੁਸੀਂ ਕਿਉਂ ਨਹੀਂ ਮੁਰਤਦ? ਤੁਸੀਂ ਕਹੀ ਜਾਓ। ਸ਼ਮਸੁਦੀਨ ਮੁਰਤਦ ਹੈ, ਇਰਫਾਨ ਬਰਕ ਮੁਰਤਦ ਹੈ, ਏਕੇ ਸ਼ੇਖ ਮੁਰਤਦ ਹੈ, ਤੇ ਚੰਦਾ ਮੁਰਤਦ ਹੈ, ਤੇ ਸਾਕੀ ਕਿਉਂ ਨਹੀਂ ਮੁਰਤਦ? ਉਹ ਗੱਲ ਸੁਣੋ, ਸਾਕੀ ਔਰ ਕਿਹੜੀ ਖੂਬੀ? ਇਸਤਲਾਹ ਵੇ, ਇਹ ਕੋਈ ਐਸੀ ਬੁਰੀ ਇਸਤਲਾਹ ਨਹੀਂ, ਇਹਨੂੰ ਤੁਸੀਂ ਮੰਨਫੀ ਨਾ ਹਰ ਵਕਤ ਲਿਆ ਕਰੋ। ਨਹੀਂ, ਜੋ ਵੀ ਇਸਤਲਾਹ ਹੈ ਨਾ, ਇਸ ਇਸਤਲਾਹ ਵਾਲਾ ਬੰਦਾ ਵਾਜਬੁਲ ਕਤਲ ਹੈ ਮਿਰਜ਼ਾ ਸਾਹਿਬ ਦੇ ਨਜ਼ਦੀਕ। ਨਹੀਂ, ਇਸ ਇਸਤਲਾਹ ਵਾਲਾ ਨਹੀਂ। ਰੱਦੇ ਕਾਦੀਆਨੀਅਤ ਰੱਦ ਤੋਂ ਮੁਰਾਦ ਇਹ ਹੁੰਦਾ ਕਿ ਇੱਕ ਚੀਜ਼ ਰੱਦ ਕਰ ਦੇਣਾ, ਉਹਨੂੰ ਫਿਰ ਜਾਣਾ। ਇਹ ਕੋਈ ਇਸ ਤਰ੍ਹਾਂ ਦਾ ਨਹੀਂ ਲਫ਼ਜ਼ ਕਿ ਜਿਹਨੂੰ ਕੋਈ ਗਾਲੀ ਬਣਾ ਕੇ ਪੇਸ਼ ਕੀਤਾ ਜਾਏ ਉਹ। ਲੇਕਿਨ ਇਹਦੀ ਜਿਹੜੀ ਮਿਰਜ਼ਾ ਸਾਹਿਬ ਜੋ ਬਿਆਨ ਕੀਤਾ ਉਹਦੀ ਤਫਸੀਰ ਜਿਹੜੀ ਹੈ ਨਾ, ਉਹ ਮੈਨਵੀ ਲਿਹਾਜ਼ ਨਾਲ ਉਹ ਜੱਟ ਸਾਹਿਬ ਆਂਦੇ ਹੁੰਦੇ ਨੇ ਹੁਣ ਤੋਲੀਆ ਫੇਰੋ ਇਹਦੇ ਤੇ, ਜਿਹੜਾ ਫੇਰਨਾ ਤੋਲੀਆ ਮਾਰੋ ਇਹਦੇ ਤੇ। ਗੱਲ ਇੰਜੇ ਸਾਕੀ ਭਾਈ ਜਿਹੜੇ ਨਾ, ਅੱਲਾ ਦੀ ਕਸਮ ਮੇਰਾ ਬੜਾ ਦਿਲ ਹੈ ਇਹਨਾਂ ਨਾਲ ਇੱਕ ਪੂਰਾ ਪ੍ਰੋਗਰਾਮ ਘੰਟੇ ਡੇਢ ਦਾ ਕੀਤਾ ਜਾਏ, ਲੇਕਿਨ ਇੰਟਰਪਸ਼ਨ ਤੋਂ ਬਗੈਰ ਇੱਥੇ ਨਹੀਂ ਉਹ ਗੱਲ ਹੋ ਸਕਦੀ। ਤੇ ਮੈਂ ਕੋਸ਼ਿਸ਼ ਕਰਾਂਗਾ ਸਾਕੀ ਭਾਈ ਆਪਣੀ ਬਰਾੜ ਲਗਾ ਕੇ ਨਾ, ਤੇ ਤੁਹਾਡੇ ਨਾਲ ਜਾਂ ਮੇਰਾ ਨੇ ਬਰਾੜ ਉੱਤੇ ਬਿਹਤਰ ਹੋਵੇਗਾ ਬਜਾਏ ਪ੍ਰਾਈਵੇਟ। ਮਾਮੇ ਤੋਂ ਬਗੈਰ ਇਹਨੇ ਨਹੀਂ ਜਾਣਾ ਭਾਂਜੇ ਨੂੰ ਉਤਰੇ। ਨਹੀਂ, ਤੁਸੀਂ ਵੀ ਆ ਜਾਣਾ ਨਾਲ। ਨਾਨਕਿਆਂ ਤੋਂ ਬਗੈਰ ਦੋ ਤਰਵਾਨ ਜਿਹੜੇ ਨੇ ਨਾ, ਉਹ ਨਹੀਂ ਜਿਕਰੇ ਜਾਣਾ ਉਹਨਾਂ ਨੇ। ਤੁਸੀਂ ਵੀ ਨਾਲ ਆ ਜਾਇਆ ਜੇ, ਤੁਸੀਂ ਦੋਵੇਂ। ਠੀਕ, ਜਿਸ ਤਰ੍ਹਾਂ ਤੱਲਤ ਸਾਹਿਬ ਨੇ ਅੱਜ ਕੀਤਾ ਘੰਟੇ ਇੱਕ ਦਾ ਪ੍ਰੋਗਰਾਮ। ਜੱਟ ਸਾਹਿਬ ਵੇਖਿਆ ਤੁਸੀਂ ਪ੍ਰੋਗਰਾਮ ਤੱਲਤ ਸਾਹਿਬ ਵਾਲਾ? ਉਹ ਤੇ ਮਨਾਜ਼ਰ ਤੁਸੀਂ ਹੋਰ ਸਟਾਈਲ ਨਾਲ, ਪਰ ਮੈਂ ਨਹੀਂ ਉਸ ਚੀਜ਼ ਨੂੰ। ਮੈਂ ਤੇ ਆਂਦਾ ਰਿਹਾ ਮਨਾਜ਼ਰਾ ਨਹੀਂ ਹੈ, ਤੁਸੀਂ ਤੇ ਇੰਟਰਵਿਊ ਕਰਨਾ ਸੀ ਸਾਕੀ ਦਾ। ਅੱਛਾ ਆਮਰ ਵਾਬੀ ਸਾਹਿਬ, ਇਸ ਤੋਂ ਹਟ ਕੇ ਅਗਰ ਤੁਹਾਡੀ ਇਜਾਜ਼ਤ ਹੋਏ, ਕਿਉਂਕਿ ਤੁਹਾਡੀ ਬਰਾੜ ਹੈ, ਇੱਕ ਸਵਾਲ ਪੁੱਛ ਸਕਣਾ? ਮੈਨੂੰ ਪੁੱਛ ਸਕਦੇ ਹੋ, ਮੈਨੂੰ ਦੋ ਪੁੱਛ ਸਕਦੇ ਹੋ। ਅੱਛਾ ਆਮਰ ਵਾਬੀ ਸਾਹਿਬ, ਇਹ ਦੱਸੋ ਕਿ ਹਜ਼ਰਤ ਉਸਮਾਨ ਦੀ ਸ਼ਹਾਦਤ ਜ਼ਿਆਦਾ ਅਫਜ਼ਲ ਹੈ ਜਾਂ ਹਜ਼ਰਤ ਇਮਾਮ ਹੁਸੈਨ ਦੀ? ਸ਼ਹਾਦਤ ਦੇ ਵਿੱਚ ਅਫਜ਼ਲੀਅਤ ਦਾ ਕਿਹੜੇ ਜ਼ਿਕਰ ਨਹੀਂ, ਫਲਾਣੇ ਦੀ ਸ਼ਹਾਦਤ ਅਫਜ਼ਲ ਹੈ ਤੇ ਫਲਾਣੇ ਦੀ ਨਹੀਂ। ਇਹ ਅੱਲਾ ਦੇ ਹਾਂ ਅਮਲ ਹੈ, ਉਹਨੂੰ ਪਤਾ ਕਿਹਦੀ ਅਫਜ਼ਲ ਹੈ ਤੇ ਕਿਹਦੀ ਅਦਨਾ ਹੈ। ਇਸਲਾਮ ਦੀ ਜ਼ਿਆਦਾ ਖਿਦਮਤ ਹਜ਼ਰਤ ਇਮਾਮ ਹੁਸੈਨ ਨੇ ਕੀਤੀ ਹੈ ਜਾਂ ਹਜ਼ਰਤ ਉਸਮਾਨ ਨੇ? ਇਸਲਾਮ ਦੀ ਖਿਦਮਤ ਜੀ ਕੀ ਮਤਲਬ? ਇਸਲਾਮ ਦੀ ਖਿਦਮਤ ਹਜ਼ਰਤ ਉਸਮਾਨ ਨੇ ਜ਼ਿਆਦਾ ਕੀਤੀ ਹੈ। ਅੱਛਾ ਸਰ, ਮੇਰੀ ਤਰਫੋਂ ਇਜਾਜ਼ਤ ਹੈ, ਮੈਂ ਫਿਰ ਤੇ ਹਜ਼ਰਤ ਇਮਾਮ ਹੁਸੈਨ ਨੇ ਕਿਹੜੀ ਕਿਹੜੀ ਖਿਦਮਤ ਕੀਤੀ, ਥੋੜੀ ਜਿਹੀ ਕੋਈ ਬਿਆਨ ਕਰੋ, ਉਹਨਾਂ ਦੀ ਫਜ਼ੀਲਤ ਤੇ ਕੋਈ ਸਾਨੂੰ ਦੱਸੋ। ਅਗਰ ਉਹਨਾਂ ਨੇ ਕੋਈ ਵੀ ਨਾ ਉਹ ਖਲੀਫਾ ਨਹੀਂ ਬਣੇ, ਅਗਰ ਉਹ ਖਲੀਫਾ ਬਣ ਕੇ ਤੇ ਉਹ ਹਜ਼ਰਤ ਉਸਮਾਨ ਔਰ ਇਸਲਾਮੀ ਰਿਆਸਤ ਨੂੰ ਵਸਤ ਨਹੀਂ ਵੀ ਦੇ ਸਕੇ, ਤਾਂ ਵੀ ਸਾਡੇ ਦਿਲ 'ਚ ਉਹਨਾਂ ਦਾ ਜਿਹੜਾ ਪਿਆਰ ਤੇ ਮੁਹੱਬਤ ਹੈ, ਉਹ ਨਬੀ ਅਲੈਹਿਸਸਲਾਤੁ ਵਸਲਾਮ ਦੇ ਨਵਾਸੇ ਦੀ ਵਜ੍ਹਾ ਤੋਂ, ਉਹਨਾਂ ਦਾ ਖੂਨ ਸੀ, ਉਹਨਾਂ ਦਾ ਜਿਗਰ ਦਾ ਟੁਕੜਾ ਸੀ। ਅਸਲ ਤੇ ਚੀਜ਼ ਉਹਨਾਂ ਦੀ ਮੁਹੱਬਤ ਸਾਡੇ ਦਿਲ 'ਚ ਹੈ। ਇਸ ਤਰ੍ਹਾਂ ਫਜ਼ੀਲਤ ਹੋ ਜਾਂਦੀ ਹੈ ਕਿ ਕੋਈ ਕਿਸੇ ਦਾ ਨਵਾਸਾ ਹੋਵੇ? ਸੁਣੋ ਨਾ, ਦੇਖੋ ਤੁਸੀਂ ਬਿਆਨ ਕੀਤਾ, ਮੇਰਾ ਸਵਾਲ ਲੈ ਲਓ, ਨਾਲ ਨਾਲ ਗੱਲ ਕਰਨੇ ਆ। ਕਿਆ ਕਿਸੇ ਦਾ ਨਵਾਸਾ ਜਾਂ ਬੇਟਾ ਹੋਣਾ ਹੀ ਫਜ਼ੀਲਤ ਕਾਫੀ ਹੁੰਦੀ ਹੈ? ਮੈਂ ਤੇ ਪਹਿਲਾਂ ਅਰਜ਼ ਕੀਤੀ ਜੱਟ ਸਾਹਿਬ ਕਿ ਮੈਂ ਫਜ਼ੀਲਤ ਦਾ ਜਵਾਬ ਨਹੀਂ ਦੇ ਰਿਹਾ, ਮੈਂ ਅਕੀਦਤ ਦਾ ਜਵਾਬ ਦੇ ਰਿਹਾ। ਸਾਡੀ ਅਕੀਦਤ ਹਜ਼ਰਤ ਉਸਮਾਨ ਦੀ ਨਿਸਬਤ ਹਜ਼ਰਤ ਹੁਸੈਨ ਨਾਲ ਜ਼ਿਆਦਾ ਹੈ, ਕਿਉਂਕਿ ਉਹ ਨਬੀ ਦੇ ਨਵਾਸੇ ਸਨ। ਵੈਸੇ ਤੇ ਹਜ਼ਰਤ ਉਸਮਾਨ ਨਾਲ ਵੀ ਸਾਡੀ ਮੁਹੱਬਤ ਅਕੀਦਤ ਘੱਟ ਨਹੀਂ, ਲੇਕਿਨ ਨਬੀ ਦਾ ਨਵਾਸਾ ਇਸ ਤਰ੍ਹਾਂ ਦੇਖੋ, ਇੱਕ ਰਸੂਲullah ਨੇ ਕਿਹਾ ਕਿ ਅਮਲਾਂ ਨਾਲ ਹੀ ਨਾ ਆਪਣੀ ਬੇਟੀ ਨੂੰ ਜਦੋਂ ਜੰਨਤ ਦੀ ਬਿਸ਼ਾਰਤ ਦਿੱਤੀ, ਔਰ ਪਹਿਲਾਂ ਕਿਹਾ ਬੇਟੀ ਆਪਣੇ ਅਮਲਾਂ ਨਾਲ ਹੀ ਸਾਰਾ ਕੰਮ ਹੋਣਾ ਵੇ, ਫਿਰ ਜੰਨਤ ਦੀ ਬਿਸ਼ਾਰਤ ਵੀ ਦਿੱਤੀ ਨਾਲ ਹੀ। ਔਰ ਸਾਰਿਆਂ ਨੂੰ ਜਿਹੜਾ ਖੁਤਬੇ ਦਾ ਜ਼ਿਕਰ ਕੀਤਾ ਕਿ ਅਰਬੀ ਨੂੰ ਅਜਮੀ ਤੇ ਕੋਈ ਫੋਕੀਅਤ ਹਾਸਲ ਨਹੀਂ, ਠੀਕ ਹੋ ਗਿਆ ਨਾ। ਤੇ ਇਹਦੇ ਵਿੱਚ ਜ਼ਾਹਰੀ ਗੱਲ ਹੈ ਕਿ ਇਮਾਮ ਹੁਸੈਨ ਰਜ਼ੀ ਅੱਲਾਹ ਅਨਹੂ ਵੀ ਆਉਂਦੇ ਸਨ, ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਕਿ ਅਸੀਂ ਉਹਨਾਂ ਦੀ ਜ਼ਿਆਦਾ ਕਰਨੇ, ਔਰ ਹਜ਼ਰਤ ਉਸਮਾਨ ਗਨੀ ਰਜ਼ੀ ਅੱਲਾਹ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਇਸਲਾਮ, ਜਦੋਂ ਮੁਸਲਮਾਨਾਂ ਕੋਲ ਕੁਛ ਨਹੀਂ ਸੀ ਹੈ, ਉਹਨਾਂ ਨੇ ਇਸਲਾਮ ਦੀ ਖਿਦਮਤ ਕੀਤੀ, ਆਪਣਾ ਜ਼ਾਤੀ ਪੈਸਾ ਲਾ ਕੇ, ਔਰ ਕੂਆਂ ਮਿੱਠਾ ਕੂਆਂ ਖਰੀਦ ਕੇ ਦਿੱਤਾ। ਇੱਕ 30 ਸੈਕਿੰਡ ਹੋਰ ਦੇ ਦਿਓ, ਫਿਰ ਮੈਂ ਤੁਹਾਡੀ ਸੁਣਨਾ। ਹਜ਼ਰਤ ਉਸਮਾਨ ਗਨੀ ਰਜ਼ੀ ਅੱਲਾਹ ਅਨਹੂ ਨੇ ਇਸਲਾਮ ਦੀ ਉਹ ਖਿਦਮਤ ਉਸ ਟਾਈਮ ਕੀਤੀ ਜਦੋਂ ਮੁਸਲਮਾਨਾਂ ਕੋਲ ਕੁਛ ਨਹੀਂ ਸੀ ਹੈ ਨਾ, ਤੇ ਉਹਨਾਂ ਨੇ ਮਿੱਠਾ ਕੂਆਂ ਖਰੀਦ ਕੇ ਦਿੱਤਾ, ਜਦੋਂ ਕਿ ਮੁਸਲਮਾਨਾਂ ਕੋਲ ਮਿੱਠਾ ਪਾਣੀ ਪੀਣ ਵਾਸਤੇ ਵੀ ਨਹੀਂ ਸੀ ਹੈ ਨਾ। ਤੇ ਇਸੇ ਤਰ੍ਹਾਂ ਜਾਇਦਾਦ ਦਾ ਬਹੁਤ ਸਾਰਾ ਹਿੱਸਾ, ਔਰ ਬਾਅਦ ਰਵਾਇਤ ਦੇ ਮੁਤਾਬਿਕ ਸਾਰਾ ਕੁਛ ਹੀ ਆਪਣਾ ਇਸਲਾਮ ਦੀ ਖਾਤਰ ਲੜਾ ਦਿੱਤਾ ਗਿਆ। ਤੇ ਜ਼ਾਹਰੀ ਗੱਲ ਹੈ ਕਿ ਜਿਹੜਾ ਅਸੀਂ ਸਾਡੇ ਸਾਹਮਣੇ ਜ਼ਾਹਰੀ ਚੀਜ਼ਾਂ ਔਰ ਕਿਤਾਬਾਂ ਤੋਂ ਸਾਨੂੰ ਉਹਨਾਂ ਦੀ ਤਾਰੀਖ ਮਿਲਦੀ ਹੈ, ਤੇ ਉਹਦੇ ਮੁਤਾਬਕ ਤੇ ਫਿਰ ਅਮਲਾਂ ਨਾਲ ਹੀ ਗੱਲਾਂ ਬਣਨੀਆਂ ਨੇ ਨਾ। ਇਹ ਖਾਲੀ ਨਵਾਸਾ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਹੋਣ ਨਾਲ ਫਜ਼ੀਲਤ ਤੁਸੀਂ ਕਿਸ ਤਰ੍ਹਾਂ ਜ਼ਿਆਦਾ ਕਰ ਸਕਦੇ ਹੋ, ਇਹ ਨਹੀਂ ਮੈਨੂੰ ਸਮਝ ਆਉਂਦੀ। ਫਿਰ ਉਹੀ ਗੱਲ ਹੈ ਜਿਹੜੀ ਮੈਂ ਅੱਗੇ ਅਰਜ਼ ਕੀਤੀ ਹੈ ਕਿ ਤੁਹਾਡੇ ਜ਼ਿਹਨ 'ਚ ਗੱਲ ਫਿਕਸ ਹੋ ਗਈ ਫਜ਼ੀਲਤ ਵਾਲੀ। ਮੈਂ ਪਿਆਨਾ ਕਿ ਜਿਹੜੀ ਕਿਸੇ ਦੀ ਫਜ਼ੀਲਤ ਹੈ ਉਹ ਅੱਲਾ ਦੇ ਹਾਂ ਹੈ, ਕਿੰਨੀ ਹੈ ਕਿਹਦੀ ਕਿੰਨੀ ਹੈ ਇਹ ਸਿਰਫ ਅੱਲਾ ਜਾਣਦਾ ਹੈ। ਕਈ ਬੰਦੇ ਨੇ ਨਬੀ ਅਲੈਹਿਸਸਲਾਮ ਨੇ ਮਿਸਾਲਾਂ ਦੇ ਦੇ ਕੇ ਦੱਸਿਆ ਕਿ ਬਈ ਕਿਸੇ ਬੰਦੇ ਦੀ ਜਿਹੜੀ ਜ਼ਾਹਿਰੀ ਇਬਾਦਤ
ਤੇ ਤੁਸੀਂ ਨਹੀਂ ਜਾਣਦੇ, ਇੱਕ ਸਾਹਬੀ ਰਸੂਲ ਸਨ, ਉਹ ਜੰਗ ਦੇ ਵਿੱਚ ਸ਼ਹੀਦ ਹੋਏ, ਸਾਹਬੀ ਹੋਣ ਦੇ ਬਾਵਜੂਦ ਜੰਗ ਵਿੱਚ ਸ਼ਹੀਦ ਹੋਏ। ਤੇ ਸਾਹਬਾ ਨੇ ਆਖਿਆ ਇਹ ਜੰਨਤ ਜਾ ਰਹੇ ਨੇ। ਨਬੀ ਅਲੈਹਿਸ ਸਲਾਮ ਨੇ ਇੰਨੀ ਸਖਤ ਵਈਦ ਸੁਣਾਈ ਕਿ ਦੁਹਰਾਈ ਨਹੀਂ ਜਾ ਸਕਦੀ ਜ਼ਬਾਨ ਨਾਲ। ਕਿਉਂ ਦੱਸਿਆ ਕਿ ਇਹਨੇ ਬੈਤੁਲ ਮਾਲ ਦੀਆਂ ਉਹ 2 ਚਾਦਰਾਂ ਸਨ ਤੇ ਉਹਨਾਂ ਦਾ ਮਸਲਾ ਸੀ ਉਹਨਾਂ ਦਾ ਸਾਹਬੀ ਰਸੂਲ। ਭਾਈਜਾਨ, ਅਸੀਂ ਕਿਸੇ ਬੰਦੇ ਦੀ ਆਕਬਤ ਦੀ ਫਜ਼ੀਲਤ ਦਾ ਫੈਸਲਾ ਨਹੀਂ ਕਰ ਸਕਦੇ ਹਾਂ। ਹਜ਼ਰਤ ਉਸਮਾਨ ਦੀਆਂ ਖਿਦਮਾਤ ਬਿਲਕੁਲ ਸਾਰੀ ਮੁਸਲਿਮ ਉਮਤ ਔਰ ਬਿਲਖਸੂਸ ਹੈ ਕਿ ਨਵਾਜ਼ ਰਸੂਲ ਨਾਲ ਅਸੀਂ ਜ਼ਿਆਦਾ ਅਕੀਦਤ ਰੱਖਨੇ ਆ। ਭਾਈ ਮੁਹੱਬਤ ਹੋਰ ਚੀਜ਼ ਹੈ, ਮੁਹੱਬਤ ਦਿਲ ਦਾ ਅਮਲ ਹੈ। ਜੱਟ ਸਾਹਿਬ ਗੱਲ ਤੇ ਕਰ ਲੈ ਵੇ ਕਿ ਨਵਾਜ਼ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਸਨ ਉਹਨਾਂ ਦਾ ਜਾਂ ਤੇ ਕੋਈ ਤਰੀਕ ਜੋ ਸਾਨੂੰ ਦਿਓ ਕਿ ਅਸੀਂ ਪੜ੍ਹ ਸਕੀਏ, ਤਾਂ ਕਿ ਜ਼ਾਹਰੀ ਚੀਜ਼ਾਂ ਦੇਖੋ। ਅਸੀਂ ਅੱਜ ਵੀ ਤਰੀਕ ਜਿਹੜੀ ਚੀਜ਼ ਸਾਨੂੰ ਦਿੰਦੀ ਹੈ ਨਾ, ਅਸੀਂ ਉਹਨੂੰ ਹੀ ਪੜ੍ਹਨੇ ਆ ਔਰ ਉਹਨੂੰ ਹੀ ਵੇਖਨੇ ਆ, ਠੀਕ ਹੈ। ਕਿਉਂਕਿ ਡਾਇਰੈਕਟਲੀ ਕੋਈ ਅੱਲਾਹ ਤਾਲਾ ਤਾਂ ਨਹੀਂ ਸਾਨੂੰ ਦੱਸ ਰਿਹਾ ਨਾ, ਅਸੀਂ ਤਰੀਕ ਤੋਂ ਵੇਖ ਕੇ ਚੀਜ਼ਾਂ ਲੈਂਦੇ ਆ ਨਾ। ਸਾਨੂੰ ਜ਼ਾਹਰੀ ਚੀਜ਼ਾਂ ਜਿਹੜੀਆਂ ਮਿਲੀਆਂ ਉਸਮਾਨ ਗਨੀ ਰਜ਼ੀ ਅੱਲਾਹ ਅਨਹੂ ਦੀਆਂ, ਉਤੋਂ ਫਿਰ ਜ਼ਾਹਰ ਇਹੀ ਹੁੰਦਾ ਵੇ ਕਿ ਕਿਨਾ ਲਈਦਾ ਉਸਮਾਨ ਗਨੀ ਰਜ਼ੀ ਅੱਲਾਹ ਅਨਹੂ ਜਿਹੜੇ ਨੇ ਉਹਨਾਂ ਦੀ ਫਜ਼ੀਲਤ ਅਲਟੀਮੇਟਲੀ ਜ਼ਿਆਦਾ ਹੁੰਦੀ ਹੈ। ਤੁਸੀਂ ਇੱਕ ਗੱਲ ਤਾਂ ਕਹਿ ਦਿੰਦੇ ਹੋ ਕਿ ਉਹਨਾਂ ਦੀ ਅਕੀਦਤ ਜ਼ਿਆਦਾ ਹੈ ਮੈਨੂੰ ਨਵਾਜ਼ ਰਸੂਲ ਨਾਲ, ਠੀਕ ਹੈ, ਹਜ਼ਰਤ ਉਸਮਾਨ ਨਾਲ ਜ਼ਿਆਦਾ। ਇਹ ਅੱਛਾ, ਮੈਨੂੰ ਗੱਲ ਕਰ ਲੈਂਦੇ ਜੇ ਹੁਣ, ਮੈਨੂੰ ਗੱਲ ਦੇ ਵਿੱਚ ਪਲੀਜ਼ ਨਾ ਟੋਕਿਆ ਜੇ। ਤੁਸੀਂ ਸਵਾਲ ਪੇ ਕਰਦੇ ਹੋ, ਸਵਾਲ ਦਾ ਟਾਈਮ ਥੋੜਾ ਹੋਣਾ ਚਾਹੀਦਾ, ਜਵਾਬ ਦਾ ਟਾਈਮ ਜ਼ਿਆਦਾ ਹੋਣਾ ਚਾਹੀਦਾ। ਗੁਜ਼ਾਰਿਸ਼ ਇਹ ਹੈ ਦੋਵਾਂ ਚੀਜ਼ਾਂ ਨੂੰ ਤੁਸੀਂ ਅਲੱਗਾ ਨਹੀਂ ਕਰ ਰਹੇ, ਤੁਸੀਂ ਜਾਣ ਬੁੱਝ ਕੇ ਫਿਰ ਫਜ਼ੀਲਤ ਵੱਲ ਜਾ ਰਹੇ ਹੋ, ਜਦ ਕਿ ਮੈਂ ਫਜ਼ੀਲਤ ਦਾ ਜਵਾਬ ਦੇ ਚੁੱਕਿਆ। ਫਜ਼ੀਲਤ ਅੱਲਾ ਦੇ ਹਾਂ ਕਿਹਦੀ ਕਿੰਨੀ ਹੈ ਅਸੀਂ ਨਹੀਂ ਜਾਣਦੇ, ਅੱਲਾ ਜਾਣਦਾ ਏ। ਉਹ ਖੁਦ ਬੰਦਾ ਵੀ ਸ਼ਾਇਦ ਨਹੀਂ ਜਾਣਦਾ ਹੋਣਾ ਕਿ ਮੇਰੀ ਫਜ਼ੀਲਤ ਉੱਥੇ ਕਿੰਨੀ ਹੈ। ਸਿਰਫ ਅੱਲਾ ਜਾਣਦਾ ਕਿ ਉਹਦੀ ਫਜ਼ੀਲਤ ਕਿੰਨੀ, ਕਿਹਦੀ ਕਿੰਨੀ ਫਜ਼ੀਲਤ ਹੈ। ਅਸਲ ਚੀਜ਼ ਹੈ ਨਬੀ ਅਲੈਹਿਸਸਲਾਤੁ ਵਸਲਾਮ ਦੇ ਜਿਹੜੇ ਨਵਾਸੇ ਨੇ ਉਹਨਾਂ ਦੇ ਨਾਲ ਮੁਹੱਬਤ ਲੋਕਾਂ ਦੀ ਨਬੀ ਪਾਕ ਦੇ ਨਵਾਸਾ ਹੋਣ ਦੀ ਵਜ੍ਹਾ ਤੋਂ, ਨਾ ਕਿ ਉਹਨਾਂ ਦੀ ਖਿਦਮਤ ਇਸਲਾਮ ਹੋਣ ਦੀ ਵਜ੍ਹਾ ਤੋਂ। ਕਿ ਉਹ ਕੋਈ ਖਲੀਫਾ ਸਨ ਤੇ ਉਹਨਾਂ ਦੇ ਦੌਰ 'ਚ ਫਤੂਹਾਤ ਹੋਈਆਂ ਤੇ ਉਹਨਾਂ ਨੇ ਮੁਲਕ ਫਤਹ ਕੀਤੇ ਨੇ, ਜਾਂ ਉਹਨਾਂ ਨੇ ਇਸਲਾਮ ਦੀ ਇਸ ਤਰ੍ਹਾਂ ਦੀ ਖਿਦਮਤ ਕੀਤੀ ਕਿ ਉਹਨਾਂ ਕੋਲ ਬੜਾ ਮਾਲ ਸੀ ਹਜ਼ਰਤ ਉਸਮਾਨ ਔਰ, ਤੇ ਉਹਨਾਂ ਕੂਆਂ ਖਰੀਦ ਕੇ ਦਿੱਤਾ, ਜਾਂ ਮਦੀਨੇ ਦੇ ਵਿੱਚ ਕਹਿਤ ਪੈ ਗਿਆ ਤੇ ਉਹਨਾਂ ਗੱਲੇ ਦੀਆਂ ਬੋਰੀਆਂ ਲਿਆ ਕੇ ਚੌਕ ਦੇ ਵਿੱਚ ਰੱਖ ਕੇ ਤੇ ਉਹਨਾਂ ਦੀ ਮਨਾਦੀ ਕਰਾਤੀ, ਲੋਕਾਂ ਨੂੰ ਫ੍ਰੀ ਦੇਤੀਆਂ। ਸਾਰੀਆਂ ਗੱਲਾਂ ਮੇਰੇ ਜ਼ਿਹਨ 'ਚ ਨੇ। ਮੈਂ ਇਹ ਪਿਆਰਜ਼ ਕਰਨਾ ਕਿ ਇਹ ਅਮਲ ਜਿੰਨੇ ਹਨ ਨਾ, ਇਹ ਆਖਰਤ ਵਾਸਤੇ ਨੇ। ਆਖਰਤ ਵਿੱਚ ਕਿਹਦੇ ਕਿੰਨੇ ਅਮਲ ਕਬੂਲ ਨੇ, ਕਿੰਨੇ ਰੱਦ ਨੇ, ਅੱਲਾ ਜਾਣਦਾ ਹੈ। ਅਸੀਂ ਕਿਸੇ ਦੀ ਫਜ਼ੀਲਤ ਹੈ ਇਸ ਦੁਨੀਆ ਦੇ ਉੱਤੇ ਜੱਟ ਸਾਹਿਬ ਫੈਸਲਾ ਨਹੀਂ ਕਰ ਸਕਦੇ। ਅਸੀਂ ਸਿਰਫ ਔਰ ਸਿਰਫ ਮੁਹੱਬਤ ਜਿਹਦਾ ਜ਼ਿਕਰ ਪੇ ਕਰਨੇ ਆ ਨਾ, ਉਹ ਮੁਹੱਬਤ ਬੰਦੇ ਦੇ ਆਪਣੇ ਇਖਤਿਆਰ 'ਚ ਨਹੀਂ ਹੁੰਦੀ। ਉਹ ਮੁਹੱਬਤ ਦਿਲ ਦਾ ਅਮਲ ਹੈ। ਉਹ ਜਿੱਧਰ ਬੰਦੇ ਦਾ ਦਿਲ ਉਹਨੂੰ ਖਿੱਚਦਾ ਉਹ ਲੈ ਜਾਂਦਾ ਮੁਹੱਬਤ ਨੂੰ। ਨਬੀ ਪਾਕ ਦਾ ਨਵਾਸਾ ਹੋਣ ਦੀ ਵਜ੍ਹਾ ਤੋਂ ਲੋਕਾਂ ਦੇ ਦਿਲ 'ਚ ਨਬੀ ਪਾਕ ਦੀ ਜਿਹੜੀ ਮੁਹੱਬਤ ਹੈ, ਨਬੀ ਪਾਕ ਦੇ ਨਵਾਸੇ ਦੀ ਜਿਹੜੀ ਮੁਹੱਬਤ ਹੈ, ਉਹ ਬਿਲਕੁਲ ਗੈਰ ਕਹਿ ਲਓ ਕਿ ਅਨਕੰਟਰੋਲੇਬਲ ਹੈ। ਲੋਕਾਂ ਨੇ ਇਹ ਨਹੀਂ ਦੇਖਣਾ ਕਿ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਾਲਾ ਨੇ ਕੀ ਕੀਤਾ ਤੇ ਕੀ ਕੀਤਾ। ਉਹਨਾਂ ਨੂੰ ਇੰਨਾ ਪਤਾ ਕਿ ਨਬੀ ਪਾਕ ਦਾ ਨਵਾਸਾ, ਤੇ ਨਬੀ ਪਾਕ ਇਹਦੇ ਨਾਲ ਇੰਨਾ ਪਿਆਰ ਕਰਦੇ ਸਨ ਕਿ ਉਹਨਾਂ ਨੂੰ ਕੰਧਿਆਂ ਤੇ ਚੁੱਕ ਕੇ ਤੇ ਝੂਲੇ ਦਿੰਦੇ ਸਨ ਤੇ ਉਹਨਾਂ ਦਾ ਮੂੰਹ ਚੁੰਮਦੇ ਸਨ ਤੇ ਆਂਦੇ ਸਨ ਇਹ ਮੇਰਾ ਬੇਟਾ ਹੈ ਹੁਸੈਨ, ਮੇਰਾ ਬੇਟਾ ਹਸਨ, ਤੇਰਾ ਬੇਟਾ ਅਲੀ। ਇੰਨਾ ਪਿਆਰ ਉਹਨਾਂ ਨਾਲ ਕਰਦੇ ਸਨ। ਸਾਹਬੀ ਰਸੂਲ ਗਲੀ 'ਚ ਆਏ ਤਾਂ ਉਹਨਾਂ ਨੇ ਆਖਿਆ ਯਾ ਰਸੂਲल्लाह ਕਿੱਡੀ ਸੋਹਣੀ ਸਵਾਰੀ ਹੈ। ਉਹਨਾਂ ਦੋਵਾਂ ਨਵਾਸਿਆਂ ਨੂੰ ਚੁੱਕਿਆ ਤੇ ਉਹਨਾਂ ਆਖਿਆ ਵੇਖ ਸਵਾਰ ਕਿੱਡੇ ਸੋਹਣੇ ਨੇ। ਨਬੀ ਪਾਕ ਨੂੰ ਦੋਤਰਿਆਂ ਨਾਲ ਬੜਾ ਪਿਆਰ ਸੀ। ਮਿੰਬਰ ਤੇ ਖੁਤਬਾ ਦੇ ਰਹੇ ਸੀ ਤੇ ਨਬੀ ਅਲੈਹਿਸਸਲਾਮ ਮਿੰਬਰ ਤੇ ਸਾਹਮਣੇ ਖਲੋ ਕੇ ਮਸਜਿਦ ਨਬਵੀ ਦੇ ਵਿੱਚ ਖੁਤਬਾ ਪੇ ਦਿੰਦੇ ਨੇ। ਸਾਹਮਣੇ ਦੋਤਰੇ ਆਏ ਨੇ, ਛੋਟੇ ਛੋਟੇ ਬੱਚੇ ਸਨ, 2-2 3-3 ਸਾਲ ਦੇ, ਤੇ ਉਹ ਇੱਕ ਇੰਗੀ ਤੁਝੇ ਜੁੰਡੀ ਫੜ ਕੇ ਆ ਰਹੇ ਸਨ। ਮਸਜਿਦ ਦੇ ਸੇਨ 'ਚ ਦਾਖਲ ਹੋਏ, ਇੱਕ ਡਿੱਗ ਪਿਆ ਤੇ ਦੂਜਾ ਜਿਹੜਾ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ। ਨਬੀ ਅਲੈਹਿਸਸਲਾਮ ਮਿੰਬਰ ਤੋਂ ਉਤਰ ਕੇ ਆਏ, ਦੌੜ ਕੇ ਆ ਕੇ ਆਪਣੇ ਦੋਤਰੇ ਨੂੰ ਚੁੱਕ ਲਿਆ ਤੇ ਬਾਅਦ 'ਚ ਦੁਬਾਰਾ ਮਿੰਬਰ ਤੇ ਜਾ ਕੇ ਚੜੇ ਤੇ ਆਖਿਆ ਇਹ ਔਲਾਦ ਜਿਹੜੀ ਹੈ ਲੋਕੋ ਅਜ਼ਮਾਇਸ਼ ਤੁਹਾਡੇ ਵਾਸਤੇ। ਦੇਖੋ ਇਸ ਬੱਚੇ ਦੀ ਅਮਨ ਨਜ਼ੀਰ ਸਾਹਿਬ, ਇਹ 2-3 ਗੱਲਾਂ ਦੀ ਵਜ੍ਹਾ ਨਾਲ ਅਕੀਦਾਂ ਨਹੀਂ ਵੱਧਦੀਆਂ, ਅਮਲਾਂ ਨਾਲ ਹੁੰਦੇ ਨੇ ਨਬੇੜੇ। ਗੱਲ ਇਹ ਵੇ 2-3 ਚੀਜ਼ਾਂ ਨਾਲ ਤੁਸੀਂ ਉਹਨਾਂ ਦੀ ਅਕੀਦਤ ਜ਼ਿਆਦਾ ਕਰਦੇ ਹੋ, ਬੜੀ ਅਜੀਬ ਗੱਲ ਹੈ। ਔਰ ਤੁਸੀਂ ਜਿਹੜੀ ਇਹ ਗੱਲ ਕਰ ਰਹੇ ਹੋ 2-3 ਤੋਂ ਇਲਾਵਾ ਕੋਈ ਚੀਜ਼ ਹੈ ਵੇ ਤਮਾਮ ਸਹਿਣ ਦੀ ਤਾਰੀਖ ਦੇ ਵਿੱਚ? ਮੈਂ ਦੱਸਣਾ ਇੱਕ ਹੈ ਕਰੋ। ਇੱਕ ਹੈ ਮਿਰਜ਼ਾ ਸਾਹਿਬ ਦੱਸਦੇ ਨਮਾਜ਼ ਪੜ੍ਹਨ ਡੇ ਸਨ ਤੇ ਉਨੀ ਦੇਰ ਸਜਦਾ ਲੰਬਾ ਕਰਤਾ। ਔਰ ਇੱਕ ਜਿਹੜੀ ਤਾਰੀਖ ਹਜ਼ਰਤ ਉਸਮਾਨ ਗਨੀ ਰਜ਼ੀ ਅੱਲਾਹ ਅਨਹੂ ਦੀ ਮਿਲਦੀ ਹੈ, ਪਤਾ ਨਹੀਂ ਉਹਨੂੰ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ। ਮੈਂ ਦੱਸਣਾ ਦੇ ਨਜ਼ਦੀਕ ਉਹ ਠੀਕ ਹੈ, ਗਲਤ ਹੈ। ਰਸੂਲ ਅੱਲਾਹ ਸੱਲਮ ਦੀਆਂ 2 ਬੇਟੀਆਂ ਉਹਨਾਂ ਦੇ ਨਾਲ ਵਿਆਹੀਆਂ ਗਈਆਂ, ਜੋ ਦੂਸਰੀ ਬੇਟੀ ਵੀ ਫੌਤ ਹੋ ਗਈ ਤੇ ਆਪ ਸੱਲਮ ਨੇ ਫਰਮਾਇਆ ਮੇਰੀਆਂ 100 ਬੇਟੀਆਂ ਵੀ ਹੁੰਦੀਆਂ ਤਾਂ ਮੈਂ ਉਸਮਾਨ ਤੇ ਕੁਰਬਾਨ ਕਰ ਦਿੰਦਾ। ਮੈਨੂੰ ਟਾਈਮ ਦੇ ਦਿਓ, ਮੇਰਾ ਟਾਈਮ ਖਤਮ ਹੋ ਚੱਲਿਆ। ਜੱਟ ਸਾਹਿਬ ਮੈਂ ਪਿਆਰਜ਼ ਕਰਨਾ ਕਿ ਹਜ਼ਰਤ ਇਮਾਮ ਹੁਸੈਨ ਦੀ
ਇੱਕ ਜਿਹੜੀ ਹੈ ਨਾ ਨਹੀਂ, ਜਿੱਥੇ ਨਬੀ ਸੁਣ ਤੇ ਲਵੋ, ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਜਿੱਥੇ ਫਰਮਾ ਰਹੇ ਨੇ ਕਿ ਮੇਰੀਆਂ 100 ਬੇਟੀਆਂ ਹੁੰਦੀਆਂ ਤੇ ਮੈਂ ਉਸਮਾਨ ਰਜ਼ੀ ਅੱਲਾਹ ਅਨਹੂ ਦੇ ਉੱਤੇ ਕੁਰਬਾਨ ਕਰ ਦਿੰਦਾ, ਲਫ਼ਜ਼ ਨਹੀਂ ਹੈ ਇਹ ਤੁਹਾਨੂੰ ਫਜ਼ੀਲਤ ਨਜ਼ਰ ਨਹੀਂ ਆਉਂਦੀ? ਇਹੋ ਜੀ ਇੱਥੇ ਇਹੋ ਹਕੀਕਤ ਜੀ ਇਸ ਨਜ਼ਰ ਤਰ੍ਹਾਂ ਨਹੀਂ ਦੀ ਕੋਈ ਆਉਂਦੀ? ਰਵਾਇਤ ਨਹੀਂ ਹੈ। ਅੱਛਾ ਮੈਨੂੰ ਗੱਲ ਕਰ ਲੈਣ ਦਿਓ ਇੱਕ ਮਿੰਟ। ਮੈਂ ਪਿਆ ਕਹਿਣਾ ਕਿ ਹਜ਼ਰਤ ਅੱਛਾ, ਇਮਾਮ ਹੁਸੈਨ ਦੇ ਬਾਰੇ ਇਸ ਤਰ੍ਹਾਂ ਦੀ ਕੋਈ ਰਵਾਇਤ ਨਹੀਂ ਹੈ ਨਾ ਇਹ ਵਾਲੀ। ਜਿਹੜੀ ਤੁਸੀਂ ਅੱਛਾ, ਹਜ਼ਰਤ ਠੀਕ ਇਮਾਮ ਹੈ। ਹੁਸੈਨ ਦੇ ਬਾਰੇ ਤੇ ਆਪਣੀਆਂ ਦੋ ਅੱਛਾ ਜਿਗਰ ਮੈਨੂੰ ਦੇ ਗੱਲ ਤੇ ਕਰੋ। ਦੋ ਤੁਸੀਂ ਬੇਟੀਆਂ ਸਵਾਲ ਦੀ ਸ਼ਾਦੀ ਕੀਤੀ ਕਿ ਨਹੀਂ ਕੀਤੀ, ਇਹ ਵੀ ਤਰੀਕ ਗੱਲ ਜੱਟ ਹੈ। ਸਾਹਿਬ ਤੁਸੀਂ ਸਵਾਲ ਕਰਦੇ ਹੋ ਪਏ ਜਾਂ ਤੁਸੀਂ ਜਵਾਬ ਦਿੰਦੇ ਹੋ ਪਏ? ਸਾਇਲ ਦਾ ਟਾਈਮ ਚੁੱਕਿਆ ਤੇ ਮੈਂ ਮੁਜੀਬ ਦਾ ਥੋੜਾ। ਅੱਛਾ ਆਖਰੀ ਮੈਨੂੰ ਇੱਕ ਦੋ ਗੱਲ ਕਰ ਲੈਣ ਦਿਓ। ਇਹ ਮਿਆਰ ਆਪਣੀ ਦਫਾ ਵੀ ਰੱਖਿਆ ਹਾਂ, ਕਰੋ, ਦੱਸੋ। ਫਿਰ ਤੁਸੀਂ ਆਪਣੀ ਦਫਾ ਮਿਆਰ ਨਹੀਂ ਨਾ ਇਹ ਰੱਖਦੇ ਵੇਖ ਕਿ ਲਓ ਇਹ ਤੁਸੀਂ ਸਾਰੇ ਹੁਣ ਬੰਦੇ 5 ਮਿੰਟ ਬੋਲੇ, 60-70 ਬੰਦੇ ਪੇ ਤੱਕਦੇ ਨੇ ਵੀ ਮੈਂ ਸਾਇਲ ਤੁਹਾਨੂੰ ਕਿਹਾ ਜਿਹੜੀਆਂ 3-4 ਵਾਕਿਆ ਨੇ, ਸਾਇਲ 3-4 ਵਾਕਿਆ ਤੋਂ ਇਲਾਵਾ ਕੋਈ ਹਾਂ ਦੱਸਣਾ ਇਮਾਮ ਮੈਂ ਹੁਸੈਨ ਦੀ ਦੱਸਣ ਲੱਗਾ ਫਜ਼ੀਲਤ ਵਾਕਿਆ ਬਿਆਨ ਦੱਸਣੀ ਕਰੋ, ਨਹੀਂ। ਉਹਨਾਂ ਕੋਈ ਇਸਲਾਮ ਦੀ ਜਿਹੜੀ ਕੋਈ ਖਿਦਮਤ ਤੁਸੀਂ ਕੀਤੀ ਦੱਸਣੀ ਹੋਈ ਨਹੀਂ ਉਹ ਬਿਆਨ ਕਰਦੇ। ਕਰੋ ਨਾ। ਇਹ ਸਿਰਫ 4 ਚੀਜ਼ਾਂ ਤੋਂ ਇਲਾਵਾ ਤੁਹਾਡੇ ਕੋਲ ਕੁਝ ਮੈਂ ਹੈ ਵੀ? ਦੱਸਣ ਲੱਗਾ ਨਾ, ਮੈਂ ਦੱਸਣ ਕੋਈ ਲੱਗਾ 10 ਕੰਮ ਜਾਂ 5 ਕੰਮ ਕੋਈ ਐਸੇ ਦੱਸ ਦਿਓ ਜਿਹੜਾ ਉਹਨਾਂ ਇਸਲਾਮ ਦੀ ਖਿਦਮਤ ਕੀਤੀ ਉਹ ਹੋਏ। ਸਾਇਲ ਸਾਹਿਬ ਦੱਸਣ ਲੱਗਾ ਤੁਹਾਨੂੰ ਥੱਲੇ ਲਾ ਕੇ ਤੁਹਾਨੂੰ ਇੰਨਾ ਬੁਗਜ਼ ਕਿਉਂ ਹੈ? ਮੈਂ ਦੱਸਣਾ ਕਿਉਂ ਬੁਗਜ਼ ਮੈਂ ਦੱਸਣਾ ਤੁਹਾਨੂੰ ਬੁਗਜ਼ ਕਿਉਂ ਹੈ ਉਸਮਾਨ ਦੇ ਨਾਲ? ਮੈਂ ਦੱਸਣ ਲੱਗਾ ਉਸਮਾਨ ਨਾਲ ਬੁਗਜ਼ ਕਿਉਂ ਹੈ? ਕਿਉਂ ਸੜ ਰਹੇ ਹੋ? ਕਿ ਮੈਂ ਉਸਮਾਨ ਦੀ ਬੰਦ ਫਜ਼ੀਲਤ ਕਰਨੀ ਬਿਆਨ ਹੈ। ਕਰ ਰਹੇ ਹਾਂ, ਕਿਉਂ ਸੜ ਰਹੇ ਹੋ? ਜੱਟ ਸਾਹਿਬ ਜਦੋਂ ਮੈਂ ਨਬੀ ਬਰਾੜ ਪਾਕ ਬੰਦ ਸੱਲੱਲਾਹੁ ਅਲੈहि ਵਸੱਲਮ ਨੇ ਸਾਨੂੰ ਪਿਆਰ ਕਰਕੇ ਵਿਖਾ ਛੜਿਆ ਤੇ ਅਸੀਂ ਉਹਨਾਂ ਨਾਲ ਪਿਆਰ ਕਰਦੇ ਹਾਂ, ਗੱਲ ਮੁੱਕੀ। ਯਾਰ ਬੜਾਈ ਸਾਹਿਬ ਤੁਸੀਂ ਵੀ ਚੁੱਪ ਕਰੋ, ਤੁਸੀਂ ਵੀ ਜ਼ਿੱਦ ਨਾ ਕਰੋ, ਮੇਰੇ ਕੋਲ ਟਾਈਮ ਖਤਮ ਹੋ ਗਿਆ। ਅਸਲ ਗੱਲ ਹੈ ਜੱਟ ਸਾਹਿਬ ਨੇ ਨਾ ਜਿਹੜੇ ਉਹ ਗੁੱਸੇ 'ਚ ਇਸ ਗੱਲੇ ਨੇ ਕਿ ਉਹਨਾਂ ਨੂੰ ਹਜ਼ਰਤ ਹੁਸੈਨ ਦੀ ਕੋਈ ਐਸੀ ਖੂਬੀ ਨਜ਼ਰ ਨਹੀਂ ਪਈ ਆਉਂਦੀ ਹੈ। ਮੈਂ ਦੱਸਣਾ ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਦੀ ਖੂਬੀ। ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਨੂੰ ਕਰਬਲਾ 'ਚ ਗਏ ਤੇ ਚੌਂ ਪਾਸਿਓਂ ਉਹਨਾਂ ਨੂੰ ਦੁਸ਼ਮਣਾਂ ਨੇ ਘੇਰ ਲਿਆ, ਉਹ ਇਕੱਲੇ ਰਹਿ ਗਏ, ਉੱਥੋਂ ਕਿਸੇ ਪਾਸੇ ਨਿਕਲ ਨਹੀਂ ਸੀ ਸਕਦੇ, ਉਹ ਸ਼ਹੀਦ ਹੋ ਗਏ ਉੱਥੇ। ਤੇ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਜਿਹੜਾ ਮੇਰਾ ਮਰੀਦ ਹੈ ਨਾ ਮੁੱਲਾ ਲਤੀਫ, ਉਹ ਹਜ਼ਰਤ ਇਮਾਮ ਹੁਸੈਨ ਨਾਲੋਂ ਵੱਧ ਕੇ ਉਹਨੇ ਸਬਰ ਔਰ ਇਸਤਕਲਾਲ ਦਾ ਮੁਜ਼ਾਹਰਾ ਕੀਤਾ ਹੈ, ਕਿਉਂਕਿ ਹਜ਼ਰਤ ਇਮਾਮ ਹੁਸੈਨ ਤੇ ਘੇਰੇ 'ਚ ਆ ਗਏ, ਉਹ ਤੇ ਕਰਬਲਾ 'ਚੋਂ ਨਿਕਲ ਨਹੀਂ ਸੀ ਸਕਦੇ। ਤੇ ਮੇਰਾ ਜਿਹੜਾ ਮੁਰੀਦ ਸੀ ਮੁੱਲਾ ਲਤੀਫ, ਇਹ ਜਿਹੜਾ ਇਹਨੂੰ ਤੇ ਅਮੀਰ ਕਾਬਲ ਨੇ ਆਖਿਆ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੀ ਬੈਤ ਤੋੜ ਦੇ, ਉਹਨੇ ਨਹੀਂ ਤੋੜੀ। ਇਹ ਹਜ਼ਰਤ ਇਮਾਮ ਹੁਸੈਨ ਨਾਲੋਂ ਵੀ ਵੱਧ ਗਿਆ ਮੇਰਾ ਮਰੀਦ। ਝੂਠੇ ਤੇ ਅੱਲਾ ਦੀ ਲਾਨਤ ਹੈ ਜੱਟ ਸਾਹਿਬ। ਗੱਲ ਇਹ ਅਮਰ ਭਾਈ ਇੱਕ ਮਿੰਟ ਖਲੋ ਅਮਰ ਜਾਓ, ਭਾਈ ਇੱਕ ਮਿੰਟ ਖਲੋ। ਬੜਾ ਸਾਹਿਬ ਤੁਸੀਂ ਨਾ ਬੋਲਿਓ। ਝੂਠੇ ਤੇ ਅੱਲਾ ਦੀ ਲਾਨਤ ਹੈ। ਮੈਂ ਹੁਣ ਇੱਥੇ ਹਵਾਲਾ ਲਾਣਾ, ਇਹੋ ਹੀ ਗੱਲ ਨਾ ਲਿਖੀ ਹੋਈ ਮਿਰਜ਼ਾ ਸਾਹਿਬ ਨੇ। ਮੈਂ ਸਭ ਦੇ ਸਾਹਮਣੇ ਮਾਫੀ ਮੰਗਦਾ, ਮੇਰੇ ਕੋਲ ਬੋਲਣ ਮੈਂ ਕਹਿ ਰਿਹਾ ਤੁਸੀਂ ਸਾਰਾ ਝੂਠ ਬੋਲ ਰਹੇ ਹੋ। ਹਜ਼ਰਤ ਇਮਾਮ ਹੁਸੈਨ ਕੋਲ ਸਾਰਾ ਕੁਝ ਹੈ ਸੀ, ਜਦੋਂ ਵਾਕਿਆ ਕਰਬਲਾ ਹੋਇਆ ਵੇ ਤਰੀਖ ਦੱਸ ਦਈਏ, ਉਹਨਾਂ ਕੋਲ ਸਾਰਾ ਕੁਝ ਮੌਜੂਦ ਸਨ, ਠੀਕ ਹੈ। ਜੰਗ ਦਾ ਸਮਾਨ ਵੀ ਮੌਜੂਦ ਸੀ, ਸਾਰਾ ਕੁਝ ਹੈ ਸੀ, ਠੀਕ ਹੈ। ਝੂਠ ਨਾ ਬੋਲੋ ਲੋਕਾਂ ਦੇ ਸਾਹਮਣੇ। ਮੈਂ ਜਿਹੜਾ ਸਵਾਲ ਕਰਨ ਡਿਆ ਉਹਦਾ ਤੁਸੀਂ ਜਵਾਬ ਦਿਓ, ਠੀਕ ਹੈ ਨਾ। ਤੁਹਾਡੇ ਕੋਲ ਇੱਕ ਬੰਦਾ ਸਿੱਖਣ ਹੁੰਦਾ ਇੱਕ ਗੱਲ, ਤੁਸੀਂ ਉਹਦਾ ਜਵਾਬ ਦਿਓ। ਆਮਿਰ ਮੈਂ ਵੀ ਇੱਕ ਸਵਾਲ ਕਰ ਸਕਣਾ? ਇੱਕ ਮਿੰਟ ਨਹੀਂ, ਹੁਣ ਨਹੀਂ ਕਰਨਾ, ਮੇਰਾ ਟਾਈਮ ਮੁੱਕ ਗਿਆ। ਵਿੱਚ ਨਾ ਬੋਲਿਓ, ਮੈਨੂੰ ਹਵਾਲਾ ਦੇ ਦਿੰਦੇ ਇੱਕ ਮਿੰਟ ਜੱਟ ਸਾਹਿਬ ਨੂੰ। ਉਹ ਮੇਰੇ ਕੋਲ ਹਵਾਲਾ ਹੈ ਵੇ, ਮੈਂ ਇਸ ਗੱਲ ਤੋਂ ਦੌੜਿਆ। ਜੋ ਮਿਰਜ਼ਾ ਸਾਹਿਬ ਨੇ ਕਿਹਾ ਠੀਕ ਕਿਹਾ ਵੇ ਨਾ, ਮੇਰੇ ਨਜ਼ਦੀਕ ਤੇ ਠੀਕ ਕਿਹਾ ਨਾ, ਉਹਨੂੰ ਮੈਂ ਤੇ ਕਹਾਂ ਹਾਂ ਬਸ ਕੀ ਉਹਨਾਂ ਨੇ ਕਿਹਾ? ਠੀਕ ਹੈ। ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਵੇ ਸ਼ਹਜ਼ਾਦਾ ਅਬਦੁਲ ਲਤੀਫ ਦੀ ਜਿਹੜੀ ਸ਼ਹਾਦਤ ਹੈ ਉਹ ਇਮਾਮ ਹੁਸੈਨ ਤੋਂ ਜ਼ਿਆਦਾ ਵੇ। ਨਹੀਂ, ਜਿਹੜੀ ਮੈਂ ਗੱਲ ਕਹੀ ਹੈ ਕਿ ਹਜ਼ਰਤ ਇਮਾਮ ਹੁਸੈਨ ਕੋਲ ਹਾਂਜੀ ਹੈ ਨਹੀਂ ਸੀ। ਇੱਕ ਮਿੰਟ, ਹਜ਼ਰਤ ਇਮਾਮ ਹੁਸੈਨ ਕੋਲੇ ਮੌਕਾ ਨਹੀਂ ਸੀ ਬਾਹਰ ਨਿਕਲਣ ਦਾ। ਇਸਤਕਾਮਤ ਉਹਨਾਂ ਨਾਲੋਂ ਇਹਨਾਂ ਦੀ ਵੱਧ ਹੈ ਸਰ। ਇੱਕ ਮਿੰਟ ਮੈਂ ਤੁਹਾਨੂੰ ਦੱਸਣਾ ਤੁਹਾਡੇ ਮਿਰਜ਼ਾ ਸਾਹਿਬ ਦਾ ਕਮਾਲ। ਸਰ ਜੋ ਵੀ ਮਿਰਜ਼ਾ ਸਾਹਿਬ ਨੇ ਲਿਖਿਆ, ਮੈਂ ਤੇ ਕਹਿ ਰਿਹਾ ਕਿ ਠੀਕ ਲਿਖਿਆ ਨਾ, ਜੋ ਉਹਨਾਂ ਲਿਖਿਆ ਅਸੀਂ ਤਾਂ ਮੰਨਦੇ ਹਾਂ। ਝੂਠ ਮੈਂ ਕਿਹੜਾ ਬੋਲਿਆ? ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਇਹ ਦੱਸੋ ਕਿ ਇਮਾਮ ਹੁਸੈਨ ਰਜ਼ੀ ਅੱਲਾਹ ਅਨਹੂ ਦੇ ਕੋਲ ਹਰ ਸ਼ੈ ਨਹੀਂ ਸੀ ਮੌਜੂਦ ਹੈ? ਜੰਗੀ ਸਮਾਨ ਔਰ ਫੌਜ ਔਰ ਸਾਰਾ ਕੁਝ ਨਾਲ, ਜਿਹੜੇ ਸਿਪਾਹ ਸਲਾਰ ਸਾਰੇ ਮੌਜੂਦ ਹੈ ਸਨ ਕਿ ਨਹੀਂ ਸਨ? ਹੈ ਜੱਟ ਸਾਹਿਬ ਠਹਿਰ ਜਦੋਂ ਉਹਨਾਂ ਦਾ ਖੁਦ ਭਰਾ ਹਜ਼ਰਤ ਹਸਨ ਮਨਾ ਕਰਦਾ ਰਿਹਾ ਇੱਕ ਚੀਜ਼ ਵਾਸਤੇ, ਹਜ਼ਰਤ ਅਲੀ ਨੂੰ ਵੀ ਮਨਾ ਕਰਦਾ ਰਿਹਾ ਖਿਲਾਫਤ ਦੇ ਨਾਲ ਬਿਓ ਜੇ, ਠੀਕ ਹੈ। ਹਜ਼ਰਤ ਉਸਮਾਨ ਗਨੀ ਰਜ਼ੀ ਅੱਲਾਹ ਅਨਹੂ ਦਾ ਸਾਰਾ ਜਿਹੜਾ ਕਤਲ ਹੋਇਆ ਉਹ ਤੁਹਾਡੇ ਤੇ ਪੈ ਜਾਣਾ ਹੈ, ਠੀਕ ਹੈ। ਉਹਨਾਂ ਦਾ ਬੇਟਾ ਆਪਣਾ ਮਨਾ ਕਰਦਾ ਰਿਹਾ ਵੇ। ਇਹ ਵਾਲਾ ਲੈ ਕੇ ਰਾਤੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਨੇ? ਪਹਿਲੇ ਇੱਕ ਗੱਲ ਤੇ ਕਲੀਅਰ ਕਰ ਲਓ ਨਾ ਮਿਰਜ਼ਾ ਸਾਹਿਬ ਵਾਲੀ ਤੁਸੀਂ ਪਰੇਸ਼ਾਨ ਨਾ ਤੁਹਾਡਾ ਅਹਲੇ ਬੈਤ ਦੇ ਨਾਲ ਦੱਸੋ ਕੀ ਲੈਣਾ ਦੇਣਾ ਹੈ? ਅਹਲੇ ਬੈਤ ਨਾਲ ਤੁਹਾਡਾ ਕੀ ਲੈਣਾ ਦੇਣਾ ਹੈ? ਅਹਲੇ ਬੈਤ ਨਾਲ ਤੁਸੀਂ ਦੱਸੋ ਕਿ ਸਾਨੂੰ ਮੁਹੱਬਤ ਕਿੰਨੀ ਹੈ, ਅਸੀਂ ਦੱਸਣਾ ਵੇ। ਅਸੀਂ ਆਪ ਦੱਸਾਂਗੇ ਕੀ ਮੁਹੱਬਤ ਹੈ। ਤੁਹਾਡੇ ਅਹਲੇ ਬੈਤ ਹੋਰ ਨੇ, ਉਸਮਾਨ ਨਹੀਂ ਰੱਖਦੇ। ਤੁਹਾਡੇ ਵੱਡਿਆਂ ਲਿਖਿਆ ਹੈ ਕਿ ਤੁਹਾਡੇ ਅਹਲੇ ਬੈਤ ਜਵਾਬ ਦਿਓ ਕਿ ਅਹਿਮਦ ਦੀ ਜ਼ਿਆਦਾ ਬਸ਼ੀਰ ਕੀਤੀ ਸੀ ਜਾਂ ਮੁਹੰਮਦ ਅਲੀ ਲੋਹਰੀ? ਉਸਮਾਨ ਰੱਖਣ ਵਾਲੇ ਸਾਰੇ ਤੁਹਾਡੇ ਸਹਾਬੀ ਹੋਰ ਨੇ, ਤੁਹਾਡੇ ਉਮਰਾਤ ਹੋਰ ਨੇ। ਅਰਬੀ ਨੂੰ ਅਜਮੀ ਤੇ ਨਹੀਂ, ਅਜਮੀ ਨੂੰ ਅਰਬੀ ਤੇ ਕੋਈ ਫੋਕੀਅਤ ਹਾਸਲ ਨਹੀਂ। ਲੋਕਾਂ ਨੂੰ ਦੱਸੋ ਮੁਹੰਮਦ ਅਲੀ ਲੋਹਰੀ ਨੇ ਜ਼ਿਆਦਾ ਖਿਦਮਤ ਕੀਤੀ ਸੀ ਜਾਂ ਬਸ਼ੀਰਉੱਦੀਨ ਮਹਿਮੂਦ ਨੇ ਅਹਿਮਦੀਆ ਦੀ?
ਜੋ ਜ਼ਿਆਦਾ ਕਿਹਦੀ ਫਜ਼ੀਲਤ ਹੈ? ਬਸ਼ੀਰੁद्दीन महमूद ਨੇ ਜ਼ਿਆਦਾ ਖਿਦਮਤ ਕੀਤੀ ਸੀ ਅਹਿਮਦੀ ਦੀ ਜਾਂ ਤੁਸੀਂ ਜ਼ਰਾ ਮੂੰਹ ਬੰਦ ਮੁਹੰਮਦ ਅਲੀ ਰੱਖੋ ਲੋਰੀ ਨਾ, ਨੇ? ਤੁਹਾਡੇ ਨਾਲ ਕੋਈ ਗੱਲ ਨਹੀਂ ਕਰ ਰਿਹਾ। ਜੀ ਤੇ ਮੂੰਹ ਖੋਲੋ ਨਾ, ਜਵਾਬ ਤੁਹਾਨੂੰ ਦਿਓ। ਚਾਹ ਹੋਏ ਤੁਹਾਡੇ ਨਾਲ ਗੱਲ ਕਰ ਬਸ਼ੀਰੁद्दीन ਲਾਂਗੇ, ਅਜੇ महमूद ਮੇਰਾ ਨੇ ਮੂਡ ਨਹੀਂ ਤੁਹਾਡੇ ਨਾਲ ਗੱਲ ਕਰਨ ਨੂੰ ਨਾ। ਲੋਰੀ ਨੇ ਮੈਂ ਕਹਿ ਰਿਹਾ ਤੁਹਾਡੇ ਨਾਲ ਕੋਈ ਨਹੀਂ ਹੈ ਨਾ। ਤੁਸੀਂ ਦੱਸੋ ਉਸਮਾਨ ਨੇ ਜ਼ਿਆਦਾ ਖਿਦਮਤ ਕੀਤੀ ਗੱਲ ਤਮਾਮ ਸਾਹਿਬ? बशीरुद्दीन महमूद हजरत उस्मान ने ਸਰ ਮੈਂ ਜਿਹੜੀ ਗੱਲ ਪੁੱਛਣ ਦਾ ਜਵਾਬ ਕੋਈ ਨਹੀਂ ਤੁਹਾਡੇ ਕੋਲ। हजरत उस्मान ने ਉਹ ਬੁਗਜ਼ੇ बशीरुद्दीन महमूद ने ज्यादा ਬੁਗਜ਼ੇ खिदमत ਉਸਮਾਨ की ਰਜ਼ੀ ਅੱਲਾਹ ਅਨਹੁ, ਬੁਗਜ਼ੇ ਉਸਮਾਨ, ਸਿਰਫ ਬੁਗਜ਼ ਹੈ ਤੁਹਾਡੇ ਅੰਦਰ ਬਸ। ਤੁਸੀਂ ਹਕੀਕਤ ਬਿਆਨ ਨਹੀਂ ਕਰ ਸਕਦੇ, ਹਕੀਕਤ ਲੋਕਾਂ ਦੇ ਸਾਹਮਣੇ ਨਹੀਂ ਰੱਖ ਸਕਦੇ ਕਿ ਕੋਈ ਵੀ ਨਵਾਸਾ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਹੋ ਕੇ ਉਹਦੀ ਫੋਕੀਅਤ ਕਦੀ ਨਹੀਂ ਹੋ ਸਕਦੀ ਜਿੰਨੀ ਦੇਰ ਤੁਸੀਂ ਇਸਲਾਮ ਦੀ ਖਿਦਮਤ ਨਾ ਕੀਤੀ ਹੋਈ। बशीरुद्दीन महमूद किस तरह होगी? बशीरुद्दीन महमूद किस तरह होगी? ਉਹਨੇ ਕੀ ਕੀਤਾ ਭਾਈ ਜੀ ਤੁਹਾਡੇ ਸਾਬੀ ਹੋਰ ਨੇ। बशीरुद्दीन महमूद किस तरह होगी ਮੁਹੰਮਦ ਅਲੀ ਲੋਰੀ ਤੋਂ? ਉਹ ਸਾਨੂੰ ਭਾਬੀ ਦੱਸਣਗੇ। ਭਾਬੀ ਹੋਏ ਤਾਂ ਇਸਲਾਮ ਨੂੰ ਜੱਫਾ। ਉਹ ਮੁਹੰਮਦ ਅਲੀ ਲੋਰੀ ਨੇ ਜ਼ਿਆਦਾ ਖਿਦਮਤ ਕੀਤੀ ਸੀ ਬਸ਼ੀਰੁद्दीन ਮੈਂ महमूद ਪੁੱਛ ਨੇ? ਰਿਹਾ ਭਾਬੀ ਹੋਏ ਤਾਂ ਇਸਲਾਮ ਨਾਲ ਜੱਫਾ। ਤੁਹਾਡਾ ਇਸਲਾਮ ਨਾਲ ਕੀ ਤਲਕ ਹੈ? ਤੁਹਾਡਾ ਕੀ ਤਲਕ ਹੈ? ਭਾਬੀਆਂ ਦਾ ਕੀ ਹੈ? ਭਾਬੀਆਂ ਦਾ ਕੀ ਤਾਲੁਕ ਹੈ ਇਸਲਾਮ ਦੇ ਨਾਲ? ਸਾਹਿਬ ਇਹ ਭਾਬੀਆਂ ਦਾ ਹਵਾਲਾ ਕੀ ਤਲਕ ਹੈ? ਜਾਓ, ਇਹ ਹਵਾਲਾ ਲਵੋ। ਦੱਸੋ ਭਾਬੀਆਂ ਦਾ ਕੋਈ ਤਾਲੁਕ ਹੈ? ਬਰਾੜ ਬੰਦ ਕਰਨੀ, ਮੈਨੂੰ ਗੱਲ ਮੁਕੰਮਲ ਕਰ ਲੈਣ। ਭਾਬੀਆਂ ਦਾ ਕੋਈ ਤਾਲੁਕ ਹੈ ਇਸਲਾਮ ਦੇ ਨਾਲ? ਇਮਾਮ ਹੁਸੈਨ ਭਾਬੀ ਦੀ ਸ਼ਹਾਦਤ ਦੇ ਇਸਲਾਮ ਨੂੰ ਜੱਫੇ, ਇਹ ਤਾਂ ਗੱਲ ਮਾੜੀ ਹੈ ਨਾ। जट साहब इंज ना करो फिर। हजरत इमाम हुसैन की शहादत ਜਦੋਂ ਆਮਰ ਨਜ਼ੀਰ ਸਾਹਿਬ ਰਾਮ ਨਾਲ ਗੱਲ ਕਰਨਾ, ਪੰਜ ਬੰਦੇ ਮਾਈਕ ਖੋਲਣ ਦੇ ਨੇ, ਸਹੀ ਹੈ ਗੱਲ ਤੁਹਾਡੇ ਨਾਲ ਹੋ ਰਹੀ, ਮੈਂ ਤੁਹਾਡੀ ਗੱਲ ਆਰਾਮ ਨਾਲ ਸੁਣ ਰਿਹਾ ਹਾਂ। ठीक है, मैं उन्हें खामोश कराता। हजरत मिर्जा इमाम साहब ने, मैं कह रहा ਤੁਹਾਨੂੰ ਬਾਰਦ ਵਿਖਾਉਣ ਦੀ ਜ਼ਰੂਰਤ ਹੀ ਨਹੀਂ। ਜੋ ਮਿਰਜ਼ਾ ਸਾਹਿਬ ਨੇ ਲਿਖਿਆ ਬਿਲਕੁਲ ਠੀਕ ਲਿਖਿਆ। ਅੱਗੇ ਦੱਸੋ। ਤੇ ਫਿਰ ਝੂਠ ਤੁਸੀਂ ਮੈਨੂੰ ਕਿਉਂ ਆਖਿਆ ਮੈਂ ਝੂਠ ਬੋਲਣ ਲੱਗਾ? ਮੈਂ ਕਹਿ ਰਿਹਾ ਕਿ ਤੁਸੀਂ ਜੋ ਮੈਨੂੰ ਥੱਲੇ ਲਾਇਆ ਹੈ, ਤੁਸੀਂ ਉੱਤੇ ਕਿਉਂ ਨਹੀਂ ਪਾ ਕੇ ਗੱਲ ਕਰਦੇ? ਕੀ ਗੱਲ ਹੈ? ਡਰ ਲੱਗਦਾ ਜੇ? ਤੁਸੀਂ ਵਿੱਚ ਰੋਲਾ ਪਾਈ ਜਾਂਦੇ ਹੋ, ਗੱਲ ਕੀ ਕਰਨੀ ਫਿਰ ਮੈਂ? ਇਹ ਆਇਆ ਸੀ ਮੁਬਾਰਕ ਦੇਣ ਲਈ, ਇਹ ਮੁਬਾਰਕ ਦੇਣ ਆਇਆ ਸੀ, ਕੋਈ ਟੌਪਿਕ ਨਹੀਂ ਸੀ। ਅੰਦਾਜ਼ਾ ਕਰੋ ਇਹਨਾਂ ਦੀ ਦੱਜਲ ਵੇਖੋ, ਮੁਬਾਰਕ ਦੇਣ ਆਇਆ ਸੀ ਸਿਰਫ ਸਾਹਿਬ ਨੂੰ। ਜਿਹੜੀ ਨਾ ਇਸਤਕਾਮਤ, ਇਹ ਜਿਹੜੀ ਇਸਤਕਾਮਤ ਹੈ ਨਾ, ਗੁਲਾਮ ਸਾਹਿਬ ਹਜ਼ਰਤ ਉਸਮਾਨ ਦਾ ਬੁਗਜ਼ ਤੇ ਨਹੀਂ ਰੱਖਦੇ ਤੁਸੀਂ? ਮੁੱਲਾ ਲਤੀਫ ਦੀ ਇਸਤਕਾਮਤ ਸਾਹਬਾ ਦਾ ਗੁਲਾਮ ਹੈ ਤੂੰ, ਮੈਨੂੰ ਇਹ ਦੱਸ। ਮੇਰੇ ਮਾਂ-ਬਾਪ ਕੁਰਬਾਨ। ਯਾਰ ਸਾਹਬਾ ਦੇ ਉੱਤੇ ਨਾ ਕਰ ਰਹੇ ਅੱਗੇ ਜਵਾਬ ਵੀ ਸੁਣਨਾ। ਸਾਹਬਾ ਦੇ ਉੱਤੇ ਇੰਜ ਦੀ ਨਹੀਂ ਗੱਲ ਕਰੀਦੀ। ਸਾਹਬਾ ਦਾ ਗੁਲਾਮ ਹੈ ਤੂੰ, ਇੰਜ ਨਾ ਕਰ। ਇੰਜ ਨਹੀਂ ਕਰੀਦਾ, ਇੰਜ ਨਹੀਂ ਕਰੀਦਾ, ਇੰਜ ਨਹੀਂ ਕਰੀਦਾ। ਸਾਹਬਾ ਨੂੰ ਗਲਤ ਨਹੀਂ ਕਹੀਦਾ। ਜਵਾਬ ਵੀ ਸੁਣ, ਮਰਦਈਆ ਜਵਾਬ ਵੀ ਸੁਣ। ਮੇਰੇ ਮਾਂ-ਬਾਪ ਕੁਰਬਾਨ ਨੇ ਉਸਮਾਨ ਗਨੀ ਤੋਂ। ਸਾਰੇ ਸਹਾਬਾ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਨੇ, ਮੇਰੀ ਜਾਨ ਕੁਰਬਾਨ ਹੈ। ਸਮਝ ਆਈ ਕਿ ਨਹੀਂ? ਬੁਗਜ਼ ਤੁਹਾਡੇ ਜੇ, ਇਹ ਤੇਰਾ ਬੁਗਜ਼ ਬੋਲਦਾ ਪਿਆ। ਤੁਸੀਂ ਬੁਗਜ਼ ਰੱਖਦੇ ਹੋ ਹਜ਼ਰਤ ਇਮਾਮ ਹੁਸੈਨ ਦਾ। ਤੁਹਾਡਾ ਮਿਰਜ਼ਾ ਬੁਗਜ਼ ਰੱਖਦਾ ਸੀ, ਤੁਸੀਂ ਸਾਰੇ ਬੁਗਜ਼ ਰੱਖਦੇ ਹੋ। ਇੱਥੇ ਤੂੰ ਦੇਣ ਆਇਆ ਮੁਬਾਰਕ ਸਾਖੀ ਸਾਹਿਬ ਨੂੰ, ਹੈ ਤੇ ਇੱਥੇ ਕੰਮ ਸ਼ੁਰੂ ਕਰਾ ਤੁਹਾਨੂੰ ਕਿਹਾ ਵੀ ਆਮਰ ਭਾਈ ਨੇ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ, ਲੇਕਿਨ ਇਹ ਤੁਹਾਡਾ ਕੰਮ ਹੀ ਹੈਗਾ ਵਾ ਸ਼ਰਾਰਤ ਕਰਨਾ। ਤੁਸੀਂ ਕੁਝ ਸਿੱਖਣ ਨਹੀਂ ਆਉਂਦੇ ਇੱਥੇ, ਤੁਸੀਂ ਸਿਰਫ ਸ਼ਰਾਰਤ ਕਰਨ ਆਉਂਦੇ ਹੋ, ਤੁਸੀਂ ਮਜ਼ੇ ਲੈਣ ਆਉਂਦੇ ਹੋ। ਦੈਟਸ ਦਾ ਓਨਲੀ ਰੀਜ਼ਨ। ਮੈਂ ਇਹਨਾਂ ਨੂੰ ਇਹ ਸਬੂਤ ਦੇਣਾ ਸੀ ਕਿ ਹਜ਼ਰਤ ਇਮਾਮ ਹੁਸੈਨ ਦਾ ਤੁਹਾਨੂੰ ਇਸ ਗੱਲੇ ਨਹੀਂ ਦਰਜਾ ਚੰਗਾ ਲੱਗਦਾ, ਉਹਨਾਂ ਦੀ ਮੁਹੱਬਤ ਤੁਹਾਡੇ ਦਿਲ 'ਚ ਇਸ ਗੱਲੇ ਨਹੀਂ ਪੈਦਾ ਹੁੰਦੀ ਕਿ ਤੁਹਾਡੇ ਮਿਰਜ਼ਾ ਸਾਹਿਬ ਨੇ ਆਖਿਆ ਕਿ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਨਾਲ ਵੱਧ ਕੇ ਇਹ ਮੁੱਲਾ ਲਤੀਫ ਦੀ ਮੌਤ ਹੈ, ਜਿਹਨੂੰ ਅਮੀਰ ਕਾਬਲ ਨੇ ਸੰਸਾਰ ਕਰਵਾਇਆ ਸੀ ਕਾਬਲ ਵਿੱਚ। ਇਹ ਤੁਹਾਡੇ ਸਾਹਮਣੇ ਹਵਾਲਾ ਮੌਜੂਦ ਹੈ। ਤੇ ਤੁਸੀਂ ਕਿਉਂ ਮੰਨਣੀ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਜਾਂ ਉਹਨਾਂ ਦੀ ਮੁਹੱਬਤ ਤੁਹਾਡੇ ਦਿਲ 'ਚ ਕਿਉਂ ਪੈਦਾ ਹੋਣੀ ਹੈ? ਜਿਨ੍ਹਾਂ ਦੇ ਬਾਨੀ ਨੇ ਇਹ ਗੱਲਾਂ ਲਿਖੀਆਂ ਹੋਣ ਤੇ ਜ਼ਾਹਿਰ ਹੈ ਜਿਹੜਾ ਦਰਖਤ ਹੈ ਉਹ ਆਪਣੇ ਫਲ ਤੋਂ ਪਹਿਚਾਣਿਆ ਜਾਂਦਾ ਹੈ। ਜਿਹੜਾ ਤੁਸੀਂ ਸਾਰਾ ਦਿਨ ਬਹਿ ਕੇ ਹਜ਼ਰਤ ਉਸਮਾਨ ਦੀ ਫਜ਼ੀਲਤ ਬਿਆਨ ਕਰਨ ਵਾਸਤੇ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਾਲਾ ਦੀ ਕੰਡਮਨੇਸ਼ਨ ਦੀ ਕੀ ਜ਼ਰੂਰਤ ਹੈ? ਜਿਹੜੀ ਤੁਸੀਂ ਸਾਰਾ ਦਿਨ ਉੱਥੇ ਤੁਹਾਡਾ ਉਹ ਕਰਦਾ ਰਹਿੰਦਾ, ਉਸਤਾਦ ਝੂਠ ਬੋਲਦਾ ਹੈ, ਤੁਹਾਡੇ ਸਾਹਮਣੇ ਝੂਠ ਤੁਹਾਡੀਆਂ ਅੱਖਾਂ 'ਤੇ ਰੱਖਿਆ ਤੇ ਤੁਹਾਡਾ ਦਿਲ ਨਹੀਂ ਕਰਦਾ ਪਿਆ ਉਹਨੂੰ ਛੱਡਣ ਤੇ, ਵੀ ਝੂਠ ਬੋਲਦਾ ਵੀ ਮੇਰਾ ਉਸਤਾਦ ਤੇ ਮੈਂ ਤੇ ਤੂੰ ਜਾਨ ਛਡਾਵਾਂ। ਚਲੋ ਤੁਹਾਡੀ ਮਰਜ਼ੀ ਹੈ, ਚਿਮੜੇ ਰਹੋ ਝੂਠੇ ਨੂੰ ਬਾਹਰ। ਆਮਰ ਭਾਈ ਸਵਾਬਾ ਤੇ ਬਹੁਤ ਵੱਡੀ ਚੀਜ਼ ਨੇ। ਇੱਧਰ ਵੇਖੋ, ਗੱਲ ਸੁਣ, ਮੈਂ ਗੱਲ ਕਰਨ ਲੱਗਾ, ਮਾਫੀ ਦੇ ਦੇਣਾ ਮੈਨੂੰ ਪਸੰਦ ਨਾ ਆਵੇ। ਇਹ ਸਾਕੀ ਸਾਹਿਬ ਉੱਤੇ ਬੈਠੇ ਨੇ, ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲੁল্লাহ, ਇੰਨਾ ਕੁ ਪਿਆਰ ਆਇਆ ਇਹਨਾਂ ਦੇ ਉੱਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮੈਂ ਰੋਂਦਾ ਰਿਹਾ ਇਕੱਲਾ ਬਹਿ ਕੇ। ਕਿਉਂ ਪਿਆਰ ਇਹਨਾਂ ਤੇ ਆਇਆ ਕਿ ਇਹਨਾਂ ਨੇ ਇਸਲਾਮ ਕਬੂਲ ਕੀਤਾ। ਤੇ ਸਹਾਬਾ ਦੀ ਇਜ਼ਮਤ ਸਾਡੇ ਦਿਲ 'ਚ ਘੱਟ ਹੋ ਸਕਦੀ ਹੈ? ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਗੱਲ ਕਰਦੇ ਹੋਇਆ। ਇੱਕ ਮਿੰਟ ਦਿਆ ਜੀ, ਮੈਨੂੰ ਵੀ ਦਿਆ ਜੀ ਇੱਕ ਮਿੰਟ। ਮੈਂ ਸਿਰਫ ਇੰਨਾ ਕਹਿਣਾ ਚਾਹ ਰਿਹਾ ਸੀ ਉਸ ਟਾਈਮ ਕਿ ਹਜ਼ਰਤ ਹੁਸੈਨ ਨੇ ਸਾਰੀ ਜ਼ਿੰਦਗੀ ਕੱਖ ਭੰਨ ਕੇ ਵੀ ਦੋਹਰਾ ਨਾ ਕੀਤਾ ਹੁੰਦਾ ਤੇ ਸਾਡੇ ਦਿਲ ਦੇ ਵਿੱਚ ਸਿਰਫ ਔਰ ਸਿਰਫ ਮੁਹੱਬਤ ਇਸ ਵਾਸਤੇ ਹੈ ਕਿ ਸਾਡੇ ਨਬੀ ਨੇ ਉਹਨਾਂ ਨਾਲ ਮੁਹੱਬਤ ਕਰਕੇ ਵਿਖਾਈ ਹੈ।
ਅਸੀਂ ਕੋ ਉਹਨਾਂ ਨੂੰ ਦਰਜਾ ਨਹੀਂ ਦੇ ਰਹੇ, ਨਾ ਅਸੀਂ ਉਹਨਾਂ ਨੂੰ ਕੋਈ ਜੰਨਤ ਦੇ ਰਹੇ ਹਾਂ ਤੇ ਨਾ ਅਸੀਂ ਕੋ ਉਹਨਾਂ ਨੂੰ ਕੋਈ ਰਿਵਾਰਡ ਦੇ ਰਹੇ ਹਾਂ। ਉਹ ਰੱਬ ਜਾਣੇ ਤੇ ਰੱਬ ਦਾ ਕੰਮ ਜਾਣੇ। ਜਿਹੜੀ ਮੁਹੱਬਤ ਹੈ ਨਾ ਉਹ ਉਹਦੇ ਉੱਤੇ ਕੋਈ ਜ਼ੋਰ ਨਹੀਂ ਹੈ। ਉਹ ਉਸ ਮੁਹੱਬਤ ਦਾ ਅਕਸ ਹੈ ਜਿਹੜੀ ਸਾਨੂੰ ਆਪਣੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਹੈ ਤੇ ਫਿਰ ਉਹਨਾਂ ਦੇ ਨਾਲ ਜਿਹਦੇ ਨਾਲ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਮੁਹੱਬਤ ਕਰਕੇ ਵਿਖਾਈ ਹੈ। ਸਾਨੂੰ ਕੀ ਲੱਗੇ ਉਹ ਦੁਨੀਆ ਤੇ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਤੇ ਕਿੰਨੀ ਨਹੀਂ ਕੀਤੀ। ਅਸੀਂ ਤੇ ਸਾਡਾ ਤੇ ਮਿਆਰ ਹੀ ਨਹੀਂ ਹੈ। ਮੇਰੇ ਬੇਟੇ ਦਾ ਨਾਮ ਹੁਸੈਨ ਹੈ, ਮੇਰੇ ਬੇਟੇ ਦਾ ਨਾਮ ਉਮਰ ਹੈ, ਮਾਸ਼ਾਅੱਲਾ। ਰਾਣਾ ਆਪਣਾ ਆਮਰ ਭਾਈ, ਜਦੋਂ ਤੁਸੀਂ ਇਹਨਾਂ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਜਿਹੜੀਆਂ ਵੀ ਅਹਿਲੇ ਬੈਤ ਤੇ ਸਹਾਬਾ ਤੇ ਉਮਹਾਤੁਲ ਮੋਮਿਨੀਨ, ਤੁਸੀਂ ਇਹਨੂੰ ਜਵਾਬ ਨਹੀਂ ਸੀ, ਤੁਸੀਂ ਇਹਦੇ ਮੂੰਹ ਤੇ ਉਹ ਹਵਾਲਾ ਮਾਰਦੇ ਜਿੱਥੇ ਉਹਨੇ ਕਿਹਾ ਸੀਗਾ ਵੀ ਤੁਹਾਡੇ ਹੋਰ ਨੇ ਅਹਿਲੇ ਬੈਤ ਸਾਡੇ ਹੋਰ ਨੇ। ਇਹਨੂੰ ਉਹ ਦਿਓ ਨਾ ਜਵਾਬ। ਸਾਨੂੰ ਕੀ ਜ਼ਰੂਰਤ ਹੈ ਉਹਨਾਂ ਦੇ ਮਕਾਤਾ ਪੇਸ਼ ਕਰਨ ਦੀ, ਕੌਣ ਅਫਜ਼ਲ ਹੈ ਕੌਣ ਨਹੀਂ ਅਫਜ਼ਲ, ਇਹਨਾਂ ਦਾ ਵੀ ਕੰਮ ਹੈ ਉਹਨਾਂ ਦੇ ਨਾਲ। ਨਹੀਂ ਕੋਈ ਗੱਲ ਨਹੀਂ। ਅਗਰ ਉਹ ਕਿਹੜਿਓਂ ਸਵਾਲ ਲੈ ਕੇ ਆਏ ਨੇ ਤੇ ਉਹ ਕਿਉਂਕਿ ਮੇਰੇ ਵਾਸਤੇ ਇੰਝ ਹੀ ਹੈ ਜਿਸ ਤਰ੍ਹਾਂ ਮੈਨੂੰ ਬਲਵਿੰਦਰ ਸਿੰਘ ਆ ਕੇ ਪੁੱਛੇ ਵੀ ਤੁਸੀਂ ਹਜ਼ਰਤ ਇਮਾਮ ਸਾਹਿਬ ਨੂੰ ਅਫਜ਼ਲ ਸਮਝਦੇ ਹੋ ਕਿ ਹਜ਼ਰਤ ਉਸਮਾਨ ਨੂੰ ਅਫਜ਼ਲ ਸਮਝਦੇ ਹੋ, ਉਹਨਾਂ ਨਾਲ ਮੁਹੱਬਤ ਜ਼ਿਆਦਾ ਹੈ ਕਿ ਉਹਨਾਂ ਨਾਲ? ਮੈਨੂੰ ਕੀ ਫਰਕ ਪੈਂਦਾ? ਮੈਂ ਆਪਣੀ ਮੁਹੱਬਤ ਦਾ 1000 ਰੁਪਏ ਦੱਸਣਾ ਵਾ, ਉਹ ਜੋ ਮਰਜ਼ੀ ਪਿਆ ਕਰਨ, ਤਾਂ ਕੀ ਫਰਕ ਪੈਂਦਾ? ਲੇਕਿਨ ਆਮਿਰ ਭਾਈ ਇਹ ਜਿਹੜੇ ਵੀ ਆਉਂਦੇ ਨੇ, ਇੱਕ ਤੇ ਬਦਤਮੀਜ਼ ਗਲੀਜ਼ ਜ਼ੁਬਾਨ, ਉਤੋਂ ਦੀ ਤਰ੍ਹਾਂ ਤਰ੍ਹਾਂ ਲਫ਼ਜ਼, ਜਿਹੜਾ ਬੰਦਾ ਵੀ ਬੋਲਦਾ ਉਹਨੂੰ ਸਿਰਫ ਨਜਾਇਜ਼ ਫਾਇਦਾ ਚੁੱਕਦੇ ਨੇ ਕਿ ਤੁਸੀਂ ਬੈਠੇ ਹੋ, ਅਸੀਂ ਕੋਸ਼ਿਸ਼ ਕਰ ਰਹੇ ਕਿ ਚਲੋ ਅਸੀਂ ਆਪਣੇ ਆਪ ਨੂੰ ਕੰਟਰੋਲ ਰੱਖੀਏ। ਇਹ ਕਿਸੇ ਦਿਨ ਹਿੰਮਤ ਕਰਨ ਜਦੋਂ ਤੁਸੀਂ ਨਾ ਹੋ ਨਾ, ਉਦੋਂ ਆ ਕੇ ਗੱਲ ਕਰੋ। ਤੇ ਫਿਰ ਇਹਨੂੰ ਪੁੱਛਿਆ ਹੈ ਕਿ ਮੈਨੂੰ ਤੂੰ ਜੋ ਫਜ਼ੀਲਤ ਪੁੱਛਣਾ ਪਿਆ ਕਿ ਬਸ਼ੀਰੁਦੀਨ ਮਹਿਮੂਦ ਦੀ ਫਜ਼ੀਲਤ ਜ਼ਿਆਦਾ ਸੀ ਜਾਂ ਮੁਹੰਮਦ ਅਲੀ ਲਾਹੌਰੀ ਦੀ ਸੀ ਜਾਂ ਮੀਆਂ ਰਫੀਕ ਦੇ, ਜਿਹਦੇ ਮੂੰਹ ਤੇ ਠੁੱਡੇ ਮਾਰ ਕੇ ਉਹਨੂੰ ਕੱਢ ਦਿੱਤਾ ਸੀ, ਬਾਹਰ ਖਲੀਫਾ ਵੀ ਨਹੀਂ ਸੀ ਬਣਨ ਦਿੱਤਾ। ਇਹਨਾਂ ਚੋਂ ਫਜ਼ੀਲਤ ਕਿਹਦੀ ਸੀ? ਮੁਹੰਮਦ ਅਲੀ ਲਾਹੌਰੀ ਨੇ ਖਿਦਮਤ ਜ਼ਿਆਦਾ ਕੀਤੀ ਸੀ ਅਹਿਮਦੀ ਦੀ ਜਾਂ ਬਸ਼ੀਰੁਦੀਨ ਮਹਿਮੂਦ ਨੇ ਕੀਤੀ ਸੀ? ਯੂਸਫੀ ਸਾਹਿਬ ਉਹ ਮੁੱਲਾ ਲਤੀਫ ਨੂੰ ਯਾਰ ਦਾ ਪਤਾ ਲੈ ਗਿਆ ਪਹਿਲਾਂ। ਉਹ ਸੈਕਿੰਡ ਮੈਨੂੰ ਵੀ ਦੋ ਮਲਕ ਦਾ ਮੈਨੂੰ ਇਜਾਜ਼ਤ ਦੇ ਦਿਓ, ਤੁਸੀਂ ਗੱਪਸ਼ਪ ਲਾਓ, ਮੇਰਾ ਬਸ ਭਾਈ ਕਰ ਲੈਂਦੇ ਨੇ। ਉਹਨੂੰ ਸਾਕੀ ਦੀ ਐਡੀ ਤਕਲੀਫ ਹੈ, ਸਿਰਫ ਆਇਆ ਟੌਪਿਕ ਚੇਂਜ ਕਰਨ ਕੇ ਸਾਕੀ ਦਾ ਗੱਲ ਨਾ ਕਰੋ, ਇਹ ਟੌਪਿਕ ਚੇਂਜ ਕਰੋ ਬਸ। ਅੱਛਾ ਬਿਲਾਲ ਭਾਈ ਤੁਸੀਂ ਅਬਰਾਡ ਔਨ ਕਰੋ ਤੇ ਆਮਰ ਭਾਈ ਇੱਕ ਆਖਰੀ ਗੱਲ, ਉਹ ਕਿਆਮਤ ਜਾਟੋ ਆਮਰ ਭਾਈ ਇੱਕ ਆਖਰੀ ਗੱਲ ਮੈਨੂੰ ਕਰਨ ਦਿਓ ਕਿ ਜਦੋਂ ਰਸੂਲੁल्लाह सल्लल्लाहु अलैहि वसल्लम ਦੇ ਜ਼ੁਬਾਨ ਮੁਬਾਰਕ ਤੋਂ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੁ ਵਾਸਤੇ ਇੱਕ ਨਿਕਲ ਆਈ, ਬਿਸ਼ਾਰਤ ਨਿਕਲ ਗਈ ਕਿ ਜੀ ਉਹ ਨੌਜਵਾਨਾਂ ਦੇ ਸਰਦਾਰ ਨੇ, ਜੰਨਤ ਦੇ ਨੌਜਵਾਨਾਂ ਦੇ ਸਰਦਾਰ ਨੇ। ਉਹ ਤੇ ਬਗੈਰ ਤੋਂ ਸਾਨੂੰ ਇਸ ਤੋਂ ਬਾਅਦ ਕਿਸੇ ਫਜ਼ੀਲਤ ਦੀ ਬਹਿਸ ਵਿੱਚ ਜਾਂ ਉਹਨਾਂ ਕੰਮ ਕੋਈ ਕੀਤਾ ਇਸਲਾਮ ਵਾਸਤੇ ਨਹੀਂ ਕੀਤਾ, ਇਸ ਬਹਿਸ ਦੀ ਸਾਨੂੰ ਜ਼ਰੂਰਤ ਰਹਿ ਜਾਂਦੀ ਹੈ। ਉਹ ਉਸ ਪਾਕ ਹਸਤੀ ਦੀ ਜ਼ੁਬਾਨ ਤੋਂ ਜਿਨ੍ਹਾਂ ਵਾਸਤੇ ਨਿਕਲ ਗਈ ਬਿਸ਼ਾਰਤ, ਉਸ ਤੋਂ ਬਾਅਦ ਕਿਸੇ ਚੀਜ਼ ਦੀ ਗੁੰਜਾਇਸ਼ ਹੈ? ਮੁੱਲਾ ਲਤੀਫ ਦੀ ਗੁੰਜਾਇਸ਼ ਹੈ? ਮਿਰਜ਼ਾ ਕਾਦੀਆਨੀ ਨੇ ਜਿਹੜੀ ਗੱਲ ਕੀਤੀ, ਤੁਹਾਨੂੰ ਇਹ ਸੋਚਣ ਲੱਗੇ ਵੀ ਸ਼ਰਮ ਨਹੀਂ ਆਉਂਦੀ? ਅੱਛਾ ਇਹ ਦੱਸੋ ਬਰਾੜ ਹੁਣ ਕਿੰਨੇ ਲਾਣੀ ਹੈ ਉੱਥੇ ਬਿਲਾਲ ਕਿੰਨੇ ਲਾਣੀ ਹੈ ਦੱਸ ਛੜੋ ਸਾਨੂੰ ਤਾਂ ਕਿ ਉੱਥੇ ਆ ਜਾਈਏ। ਲਾਣੀ ਦੱਸ ਛੜੋ ਸਾਨੂੰ ਤਾਂ ਕਿ ਉੱਥੇ ਆ ਜਾਈਏ।